ਅੱਜ ਆਪਾਂ 481 ਅੰਗ ਤੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ। ਕਬੀਰ ਜੀ ਦੇ ਜਿਹੜੇ ਸ਼ਬਦ ਆਪਾਂ ਲੈ ਰਹੇ ਸੀਗੇ ਉਹ 22ਵਾਂ ਸ਼ਬਦ ਲੈ ਰਹੇ ਹਾਂ ਔਰ ਲੜੀ ਦਾ 9ਵਾਂ ਮੋਤੀ। ਇਹਦੇ ਵਿੱਚ ਕਬੀਰ ਜੀ ਜਿਹੜੇ ਹੈਗੇ ਆਪਾਂ ਨੂੰ ਗਿਆਨ ਦੇ ਰਹੇ ਕਿ ਮਾਇਆ ਜਿਹੜੀ ਹੈਗੀ ਆ ਔਰ ਜੀਵ ਜਿਹੜਾ ਹੈਗਾ ਇਹਦਾ ਭੇਤ ਦੱਸ ਰਹੇ ਭਾਈ। ਆਸਾ ਪਹਿਲਾ ਪੂਤ ਪਿਛੈਰੀ ਮਾਈ। ਕਹਿੰਦੇ ਜੀਵ ਆਤਮਾ ਜਿਹੜਾ ਸੀਗਾ ਇਹ ਮਾਲਕ ਨੇ ਪਹਿਲਾਂ ਜੀਵ ਬਣਾਇਆ, ਜੀਵ ਅੰਸ਼, ਜੀਵ ਜਿਹੜਾ ਹੈਗਾ ਜੀਵ ਨੂੰ ਭੇਜਿਆ। ਜੀਵ ਜਿਹੜਾ ਹੈਗਾ ਪਹਿਲਾਂ ਜੀਵ ਦੇ ਵਾਸਤੇ ਮੇਨ ਜੀਵ ਹੈਗਾ, ਜੀਵ ਆਤਮਾ ਮੇਨ ਹੈਗੀ ਆ। ਤੇ ਇਹਦੇ ਵਾਸਤੇ ਮਾਇਆ ਬਣਾਈ ਸੀਗੀ ਬਈ ਇਹਦੇ ਹੁਣ ਸਰੀਰ ਦੇ ਰਹੇ ਆ ਇਹਨੂੰ, ਸਰੀਰ ਦੇ ਨਾਲ ਇਹਨੇ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਿਹੜਾ ਹੈਗਾ ਮੈਂ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਇਹ ਭੂਲ ਭੁਲਈਆ ਦੇ ਵਿੱਚ ਜਿਹੜਾ ਘੁੰਮਣ ਘੇਰੀ ਦੇ ਵਿੱਚ ਭੇਜ ਰਿਹਾ ਆ ਤੇ ਇਸ ਤੋਂ ਨਿਕਲਣਾ ਹੈਗਾ ਇਹਨੇ। ਤੇ ਉਹਦੇ ਵਾਸਤੇ ਜਿਹੜਾ ਹੈਗਾ ਮੈਂ ਇਹਨੂੰ ਉਹਦੇ ਵਾਸਤੇ ਸਰੀਰ ਨੂੰ ਚਲਾਉਣ ਦੇ ਵਾਸਤੇ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਸੁੱਖ ਸੁਵਿਧਾਵਾਂ ਦਿੱਤੀਆਂ ਸੀਗੀਆਂ, ਇਹ ਮਾਇਆ ਬਣਾਈ ਸੀਗੀ। ਕਹਿੰਦੇ ਪਹਿਲਾਂ ਇਹ ਪੁੱਤ ਸੀਗਾ, ਜੀਵ ਆਤਮਾ ਦੇ ਵਾਸਤੇ ਮਾਇਆ ਬਣਾਈ ਸੀਗੀ। ਕਹਿੰਦੇ ਇਹ ਮਾਇਆ ਜਿਹੜੀ ਹੈਗੀ ਇਹ ਤਾਂ ਹੁਣ ਇਹ ਉੱਪਰ ਆ ਗਈ ਹੈ ਤੇ ਜੀਵ ਆਤਮਾ ਜਿਹੜਾ ਹੈਗਾ ਥੱਲੇ ਹੋ ਗਿਆ ਹੈ। ਪਹਿਲਾਂ ਪੂਤ ਪਿਛੈਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਜਿਹੜਾ ਗੁਰੂ ਹੈਗਾ ਉਹ ਚੇਲੇ ਦੀ ਪੈਰੀ ਪੈ ਗਿਆ ਹੈ। ਜਿਹੜਾ ਚੇਲਾ ਕੌਣ ਆ? ਚੇਲਾ ਜਿਹੜਾ ਹੈਗਾ ਹੁਣ ਦੇਖ ਲਓ ਭਾਈ, ਇਹ ਗੁਰੂ ਜਿਹੜਾ ਹੈਗਾ ਇਹ ਜੀਵਾਤਮਾ ਹੈਗਾ, ਗੁਰੂ ਮੇਨ ਹੈਗਾ ਔਰ ਮਨ ਜਿਹੜਾ ਹੈਗਾ ਚੇਲਾ ਹੈਗਾ। ਮਨ ਜਿਹੜਾ ਹੈਗਾ ਇਹ ਪ੍ਰਕਿਰਤੀ ਤੋਂ ਜਿਹੜਾ ਹੈਗਾ ਇਹਦੇ ਚੋਂ ਜਿਹੜਾ ਕਾਰਨਸ਼ੀਲ ਜਿਹੜਾ ਹੈਗਾ ਇਹ ਮਨ ਹੈਗਾ। ਕਹਿੰਦੇ ਇਹਦੀ ਪੈ ਜੀਵਾਤਮਾ ਜਿਹੜਾ ਹੈਗਾ ਮਨ ਦੀ ਪੈਰੀ ਪੈ ਗਿਆ। ਮਨ ਦੇ ਪਿੱਛੇ ਮਨ ਜਿਹੜਾ ਹੈਗਾ ਜੋ ਕੁਝ ਵੀ ਕਰਵਾ ਰਿਹਾ ਹੈ ਮਨ ਕਰਵਾ ਰਿਹਾ, ਜੀਵਾਤਮਾ ਜਿਹੜਾ ਹੈਗਾ ਉਹਦੇ ਨਾਲ ਚੁੱਪਚਾਪ ਜਿਹੜਾ ਹੈਗਾ ਐਸਾ ਪ੍ਰਭਾਵ ਪੈ ਗਿਆ ਜੀਵਾਤਮਾ ਦੇ ਉੱਤੇ ਜਿਵੇਂ ਕਿ ਸ਼ੇਰ ਹੁੰਦਾ ਹੈ ਉਹ ਭੇਡਾਂ ਦੇ ਵਿੱਚ ਰਲਦੇ ਜਾ ਕੇ। ਪਹਿਲਾ ਪੂਤ ਪਿਛੈਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਗੁਰੂ ਜਿਹੜਾ ਹੈਗਾ ਚੇਲੇ ਦੀ ਪੈਰੀ ਪੈ ਰਿਹਾ ਹੈ ਜਾ ਕੇ ਚੇਲਿਆਂ ਨੇ ਜਿਹੜਾ ਹੈਗਾ ਗੁਰੂ ਨੂੰ ਜਿਹੜਾ ਹੈਗਾ ਗੁਰੂ ਦੇ ਪੈਰੀ ਪੈਣਾ ਸੀਗਾ ਤੇ ਗੁਰੂ ਜਿਹੜਾ ਚੇਲਿਆਂ ਦੇ ਪੈਰੀ ਪੈ ਗਿਆ ਜਾ ਕੇ। ਏਕ ਅਚੰਭੋ ਸੁਨੋ ਤੁਮ ਭਾਈ। ਕਹਿੰਦੇ ਹੇ ਭਰਾਵੋ ਦੇਖੋ ਕਿੰਨਾ ਹੈਰਾਨੀ ਦੀ ਗੱਲ ਹੋ ਰਹੀ ਹੈ, ਕਿੰਨੇ ਅਚੰਭੇ ਦੀ ਗੱਲ ਹੋ ਰਹੀ ਹੈ ਕਿ ਦੇਖਤ ਸਿੰਘ ਚਰਾਵਤ ਗਾਈ। ਕਹਿੰਦੇ ਦੇਖੋ ਸ਼ੇਰ ਹੈਗਾ ਸ਼ੇਰ, ਔਰ ਸ਼ੇਰ ਕੀ ਕਰ ਰਿਹਾ? ਕਹਿੰਦੇ ਗਊਆਂ ਨੂੰ ਚਰਾ ਰਿਹਾ ਹੈ ਸ਼ੇਰ। ਗਊਆਂ ਕੌਣ ਹੈ? ਗਊਆਂ ਆਪਣੀਆਂ ਇੰਦਰੀਆਂ ਹੈਗੀਆਂ ਭਾਈ। ਇੰਦਰੀਆਂ ਜਿਹੜੀਆਂ ਦੇਖ ਲਓ ਇੰਦਰੀਆਂ ਦੀ ਪੂਰਤੀ ਕਰ ਰਿਹਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਹੈਗਾ ਇਹ ਚੋਗਾ ਜਿਹੜਾ ਖਿਲ ਰਿਹਾ ਪਿਆ ਆ, ਜਿਹੜੀ ਮਾਇਆ ਮਾਲਕ ਨੇ ਖਿਲਾਰੀ ਹੈ, ਜਿਹਨੂੰ ਜਿਹੜਾ ਹੈਗਾ ਆਪਾਂ ਨੇ ਜਿਹੜਾ ਹੈਗਾ ਇਹੀ ਖੇਡ ਪਾਈ ਆ ਮਾਲਕ ਨੇ ਬਈ ਇਹ ਮਾਇਆ ਮੈਂ ਛਲ ਪਾ ਰਿਹਾ ਤੈਨੂੰ, ਧੋਖਾ ਦੇ ਨਾਲ ਤੈਨੂੰ ਦੁਨੀਆ ਦੇ ਵਿੱਚ ਸਾਰੇ ਪਦਾਰਥ ਦੇ ਰਿਹਾ ਹੈ ਤੇ ਇਹਨੂੰ ਇਸ ਧੋਖੇ ਨੂੰ ਬੁੱਝਣਾ ਹੈ ਤੂੰ ਤੇ ਇਸ ਤੋਂ ਬਾਹਰ ਨਿਕਲਣਾ ਹੈ, ਇਹਦਾ ਅਸਰ ਨਹੀਂ ਕਬੂਲ ਕਰਨਾ ਤੂੰ। ਕਹਿੰਦੇ ਬਸ ਸ਼ੇਰ ਜਿਹੜਾ ਹੈਗਾ ਜਾ ਕੇ ਲੱਗ ਗਿਆ ਗਊਆਂ ਨੂੰ ਚਰਾਉਣ ਵਾਸਤੇ। ਹਾਂਜੀ ਗੋਰਖੀ ਸਾਹਿਬ। ਪਹਿਲਾ ਪੂਤ ਪਿਛੈਰੀ ਮਾਈ। ਹਾਂਜੀ ਸਾਧ ਸੰਗਤ ਜੀ, ਇੱਥੇ ਫਿਰ ਆਪਾਂ ਨੂੰ ਬਾਣੀ ਦੇ ਵਿੱਚ ਕਬੀਰ ਜੀ ਇਹ ਸਮਝਾ ਰਹੇ ਨੇ ਕਿ ਪਹਿਲਾ ਪੂਤ ਆ, ਪਹਿਲਾ ਪੂਤ ਪੈਦਾ ਹੋਇਆ ਤੇ ਫਿਰ ਉਹਦੇ ਪਿੱਛੇ ਉਹਦੀ ਮਾਈ ਪੈ ਗਈ। ਮਾਈ ਦਾ ਮਤਲਬ ਤੇ ਨਿਜਾ ਸਭ ਮਾਇਆ ਹੀ ਹੈ ਨਾ। ਹਾਂ ਬਿਲਕੁਲ ਮਾਇਆ ਹੈਗੀ ਬਈ ਪੁੱਤ ਦੇ ਵਾਸਤੇ ਮਾਇਆ ਪਾਈ ਸੀ ਮਾਲਕ ਨੇ। ਮਾਇਆ ਜਿਹੜੀ ਹੈ ਪੁੱਤ ਦੇ ਵਾਸਤੇ ਦਿੱਤੀ ਸੀ ਬਈ ਇਹਦੀ ਸੁੱਖ ਸੁਵਿਧਾ ਵਾਸਤੇ, ਕਿਉਂਕਿ ਸਰੀਰ ਦਿੱਤਾ ਹੈ ਔਰ ਇਹਦੇ ਨਾਲ ਜਿਹੜਾ ਹੈਗਾ ਇਹਨੂੰ ਇਹ ਸਸਟੇਨ ਕਰਨਾ। ਪੇਟ ਲਗਾਇਆ ਤੇ ਸਾਰੀਆਂ ਇਹ ਸਾਰਾ ਕੁਛ ਇਹ ਜਿਹੜਾ ਹੈਗਾ ਇਹਨੇ ਸਮਝ ਲਿਆ ਕਿ ਬਸ ਜਿਹੜਾ ਸਰੀਰ ਦੀ ਪੂਰਤੀ ਸਾਰਾ ਕੁਛ ਹੈ। ਹਾਂ ਤਾਂ ਸੰਗੇ ਜੀ ਇੱਥੇ ਪਤਾ ਕੀ ਹੈ, ਦੇਖੋ ਇਹ ਜਿਹੜਾ ਮਨ ਹੈ ਨਾ, ਮਨ ਹੈਗਾ ਕਮਾਂਡਰ, ਰਾਈਟ। ਔਰ
ਉਹ ਲਾ ਲਓ ਜਾਂ ਉਹ ਇੱਕ ਹੈਡ ਆ ਆਪਣੇ, ਇਹ ਜਿਹੜਾ ਵੀ ਮਨ ਬੁੱਧੀ ਚਿੱਤ ਹੰਕਾਰ ਇਹ ਸਾਰੇ ਜੁੜੇ ਹੋਏ ਨੇ, ਪਰ ਇਹ ਜਿਹੜੀ ਮੇਨ ਪਾਵਰ ਜਿਹੜੀ ਹੈਗੀ ਮਨ ਤੋਂ, ਮਨ ਹੀ ਸ਼ੁਰੂਆਤ ਕਰਦਾ ਹੈ। ਆਪਾਂ ਜੇ ਬੰਦਗੀ ਵੀ ਕਰਦੇ ਆ ਨਾ, ਉਹਦੀ ਸ਼ੁਰੂਆਤ ਮਨ ਨੇ ਹੀ ਕਰਨੀ, ਭਾਵੇਂ ਇਹ ਮਾਇਆ ਦਾ ਰੂਪ ਹੈ। ਹੁਣ ਇਹ ਜਿਹੜਾ ਭੂਤ ਹੈ ਨਾ, ਇਹ ਕਰਦੇ ਜੀਵ ਤੇ ਆਤਮਾ। ਜਿਹੜਾ ਜੀਵ ਬਣਿਆ ਉਹ ਸ਼ੁੱਧ ਚੇਤਨਾ ਤੋਂ ਬਣੇ, ਤੇ ਮਾਇਆ ਜਿਹੜੀ ਆ, ਹੁਣ ਦੇਖੋ ਮਾਇਆ ਦਾ ਮਤਲਬ ਹੈਗਾ ਪ੍ਰਪੰਚ, ਜੋ ਯਥਾਰਥ ਤੌਰ ਤੇ ਇੱਕ ਪ੍ਰਮਾਤਮਾ ਨੇ ਲੀਲਾ ਰਚੀ ਆ। ਔਰ ਪ੍ਰਮਾਤਮਾ ਨੇ ਦੇਖੋ ਇੰਨੀ ਜ਼ਬਰਦਸਤ ਲੀਲਾ ਰਚੀ। ਆਪ ਜਸਟ ਸੋਚੋ, ਆਪ ਇੱਕ ਚੀਜ਼ ਨੂੰ ਜਸਟ ਸੋਚੋ, ਮੇਰੇ ਵਰਗਾ, ਨਿੱਜਰ ਸਾਹਿਬ ਵਰਗਾ, ਤੁਹਾਡੇ ਵਰਗਾ ਆਮ ਆਦਮੀ ਕਹਿ ਦੇ ਨਾ ਕਿ ਇਹ ਰੱਬ ਰੂਪ ਕੋਈ ਨਹੀਂ ਹੈਗਾ, ਇਹ ਸਭ ਆਪਣੇ ਆਪ ਹੀ ਬਣ ਗਿਆ, ਤੁਸੀਂ ਨਾ ਟੈਨਸ਼ਨ ਲਿਆ ਕਰੋ, ਉਹ ਗੱਲ ਠੀਕ ਆ। ਆਪ ਜਸਟ ਸੋਚੋ, ਇੰਨੇ ਵੱਡੇ ਸਾਇੰਟਿਸਟ ਕਿੰਨਾ ਉਹ ਜਾਣਦੇ ਆ, ਕਿੰਨਾ ਉਹਨਾਂ ਦਾ ਜੀਵਨ ਦਾ ਉਸੇ ਲੈਵਲ ਤੇ ਸੰਘਰਸ਼, ਉਹਨਾਂ ਦੀ ਨੌਲੇਜ, ਪਰ ਉਹ ਵੀ ਵੇਖ ਲਓ ਰੱਬ ਨੂੰ ਨਹੀਂ ਮੰਨਦੇ। ਆਪ ਜਸਟ ਸੋਚੋ, ਇੱਕ ਆਮ ਆਦਮੀ ਨਾ ਜਿਹਨੂੰ ਤੇ ਪਤਾ ਹੀ ਨਹੀਂ, ਚਲੋ ਉਹ ਤੇ ਕਹਿ ਦੇਵੇ ਚਲੋ ਕੋਈ ਗੱਲ ਨਹੀਂ, ਕਿਉਂਕਿ ਗਿਆਨ ਨਹੀਂ ਹੈਗਾ। ਆਪ ਕਹਿਣ ਤੋਂ ਭਾਵ ਹੁਣ ਤੁਸੀਂ ਕਹੋਗੇ ਕਿੱਦਾਂ ਗਿਆਨ ਨਹੀਂ। ਹੁਣ ਇੱਕ ਪਿੰਡਾਂ ਦਾ ਜਿਹੜਾ ਮੁੰਡਾ ਬੱਚਾ ਰਹਿੰਦਾ ਹੋਵੇ, ਉਹਨੂੰ ਕਿਤੇ ਖਾਣਿਆਂ ਦਾ ਕਿੰਨਾ ਕੁ ਪਤਾ ਨਿੱਜਰ ਸਾਹਿਬ? ਬਿਲਕੁਲ ਇੰਨਾ ਹੀ ਪਤਾ, ਦਾਲ ਦੁਲ ਖਾ ਲਈ ਦੀ ਆ, ਰੋਟੀ ਖਾ ਲਈ ਦੀ, ਸਬਜ਼ੀ ਖਾ ਲਈ ਦੀ ਆ। ਉਹ ਵਿਚਾਰਾ ਜੇ ਵੱਡੇ ਰੈਸਟੋਰੈਂਟਾਂ ਚ ਨਹੀਂ ਗਿਆ ਤੇ ਉਹਨੂੰ ਦੂਜੇ ਫੂਡਾਂ ਦਾ ਥੋੜੀ ਪਤਾ ਲੱਗਣਾ ਨਾ, ਉਹਨੇ ਖਾਦੇ ਹੀ ਨਹੀਂ। ਉਹਨੇ ਨਾ ਖਾਦੇ, ਹੁਣ ਖਾਦੇ ਬਿਨਾਂ ਕਿਤੇ ਦੱਸੋ ਕਿ ਇਟਾਲੀਅਨ ਫੂਡ ਹੀ ਹੁੰਦਾ ਵਾ, ਹੋਰ ਚਾਈਨੀਜ਼ ਫੂਡ ਵਗੈਰਾ ਜਿਹੜੇ ਬਾਹਰ ਦੀਆਂ ਹੁੰਦੀਆਂ ਚੀਜ਼ਾਂ, ਜਾਂ ਮਤਲਬ ਅਮਰੀਕਨ ਫੂਡ ਕੀ ਹੈ, ਜਾਂ ਇਟਾਲੀਅਨ ਫੂਡ ਕੀ ਹੈ। ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੁਣ ਖਾਵਾਂਗੇ ਤੇ ਤਾਂ ਹੀ ਤਾਂ ਪਤਾ ਲੱਗੂਗਾ। ਹੁਣ ਕਹਿਣ ਤੋਂ ਭਾਵ ਹੈ ਕਿ ਸਧਾਰਨ ਬੰਦਾ ਜਿਹੜਾ ਵਾ ਉਹਦਾ ਗਿਆਨ ਲਿਮਟਿਡ ਹੈ। ਬਿਲਕੁਲ, ਉਹ ਵੀ ਇਹ ਹਿਸਾਬ ਹੀ ਆ, ਜਿਹੜਾ ਵਿਚਾਰਾ ਗਿਆ ਹੀ ਨਹੀਂ। ਹੁਣ ਮੈਂ ਨਾਸਾ ਦੇ ਬਾਰੇ ਕਿੱਥੇ ਦੱਸੂਗਾ? ਮੈਂ ਤਾਂ ਗਿਆ ਜਾਂ ਮੈਂ ਸਾਇੰਟਿਸਟ ਹਾਂ। ਹੁਣ ਇਸੇ ਹੀ ਤਰ੍ਹਾਂ ਜੇ ਆਮ ਆਦਮੀ ਗੱਲ ਕਰੇ ਨਾ ਤੇ ਉਹ ਠੀਕ ਆ, ਉਹ ਵੱਡੀ ਪ੍ਰੋਬਲਮ ਨਹੀਂ ਆ। ਪਰ ਆਪ ਜਸਟ ਦੇਖੋ ਕਿ ਜਿਹੜੇ ਹਾਈਅਰ ਥਿੰਕਰ ਹੈਗੇ ਨੇ, ਜਿਨ੍ਹਾਂ ਦਾ ਬ੍ਰੇਨ ਬਹੁਤ ਤੇਜ਼ ਹੈ, ਜਿਨ੍ਹਾਂ ਜ਼ਿੰਦਗੀ 'ਚ ਇਹੋ ਕੰਮ ਕੀਤਾ, ਉਹ ਵੀ ਨਹੀਂ ਮੰਨਦੇ ਕਿ ਰੱਬ ਹੈਗਾ। ਦੇਖੋ ਐਡੇ ਵੱਡੇ ਸਾਇੰਟਿਸਟ ਆ, ਇੱਕ ਹੁਣੇ ਮਰਿਆ ਵਾ ਜਿਹਦੇ ਹੱਥ ਪੈਰ ਨਹੀਂ ਚੱਲਦੇ, ਉਸ ਬੰਦੇ ਨੇ ਵੀ ਆਖਰ ਤੇ ਕਿਹਾ ਕਿ ਰੱਬ ਨਾਮ ਦੀ ਸ਼ਕਤੀ ਕੋਈ ਨਹੀਂ ਹੈ। ਆਪ ਜਸਟ ਸੋਚੋ ਕਿ ਮਾਇਆ ਕਿੰਨੀ ਪਾਵਰਫੁਲ ਹੋਊਗੀ। ਬਿਲਕੁਲ, ਇੱਕ ਆਮ ਆਦਮੀ ਕਹਿ ਦੇ ਨਾ ਤਾਂ ਕੋਈ ਗੱਲ ਨਹੀਂ, ਕੋਈ ਪ੍ਰੋਬਲਮ ਨਹੀਂ, ਕੋਈ ਫਰਕ ਨਹੀਂ ਪੈਂਦਾ। ਪਰ ਇੱਕ ਬੰਦਾ ਐਡੇ ਵੱਡੇ ਲੈਵਲ ਤੇ ਜਾ ਕੇ ਵੀ ਉਹ ਮਾਇਆ ਦਾ ਪ੍ਰਭਾਵ ਜਸਟ ਦੇਖੋ ਕਿ ਉਹ ਬੰਦੇ ਦੇ ਮੂੰਹੋਂ ਜੇ ਕਢਾਉਂਦੀ ਆ ਤੇ ਹੋ ਸਕਦਾ ਕਿ ਆਮ ਬੰਦੇ ਪ੍ਰਭਾਵਿਤ ਹੋ ਸਕਦੇ ਕਿ ਏਡਾ ਵੱਡਾ ਸਾਇੰਟਿਸਟ ਕਹਿੰਦਾ ਸੱਚੀ ਰੱਬ ਹੋਊਗਾ, ਉਹ ਵੀ ਕਹਿੰਦਾ ਨਹੀਂ ਹੈਗਾ। ਆਪ ਜਸਟ ਸੋਚੋ, ਜਿਹਨੂੰ ਪਤਾ ਹੈ ਕਿ ਇਹ ਮੈਟਰ ਕਿੱਥੋਂ ਆਇਆ, ਇਹ ਮੈਟਰ ਐਵੇਂ ਤੇ ਬਣ ਨਹੀਂ ਗਿਆ। ਸੋ ਇੱਥੇ ਬਾਣੀ ਦੇ ਵਿੱਚ ਉਹ ਚੀਜ਼ ਸਮਝਾਈ ਜਾ ਰਹੀ ਆ ਕਿ ਪਹਿਲਾਂ ਭੂਤ ਤੇ ਫਿਰ ਉਹਦੇ ਪਿੱਛੇ ਜਿਹੜੀ ਆ ਮਾਈ ਆ, ਹਨਾ। ਪਹਿਲਾਂ ਹੁਣ ਬੱਚਾ ਪਹਿਲਾਂ ਪੈਦਾ ਵਾ ਤੇ ਉਹ ਤੋਂ ਬਾਅਦ ਮਾਂ ਆਈ ਆ। ਆਪ ਜਸਟ ਸੋਚੋ। ਹਾਂਜੀ ਨਿੱਜਰ ਸਾਹਿਬ, ਬਿਲਕੁਲ ਸਹੀ ਗੱਲ ਆ, ਕਿਉਂਕਿ ਦੇਖੋ ਜੀਵ ਹੈ ਪਹਿਲਾਂ ਪਰਮਾਤਮਾ ਦਾ ਅੰਸ਼ ਹੈ। ਜੀਵ ਆਤਮਾ ਕਹਿੰਦੇ ਆ ਉਹਨੂੰ। ਜੀਵ ਆਤਮਾ ਜਿਹੜੀ ਹੈ ਪਰਮਾਤਮਾ ਦਾ ਅੰਸ਼ ਹੈਗੀ ਆ, ਪਰਮਾਤਮਾ ਦਾ ਅੰਸ਼ ਹੈਗੀ। ਹਾਂ ਪਰ ਨਿੱਜਰ ਸਾਹਿਬ ਇੱਕ ਸੈਕਿੰਡ ਤੁਹਾਨੂੰ ਫਿਰ ਮੈਂ ਰੋਕਿਆ। ਅਸਲ ਚ ਆਪਾਂ ਸਾਰੇ ਜੀਵ ਹੈਗੇ ਆ। ਬਿਲਕੁਲ, ਜਦੋਂ ਸਤੋਗੁਣ ਚ ਜਦੋਂ ਸਤਯੁਗ ਦੇ ਵਿੱਚ ਜੀਵ ਪੈਦਾ ਹੁੰਦਾ ਤੇ ਉਹਨੂੰ ਗਿਆਨ ਹੁੰਦਾ ਆਤਮਾ ਦਾ ਕਿ ਅਸੀਂ ਜੀਵ ਆਤਮਾ ਵਾਂ। ਜੀਵ ਹੈ ਪਰ ਆਤਮਾ ਦੇ ਨਾਲ ਸਾਡਾ ਸੰਬੰਧ ਆ, ਆਤਮਾ ਦੇ ਨਾਲ ਜੁੜੇ ਹੋਏ। ਪਰ ਜਿਵੇਂ ਮਾਇਆ ਦੇ ਪ੍ਰਭਾਵ ਜਾਈ ਜਾਂਦਾ ਹੈ ਨਾ, ਇਹ ਆਤਮਾ ਨੂੰ ਭੁੱਲ ਜਾਂਦਾ, ਬਸ ਮਨ ਨੂੰ ਯਾਦ ਰੱਖਦਾ ਹੈ। ਫਿਰ ਮਾਇਆ ਨੂੰ ਛੱਡ ਦਿੰਦਾ, ਫਿਰ ਮਾਇਆ ਨੂੰ ਫੜ ਲੈਂਦਾ ਤੇ ਆਤਮਾ ਨੂੰ ਛੱਡ ਕੇ ਫਿਰ ਇਹ ਮਾਇਆਧਾਰੀ ਬਣ ਜਾਂਦਾ। ਇਸ ਕਰਕੇ ਇਹ ਆਪਾਂ ਸਾਰੇ ਜਿਹੜੇ ਆ ਆਪਾਂ ਉਸ ਚੀਜ਼ ਨੂੰ ਭੁੱਲ ਗਏ ਆ। ਔਰ ਕੁਦਰਤੀ ਵੀ ਇਹ ਵੀ ਗੱਲ ਸੱਚ ਆ, ਕਿਉਂਕਿ ਜੇਕਰ ਅਸੀਂ ਨਹੀਂ ਭੁੱਲਦੇ ਨਾ ਇਹ ਪ੍ਰਕਿਰਤੀ ਨਹੀਂ ਚੱਲ ਸਕਦੀ, ਸਾਰੇ ਮੁਕਤ ਹੋ ਜਾਣਗੇ। ਬਿਲਕੁਲ ਸਹੀ। ਇਹ ਬਿਲਕੁਲ ਧਰਤੀ ਖਾਲੀ ਹੋ ਜਾਊ। ਇੱਥੋਂ ਤੱਕ ਕਿ ਬ੍ਰਹਮ ਗਿਆਨੀ ਵੀ ਚਾਹਵੇ ਨਾ, ਉਹ ਸਾਰਿਆਂ ਨੂੰ ਮੁਕਤ ਨਹੀਂ ਕਰਾ ਸਕਦਾ, ਕਿਉਂਕਿ ਉਹਦੀ ਇੱਕ ਸੀਮਾ ਵਾ, ਲਿਮਿਟ ਹੈ ਉਹਦੀ, ਕਿਉਂਕਿ ਪ੍ਰਕਿਰਤੀ ਪਰਮਾਤਮਾ ਨੇ ਚਲਾਈ ਆ। ਔਰ ਇਹ ਸਿਸਟਮ ਏਦਾਂ ਹੀ ਚੱਲਣਾ, ਹੋਰ ਕੋਈ ਤਰੀਕਾ ਨਹੀਂ ਹੈ। ਹਾਂ ਆਪਾਂ ਜਿੰਨੇ ਜਾਣਾ ਚਾਹੁੰਦਾ ਵਾ, ਜਿਹਨੂੰ ਗਿਆਨ ਹੋ ਗਿਆ ਥੋੜਾ ਬਹੁਤਾ, ਉਹ ਜੇ ਚਾਹੁੰਦਾ ਵਾ ਕਿ ਇਹ ਜੀਵਨ ਚ ਪ੍ਰਾਪਤੀ ਤਾਂ ਕੁਛ ਵੀ ਨਹੀਂ ਹੋ ਰਹੀ, ਇਹ ਤੇ ਫਿਰ ਉਹ ਮੁਕਤ ਹੋ ਸਕਦਾ, ਉਹ ਆਪਣੀ ਮੁਕਤੀ ਕਰਾ ਸਕਦਾ। ਤੇ ਜਿਹੜਾ ਨਹੀਂ ਹੋਣਾ ਚਾਹੁੰਦਾ ਤਾਂ ਉਹ ਚੱਲਦਾ ਰਹੇ, ਇਹ ਕੋਈ ਪ੍ਰੋਬਲਮ ਨਹੀਂ ਹੈਗੀ। ਕੋਈ ਜ਼ਬਰਦਸਤੀ ਵਾਲਾ ਸੌਦਾ ਨਹੀਂ ਆ ਕਿ ਪਰਮਾਤਮਾ ਚਾਹੁੰਦਾ ਕਿ ਸਾਰੀ ਧਰਤੀ ਖਾਲੀ ਹੋ ਜਾਏ।
हाँ परमात्मा ਇਹ ਚੀਜ਼ ਨੂੰ ਵੇਂਦਾ ਕਿ ਜੇ ਕੋਈ ਮੁਕਤ ਹੋਣਾ ਚਾਹੁੰਦਾ ਤੇ ਉਹਨੂੰ ਮੁਕਤ ਕਰ ਦਿੰਦਾ। ਹਾਂਜੀ ਨਿਜਰ ਸਾਹਿਬ। ਹਾਂਜੀ ਬਿਲਕੁਲ। ਨਾਲੇ ਗੁਰਕੀ ਸਾਹਿਬ ਜਿਹੜਾ ਹੈਗਾ ਮਾਇਆ ਨੇ ਤਾਂ ਇਹ ਮਾਲਕ ਪਰਮਾਤਮਾ ਨੇ ਮਾਇਆ ਨੂੰ ਐਸਾ ਬਣਾਇਆ ਹੈ ਔਰ ਇਹ ਵਚਨ ਦਿੱਤਾ ਹੈ ਵੀ ਬਈ ਜਿਹੜਾ ਕੋਈ ਵੀ ਬ੍ਰਹਮ ਗਿਆਨੀ ਹੈਗਾ ਉਹ ਆਪ ਮੁਕਤ ਹੋ ਸਕਦਾ ਹੈ, ਦੂਸਰੇ ਨੂੰ ਜਿਹੜਾ ਟ੍ਰੇਨਿੰਗ ਦੇ ਸਕਦਾ ਹੈ, ਪਰ ਕਿਸੇ ਨੂੰ ਹੱਥ ਫੜ ਕੇ ਨਹੀਂ ਲਿਜਾ ਸਕਦਾ। ਨਿਜਰ ਸਾਹਿਬ ਇੱਕ ਆਪ ਜਸਟ ਚੀਜ਼ ਸੋਚੋ, ਇਹ ਪਤਾ ਕੀ ਸਿਸਟਮ ਹੈ? ਹਾਂਜੀ ਹਾਂਜੀ। ਜਦੋਂ ਮਾਇਆ ਬਣਾਈ ਹੈ ਨਾ, ਬਿਲਕੁਲ ਮਾਇਆ ਦਾ ਦਰਵਾਜ਼ਾ ਉਹ ਤੁਹਾਡੇ ਅੰਦਰ ਆ, ਤੁਸੀਂ ਖੋਲਣਾ ਹੈ। ਹੁਣ ਇੱਕ ਮੈਂ ਕਮਰੇ 'ਚ ਬੈਠਾ ਵਾਂ, ਬਾਹਰ ਤੇ ਹੈਂਡਲ ਹੀ ਨਹੀਂ ਹੈਗਾ। ਬਿਲਕੁਲ ਸਹੀ ਗੱਲ ਹੈ। ਤੇ ਮੈਂ ਕਿੱਥੋਂ ਤੁਹਾਡਾ ਹਾਂ ਮੈਂ ਹੀ ਦੱਸੂਗਾ ਨਿਜਰ ਸਾਹਿਬ ਆ ਦੇਖੋ ਸੱਜੇ ਬੰਨੇ ਖੱਬੇ ਬੰਨੇ ਹੱਥ ਪੱਲਾ ਮਾਰੋ, ਚਾਹੇ ਤੁਹਾਨੂੰ ਹੈਂਡਲ ਮਿਲ ਜੇ, ਕੋਈ ਚਟਕਣੀ ਮਿਲ ਜੇ, ਉਹਨੂੰ ਖੋਲ ਕੇ ਬਾਹਰ ਆ ਜਾਓ। ਹੁਣ ਨਿਜਰ ਸਾਹਿਬ ਕਹਿੰਦੇ ਮੈਨੂੰ ਚਾਹੀਦਾ ਹੀ ਨਹੀਂ ਦਰਵਾਜ਼ਾ। ਬਿਲਕੁਲ ਸਹੀ ਗੱਲ ਹੈ। ਇੱਥੇ ਕਮਰਾ ਬੜਾ ਵਧੀਆ, ਇੱਥੇ ਸੋਖੀ ਬੜੇ ਆ, ਤੇ ਫਿਰ ਨਿਜਰ ਸਾਹਿਬ ਨੂੰ ਉਸ ਕਮਰੇ 'ਚ ਨਹੀਂ ਕੱਢਿਆ ਜਾ ਸਕਦਾ। ਇਹ ਤੇ ਹੈ ਨਿਜਰ ਸਾਹਿਬ ਦੀ ਇੱਛਾ। ਬਿਲਕੁਲ। ਜਾਂ ਨਿਜਰ ਸਾਹਿਬ ਕਹਿਣਗੇ ਚਰਨਜੀਤ ਤੈਨੂੰ ਮੈਂ ਬਾਹਰ ਕੱਢ ਦਿੰਦਾ, ਤੇ ਹੁਣ ਚਰਨਜੀਤ ਕਵੇ ਕਿ ਨਿਜਰ ਸਾਹਿਬ ਬਾਹਰ ਮੈਂ ਨਿਕਲਣਾ ਨਹੀਂ ਚਾਹੁੰਦਾ, ਮੈਂ ਤਾਂ ਬੜਾ ਸੁਖੀ ਹਾਂ। ਬਿਲਕੁਲ। ਤੇ ਇਹ ਤੇ ਸਾਡਾ ਆਪਣਾ ਪਰਸਨਲ ਮੈਟਰ ਹੈ। ਇਹਦੇ ਵਿੱਚ ਦੇਖੋ ਪਤਾ ਕੀ ਆ, ਇਹਦੇ ਚ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ। ਆਪਾਂ ਲੋਕ ਕਹਿ ਦਿੰਦੇ ਨਾ ਕਿ ਮੈਨੂੰ ਫਲਾਣੇ ਨੇ ਫੜਿਆ, ਕੌਣ ਫੜਿਆ? ਹੁਣ ਬਾਂਦਰ ਕਵੇ ਕਿ ਫੁੱਲੀਆਂ ਫੜੀਆਂ ਮੈਂ ਤੇ ਮੇਰਾ ਹੱਥ ਨਹੀਂ ਉੱਥੇ ਫਸਿਆ ਸਰਾਈ ਦੇ ਵਿੱਚ, ਤੇ ਤੁਸੀਂ ਕਹੋਗੇ ਭਾਈ ਫੁੱਲੀਆਂ ਛੱਡ ਦੇ, ਤੇਰਾ ਸਾਥ ਇੱਕ ਛਣ ਚ ਤੂੰ ਆਜ਼ਾਦ ਹੋ ਜਾਏਗਾ। ਤੇ ਉਹ ਤੇ ਆਪਾਂ ਫੜਿਆ ਵਾ, ਔਰ ਆਪਾਂ ਕਿਹਦੇ ਨਾਲ ਫੜਿਆ? ਆਪਾਂ ਕਾਮਨਾਵਾਂ ਹੈਗੀਆਂ, ਇੱਛਾਵਾਂ ਹੈਗੀਆਂ, ਵਾਸਨਾਵਾਂ ਹੈਗੀਆਂ, ਫਿਰ ਉਹਨਾਂ ਦੀ ਪੂਰਤੀ ਦੇ ਲਈ ਆਪਾਂ ਗਤੀ ਕਰ ਰਹੇ ਹਾਂ, ਤਾਂ ਹੀ ਤਾਂ ਆਪਾਂ ਫਸੇ ਹੋਏ ਹਾਂ, ਹੋਰ ਤੇ ਕੋਈ ਕਹਾਣੀ ਨਹੀਂ ਹੈਗੀ। ਹਾਂਜੀ ਨਿਜਰ ਸਾਹਿਬ। ਬਿਲਕੁਲ ਸਹੀ ਗੱਲ ਹੈ। ਔਰ ਦੇਖੋ ਇਹਦੇ ਵਿੱਚ ਜਿਹੜੇ ਹੈਗੇ ਮਹਾਰਾਜ ਜਿਹੜੇ ਹੈਗੇ ਕਹਿੰਦੇ ਆ ਕਿ ਇੱਕ ਅਚੰਭੋ ਸੁਣੋ ਤੁਮ ਭਾਈ, ਕਹਿੰਦੇ ਬੜੀ ਹੈਰਾਨੀ ਦੀ ਗੱਲ ਆ, ਦੇਖਤ ਸਿੰਘ ਚਰਾਵਤ ਗਾਈ। ਕਹਿੰਦੇ ਦਿਖਣ ਨੂੰ ਤਾਂ ਸ਼ੇਰ ਲੱਗ ਰਿਹਾ ਹੈ, ਇਹ ਜੀਵ ਆਤਮਾ ਦਿਖਣ ਨੂੰ ਸ਼ੇਰ ਲੱਗ ਰਿਹਾ ਹੈ, ਪਰ ਇਹ ਕੀ ਕਰ ਕੀ ਰਿਹਾ ਹੈ? ਕਹਿੰਦੇ ਆਪਣੀ ਇੰਦਰੀਆਂ ਦੀ ਪੂਰਤੀ ਤੇ ਲੱਗਿਆ ਹੈ, ਇੰਦਰੀਆਂ ਨੂੰ ਜਿਹੜਾ ਹੈਗਾ ਚਰਾ ਰਿਹਾ ਹੈ ਭਾਈ, ਇੰਦਰੀਆਂ ਦਾ ਢਿੱਡ ਭਰ ਰਿਹਾ ਹੈ। ਰਹਾਓ ਇੱਕ ਅਚੰਭੋ, ਕਹਿੰਦੇ ਹੈਰਾਨੀ ਦੀ ਗੱਲ ਆ ਵੀ ਦੇਖੋ ਸ਼ੇਰ ਜਿਹੜਾ ਹੈਗਾ ਇਹ ਗਊਆਂ ਨੂੰ ਚਰਾ ਰਿਹਾ ਹੈ। ਜਲ ਕੀ ਮਛਲੀ ਤਰਵਰੇ ਵਿਆਈ, ਕਹਿੰਦੇ ਜਲ ਦੀ ਮਛਲੀ ਹੈਗੀ ਆ, ਜਲ ਦੇ ਵਿੱਚ ਕਿਤੇ ਮਰਜੀ ਜਾ ਸਕਦੀ ਹੈ, ਇੰਨਾ ਪਾਣੀ ਇੰਨਾ ਸਮੁੰਦਰ, ਮਛਲੀ ਹੈਗੀ ਜਲ ਦੀ, ਤੇ ਕੀ ਕਰ ਰਹੀ ਆ ਉਹ? ਕਹਿੰਦੀ ਤਰਵਰ ਦੇ ਉੱਤੇ ਜਾ ਕੇ ਵਿਆਈ ਆ, ਉਹ ਜਾ ਕੇ ਤਰਵਰ ਕਹਿੰਦੇ ਆ ਦਰਖਤ, ਤੇ ਦਰਖਤ ਤੇ ਜਾ ਕੇ ਜਿਹੜਾ ਹੈਗਾ ਬੈਠ ਗਈ ਆ। ਇੱਕ ਇੱਥੋਂ ਉਡਾਰੀ ਮਾਰਦੀ ਆ ਉਧਰ ਨੂੰ, ਉਧਰੋਂ ਉਡਾਰੀ ਮਾਰਦੀ ਆ ਉਧਰ ਨੂੰ। ਇਸ ਤਰ੍ਹਾਂ ਜਿਹੜੀ ਹੈਗੀ ਉਹ ਜਲ ਦੀ ਮਛਲੀ ਹੈਗੀ ਭਾਈ। ਜੀਵ ਜਿਹੜਾ ਹੈਗਾ ਇਸ ਤਰ੍ਹਾਂ ਜਿਹੜਾ ਹੈਗਾ ਆਪਣੇ ਜਿਹੜੇ ਹੈਗੇ ਜਲ ਕੀ ਹੈਗਾ? ਜਲ ਹੈਗਾ ਵੀ ਪਰਮਾਤਮਾ ਦੇ ਵਿੱਚ ਜਾਣਾ ਹੈ, ਆਪਾਂ ਨੇ ਸਾਧ ਸੰਗਤ ਲੈਣੀ ਆ, ਤੇ ਉਹਨੂੰ ਛੱਡ ਕੇ ਔਰ ਜਿਹੜੀ ਹੈਗੀ ਉਹ ਮਾਇਆ ਦੇ ਵਿੱਚ ਜਿਹੜੀ ਹੈਗੀ ਆ ਦਰਖਤਾਂ ਦੇ ਉੱਤੇ ਜਿਹੜੀ ਹੈਗੀ ਜਾ ਕੇ ਤੇ ਇੱਧਰ ਉੱਧਰ ਵਾਸਨਾਵਾਂ ਦੇ ਵਿੱਚ ਲੱਗੀ ਹੋਈ ਆ ਆਪਣੀ। ਇਸ ਦਰਖਤ ਤੋਂ ਉੱਡ ਕੇ ਉਹ ਦੂਜੇ ਦਰਖਤ ਤੇ ਦੂਜੇ ਤੋਂ ਦੂਜੇ ਤੇ। ਦੇਖਤ ਕੁਤਰਾ ਲੈ ਗਈ ਬਿਲਾਈ। ਹੁਣ ਕੁਤਰਾ ਜਿਹੜੀ ਹੈਗੀ ਬਿੱਲੀ ਤੇ ਕੁਤਰਾ, ਕਹਿੰਦੇ ਤ੍ਰਿਸ਼ਨਾ ਬਿੱਲੀ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਧੀਰਜ ਜਿਹੜਾ ਹੈਗਾ ਆਪਣੇ ਅੰਦਰ, ਧੀਰਜ ਹੈ, ਧੀਰਜ ਜਿਹੜਾ ਹੈਗਾ, ਸੰਤੋਖ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਉਹਨੂੰ ਕੁਤਰੇ ਨੂੰ ਜਿਹੜਾ ਹੈਗਾ ਵਿਚਾਰੇ ਕਤੂਰੇ ਨੂੰ ਲੈ ਗਈ ਆ। ਹੁਣ ਹੈ ਹੀ ਨਹੀਂ ਸੰਤੋਸ਼ ਇਨਸਾਨ ਦੇ ਅੰਦਰ, ਤ੍ਰਿਸ਼ਨਾ ਇੰਨੀ ਜ਼ਿਆਦਾ ਹੈ, ਬਿੱਲੀ ਇੰਨੀ ਪਾਵਰਫੁਲ ਹੈ, ਉਹ ਸੰਤੋਸ਼ ਨੂੰ ਨਾਲ ਹੀ ਲੈ ਗਈ ਆ। ਹਾਂਜੀ ਗੋਰਕੀ ਸਾਹਿਬ। ਹਾਂਜੀ ਹੁਣ ਸਾਧ ਸੰਗਤ ਜੀ ਉੱਤੇ ਤੁਕ ਚ ਫੇਰ ਆਪਾਂ ਜਾਂਦੇ ਆ। ਕਹਿੰਦੇ ਆ ਕਿ ਪਹਿਲੀ ਗੱਲ ਤੇ ਕਹਿੰਦੇ ਪਹਿਲਾਂ ਊਤ ਪਿਛੇਰੀ ਮਾਈ, ਫਿਰ ਕਹਿੰਦੇ ਗੁਰੂ ਲਾਗੋ ਚੇਲੇ ਕੇ ਪਾਈ। ਹੁਣ ਇੱਕ ਤੇ ਇਹ ਦੇਖੋ ਆਪ ਜਸਟ ਸੋਚੋ, ਗੁਰੂ ਦਾ ਮਤਲਬ ਇੱਥੇ ਉਹਨਾਂ ਨੇ ਕਿਹਾ ਕਿ ਜਿਹੜਾ ਗੁਰੂ ਆ ਜਿਹਦੇ ਜਿੱਥੋਂ ਚੇਲਾ ਪੈਦਾ ਹੋਣਾ ਸੀ, ਬਿਲਕੁਲ ਉਹ ਹੁਣ ਆਪਣੇ ਗਿਆਨ ਦਾ ਉਹਨੇ ਤਿਆਗ ਕਰ ਦਿੱਤਾ, ਹੁਣ ਚੇਲੇ ਨੂੰ ਮੱਥਾ ਟੇਕੀ ਜਾ ਰਿਹਾ। ਕਹਿਣ ਤੋਂ ਭਾਵ ਕਿ ਜੀਵ ਆਤਮਾ ਜਿਹੜਾ ਗਿਆਨਵਾਨ ਸੀ, ਜਿਹਦੇ ਕਰਕੇ ਤੇ ਸਾਰਾ ਕੁਝ ਚੱਲ ਰਿਹਾ, ਉਹ ਆਪਣੇ ਆਪ ਭੁੱਲ ਗਿਆ ਵਾ, ਆਪਣੇ ਗਿਆਨ ਨੂੰ ਭੁੱਲ ਗਿਆ ਕਿ ਇਹ ਜਿਹੜਾ ਚੇਲਾ ਸੀ ਇਹ ਤੇ ਮੇਰੇ ਅਧੀਨ ਚਾਹੀਦਾ ਸੀ, ਪਰ ਗੁਰੂ ਹੁਣ ਚੇਲੇ ਦੇ ਅਧੀਨ ਹੋ ਗਿਆ। ਚੇਲੇ ਦਾ ਮਤਲਬ ਕਿ ਮਨ ਦੇ ਅਧੀਨ ਹੀ ਆ, ਹੋਰ ਸੁਰਤੀ ਕਿੱਥੋਂ ਆ? ਸੁਰਤੀ ਆਤਮਾ ਚੋਂ ਆਉਂਦੀ ਹੈ। ਬਿਲਕੁਲ। ਉਹ ਚੇਤਨਾ ਤੁਹਾਡਾ ਧਿਆਨ ਜਿਹੜਾ ਨਾ ਦੇਖੋ
ਧਿਆਨ ਤੁਹਾਡਾ ਆਤਮਾ ਦਾ ਵਾ, ਸ਼ਕਤੀ ਆਤਮਾ ਦੀ ਹੈ। ਤੁਸੀਂ ਜੋ ਵੀ ਕਰ ਰਹੇ ਜੋ ਨਾ ਉਹ ਆਤਮਾ 'ਚ ਹੈਗੀ ਹੈ। ਮਨ ਰਾਤ ਨੂੰ ਸੁਪਨਾ ਵਹਿੰਦਾ ਹੈ ਚਿੱਤ ਦੇ ਵਿੱਚ, ਤੇ ਦੱਸਣ ਵਾਲੀ ਕਿਹੜੀ ਹੈ? ਸਵੇਰੇ ਕੌਣ ਦੱਸਦੀ ਆ? ਉਹ ਆਤਮਾ, ਤੁਹਾਡੀ ਆਤਮਾ ਦੱਸਦੀ ਹੈ ਤੁਹਾਨੂੰ। ਤੁਹਾਡੀ ਆਤਮਾ ਦੱਸਦੀ ਕਿ ਰਾਤ ਨੂੰ ਮਨ ਨੇ ਕਿਹੜਾ ਕਿਹੜਾ ਸੁਪਨਾ ਦੇਖਿਆ। ਉਹ ਗਵਾਹ ਵਾ, ਸਾਖੀ ਹੈਗੀ ਉਹ। ਗਵਾਹ, ਸਾਖੀ ਦਾ ਮਤਲਬ ਗਵਾਹ, ਵਿਟਨੈਸ। ਬਿਲਕੁਲ। ਹੁਣ ਮੰਨ ਲਓ ਇੱਕ ਬੰਦਾ ਇੱਕ ਬੰਦੇ ਨੂੰ ਕੁੱਟ ਰਿਹਾ, ਮਾਰ ਰਿਹਾ, ਚੋਰੀ ਕਰ ਰਿਹਾ, ਉਹ ਗਵਾਹ ਉੱਥੇ ਖਲੋਤਾ ਵਾ ਆਤਮਾ, ਪਰ ਕਰਦੀ ਕੁਛ ਨਹੀਂ ਪਈ। ਬਸ ਫਿਰ ਤੁਹਾਨੂੰ ਦੱਸੂਗੀ। ਇੱਥੋਂ ਤੱਕ ਜਦੋਂ ਸੁਪਨਾ ਕੋਈ ਨਹੀਂ ਹੁੰਦਾ, ਤੁਹਾਨੂੰ ਇਹ ਵੀ ਦੱਸਦੀ ਆ ਕਿ ਅੱਜ ਰਾਤ ਨੂੰ ਸੁਪਨਾ ਕੋਈ ਨਹੀਂ ਆਇਆ। ਬਹੁਤ ਵਧੀਆ ਨੀਂਦ ਆਈ, ਤੁਹਾਨੂੰ ਪਤਾ ਲੱਗਦਾ, ਪਰ ਉਹਦੀ ਮੈਮਰੀ ਨਹੀਂ ਹੁੰਦੀ, ਬਹੁਤ ਛੋਟੀ ਜਿਹੀ ਹੁੰਦੀ, ਉਹ ਥੋੜੇ ਸਮੇਂ ਦੇ ਬਾਅਦ ਡਿਲੀਟ ਹੋ ਜਾਂਦੀ। ਜਿਹੜਾ ਮਨ ਕੰਮ ਕਰੂਗਾ ਨਾ ਉਹਦਾ ਹੀ ਉਹੀ ਯਥਾਰਥ ਸੱਚ ਹੈਗਾ, ਉਹਨੂੰ ਉਦਾਦੀ। ਹੁਣ ਤੁਹਾਡੀ ਸੁਰਤੀ ਆ, ਤੁਹਾਡੀ ਦੇਖੋ ਤੁਹਾਡੇ ਅੰਤਰਾਕਰਨ ਚ ਜਦੋਂ ਮਨ ਉਲਝ ਜਾਂਦਾ ਹੈ ਵਿਚਾਰਾਂ ਚ, ਤੇ ਇਹ ਕੌਣ ਤੁਹਾਡੇ ਅੰਦਰ ਦੱਸਦਾ ਵਾ ਕਿ ਮਨ ਉਹ ਵਿਚਾਰਾਂ ਚ ਗਵਾਚਿਆ? ਤੁਹਾਡੀ ਸੁਰਤੀ, ਤੁਹਾਡੀ ਚੇਤਨਾ ਦੱਸਦੀ ਹੈ ਤੁਹਾਨੂੰ ਕਿ ਮਨ ਉਲਝਿਆ ਪਿਆ, ਮੱਕੜੀ ਦੇ ਜਾਲੇ ਵਾਂਗੂ ਕਿਸੇ ਵਿਚਾਰ ਦੇ ਪਿੱਛੇ ਘੁੰਮ ਰਿਹਾ, ਕਿਸੇ ਗੱਲ ਦਾ ਚਿੰਤਨ ਕਰਦਾ, ਕਿਉਂਕਿ ਮਨ ਜਾੜਿਆ, ਉਹਦਾ ਚਿੰਤਨ ਵੀ ਜਾੜਿਆ, ਜੜੀ ਪਦਾਰਥਾਂ ਦੇ ਬਾਰੇ ਸੋਚੂਗਾ। ਆਪ ਜੀ ਕੋਈ ਵੀ ਚਿੰਤਨ ਕਰਕੇ ਦੇਖ ਲਿਓ, ਉਹਦੇ ਪਿੱਛੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੀ ਹੋਵੇਗਾ, ਰਾਗ ਤੇ ਦਵੈਸ਼ ਹੋਵੇਗਾ। ਇਹਨਾਂ ਦੇ ਵਿੱਚ ਹੀ ਤੁਹਾਡੇ ਮਨ ਦਾ ਚਿੰਤਨ ਹੈ, ਇਸ ਤੋਂ ਬਾਹਰ ਨਹੀਂ ਕੋਈ ਚਿੰਤਨ ਕਰਦਾ। ਜਦੋਂ ਇਹਨਾਂ ਦਾ ਚਿੰਤਨ ਖਤਮ ਹੋ ਗਿਆ ਤਾਂ ਫਿਰ ਅਨਮਨੀ ਅਵਸਥਾ ਵਾ, ਉੱਥੇ ਮਨ ਨਹੀਂ ਹੋਵੇਗਾ। ਹਾਂਜੀ ਨਿੱਜਰ ਸਾਹਿਬ, ਅਗਲੀ ਤੁਖ ਬਿਲੇ ਬੋਲ ਰਹੇ ਨੇ ਉਹ। ਹਾਂਜੀ ਹਾਂਜੀ। ਇੱਕ ਅਚੰਭਾ ਸੁਣੋ ਭਰਮ ਭਾਈ, ਕਿਤੇ ਭਰਮ ਦੀ ਗੱਲ ਕਰਦੇ ਆ। ਨਹੀਂ, ਇੱਕ ਅਚੰਭਾ ਸੁਣੋ, ਇੱਕ ਅਚੰਭੋ ਸੁਣੋ ਤੁਮ ਭਾਈ, ਤੁਸੀਂ ਸੁਣੋ। ਹਾਂਜੀ, ਤੁਮ ਸੁਣੋ ਭਾਈ। ਹਾਂ, ਕਹਿੰਦੇ ਕਿ ਅਚੰਭੋ ਦਾ ਮਤਲਬ ਕੀ ਹੋਇਆ? ਇੱਕ ਹੈਰਾਨੀ ਵਾਲੀ ਗੱਲ, ਹੈਰਾਨਗੀ ਵਾਲੀ। ਕਹਿੰਦੇ ਦੇਖਤ ਸਿੰਘ ਚਰਾਵਤ ਗਾਏ, ਦੇਖਣ ਨੂੰ ਸ਼ੇਰ ਲੱਗਦਾ ਹੈ ਤੇ ਚਰਾਉਂਦਾ ਗਾਈਆਂ। ਐਸਾ ਕੰਮ ਹੋ ਰਿਹਾ ਵਾ ਜਿਹੜਾ ਪੋਸੀਬਲ ਹੀ ਨਹੀਂ ਆ। ਜਿੱਦਾਂ ਇੱਕ ਸ਼ੇਰ ਤੇ ਗਾਵਾਂ ਦਾ ਸ਼ਿਕਾਰ ਕਰਦਾ, ਪਰ ਉਹ ਗਾਵਾਂ ਚਾਰ ਰਿਹਾ। ਜਿੱਦਾਂ ਮਤਲਬ ਜਿੱਦਾਂ ਮੱਝਾਂ ਨੂੰ ਚਾਰਨ ਵਾਲੇ ਕੁੱਤੇ ਹੁੰਦੇ ਆ, ਡਾਂਗਰੀਆਂ ਨੇ ਰੱਖੇ ਹੁੰਦੇ ਆ, ਉਹ ਕੁੱਤਿਆਂ ਦਾ ਕੰਮ ਨੂੰ ਰੱਖ ਕੇ ਕੁੱਤੇ ਕਹਿੰਦੇ ਆਪਾਂ। ਉਹਨਾਂ ਨੇ ਮੱਝਾਂ ਨੂੰ ਝੁੰਡ 'ਚ ਰੱਖਣਾ ਵਾ, ਬੱਕਰੀਆਂ ਨੂੰ ਝੁੰਡ 'ਚ ਰੱਖਣਾ ਵਾ, ਤੇ ਮੱਝਾਂ ਨੂੰ ਚਰਾਉਣਾ ਵਾ। ਪਰ ਕਹਿੰਦੇ ਇਹ ਜਿਹੜਾ ਕੰਮ ਸ਼ੇਰ ਕਰ ਰਿਹਾ, ਇਹ ਮਤਲਬ ਏਦਾਂ ਹੁੰਦਾ ਨਹੀਂ ਆ, ਪਰ ਏਦਾਂ ਦਾ ਹੋ ਰਿਹਾ। ਹਾਂਜੀ ਨਿੱਜਰ ਸਾਹਿਬ। ਹਾਂ, ਬਸ ਦੇਖ ਲਓ, ਸਹੀ ਆਪਾਂ ਦੇਖ ਲਓ ਵੀ ਹੋ ਕੀ ਰਿਹਾ ਆ। ਕਹਿੰਦੇ ਕਿ ਦੇਖ ਲਓ, ਜੀਵ ਜਿਹੜਾ ਹੈਗਾ ਆਪਣੀਆਂ ਜਿਹੜੀਆਂ ਹੈਗੀਆਂ ਇੰਦਰੀਆਂ ਨੂੰ ਹੀ ਖੁਸ਼ ਕਰ ਰਹੇ ਆ। ਆਪਾਂ ਜੋ ਕੁਝ ਵੀ ਕਰ ਰਹੇ ਹਾਂ, ਮਾਇਆ ਦੇ ਭੋਗ ਵਿਲਾਸ ਜੋ ਚੋਗਾ ਖਿਲ ਰਿਹਾ ਹੋਇਆ ਹੈ, ਇੰਦਰੀਆਂ ਨੂੰ ਜਿਹੜਾ ਹੈਗਾ ਖਵਾਈ ਜਾ ਰਹੇ ਆ ਆਪਣੇ ਕਰਮ ਇੰਦਰੀਆਂ ਨੂੰ ਜਿਹੜਾ ਹੈਗਾ। ਦੇਖੋ ਆਪ ਸਾਧ ਸੰਗਤ ਜੀ, ਆਪ ਰਾਤ ਨੂੰ ਸੌਂਦੇ ਜੋ, ਸਾਰੇ ਆਪਾਂ ਸੌਂਦੇ ਆ, ਚਲੋ ਤੁਸੀਂ ਵੀ ਸੌਂਦੇ, ਮੈਂ ਵੀ। ਆਪ ਅੱਖਾਂ ਬੰਦ ਕਰਕੇ ਦੇਖੋ ਸਾਰਾ ਦਿਨ ਤੁਸੀਂ ਕੀਤਾ ਕੀ ਹੈ, ਵੇਖੋਗੇ ਆਊਟਪੁੱਟ ਕਿੱਥੇ ਸਹੀ ਆ, ਕਿੱਥੇ ਮੈਂ ਗਲਤ ਆ, ਕਿੱਥੇ ਮੈਂ ਵੱਧ ਬੋਲ ਗਿਆ, ਕਿੱਥੇ ਮੈਂ ਘੱਟ ਬੋਲ ਗਿਆ। ਇਹ ਹਰ ਇੱਕ ਬੰਦੇ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ 10 ਮਿੰਟ ਆਪਣੇ ਜੀਵਨ ਦਾ, ਆਪਣੇ ਦਿਲ ਦਾ ਜੋ ਕੰਮ ਕੀਤਾ ਨਾ, ਤੁਸੀਂ 2 ਮਿੰਟ ਲਾਉਣਾ, 5 ਮਿੰਟ 7 ਮਿੰਟ ਫਿਲਮ ਘੁਮਾਓ। ਤੁਹਾਨੂੰ ਖੁਦ ਪਤਾ ਲੱਗੂਗਾ ਕਿ ਕਿਹੜੇ ਜੀਵਨ 'ਚ ਮੈਨੂੰ ਕੰਮ ਕਰਨ ਦੀ ਲੋੜ ਹੈ, ਕਿੱਥੇ ਮੈਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ, ਕਿੱਥੇ ਅੱਜ ਮੇਰੇ ਤੋਂ ਕਮੀ ਰਹਿ ਗਈ ਹੈ। ਦੇਖ ਕੇ ਪਤਾ ਕੀ ਆ, ਇਹ ਜਿਹੜੀ ਇੰਦਰੀਆਂ ਦੀ ਗੱਲ ਕਰਦੇ ਨਾ, ਕਿ ਆੜਾ ਇੰਦਰੀਆਂ ਨੂੰ ਜਿੱਦਾਂ ਮੱਝਾਂ ਗਾਵਾਂ, ਉਹਨੂੰ ਮਨ ਜਿਹੜਾ ਚਰਾਈ ਫਿਰਦਾ ਉਹ ਜਿੱਥੇ ਮਰਜ਼ੀ ਲਈ ਫਿਰਦਾ। ਔਰ ਸੁਰਤੀ ਵਿਚਾਰੀ ਕੀ ਕਰੇ, ਉਹ ਗੁਲਾਮ ਹੈ ਮਨ ਦੀ, ਉਹਨੂੰ ਮਨ ਦੇ ਨਾਲ ਹੀ ਜਾਣਾ ਪੈਂਦਾ। ਬਿਲਕੁਲ। ਪਰ ਮਨ ਦੇ ਅੰਦਰ ਜਦੋਂ ਜਿਗਿਆਸਾ ਪੈਦਾ ਹੋ ਜਾਂਦੀ ਨਾ, ਕਈ ਵਾਰੀ ਮਨ ਮਾਨਿਆ ਤੇ ਹਾਰ ਜਾਣਿਆ। ਜਦ ਤੱਕ ਮਨ ਨਹੀਂ ਨਾ ਮੰਨਦਾ, ਹਾਰ ਨੂੰ ਕੋਈ ਨਹੀਂ ਜਾਣ ਸਕਦਾ। ਕਿ ਮਨ ਜੇ ਭੋਗਾਂ 'ਚ ਬੈਠਾ ਵਾ ਤੇ ਉਹਨੂੰ ਰੱਬ ਕਿਤੋਂ ਚੰਗਾ ਲੱਗਣਾ, ਉਹਨੂੰ ਭੋਗ ਹੀ ਚੰਗੇ ਲੱਗਣੇ ਆ। ਉਹਦੀ ਇੰਦਰੀਆਂ ਨੂੰ ਰਾਸ ਹੀ ਉੱਥੋਂ ਹੋਣਾ। ਹੁਣ ਜਿੱਦਾਂ ਤੁਹਾਡੇ ਕੋਲ ਹੁਣ ਮੇਰਾ ਤੁਸੀਂ ਕੋਈ ਆਪਾਂ ਮੋਬਾਇਲ ਤੇ ਸਿਗਨਲ ਚੁੱਕਦੇ ਆ, ਅਸਕਰ ਟਾਵਰ ਤੇ ਮਿਲਣਾ ਚਾਹੀਦਾ ਨਾ, ਸੇਮ ਹੀ ਕੰਪਨੀ ਦਾ। ਉਹ ਟਾਵਰ ਤੇ ਉਹ ਲਾਈਕ ਨਹੀਂ ਕਰਦੇ। ਦੂਜੇ ਕਿੰਨੇ ਸਿਗਨਲ ਆਉਂਦੇ ਆ, ਆਪਣਾ ਮੋਬਾਇਲ ਥੋੜੀ ਉਹਨਾਂ ਨੂੰ ਚੁੱਕਦਾ ਨਾ। ਉਹ ਦੋਨੋਂ ਸਾਈਡ ਤੇ ਕਮਿਊਨੀਕੇਸ਼ਨ ਹੋਣਾ ਚਾਹੀਦਾ। ਇਹ ਨਹੀਂ ਕਿ ਟਾਵਰ ਕੇ ਮੋਬਾਇਲ ਤੇ ਜ਼ਬਰਦਸਤੀ ਵੜ ਜੂਗਾ। ਹਾਂ, ਇਹੋ ਗੱਲ ਇੱਥੇ ਕਹਿ ਰਹੇ ਨੇ ਕਿ ਉਹ ਜਿਹੜਾ ਅੰਦਰ ਦਾ ਮਨ ਆ, ਜਿਹੜਾ ਉਹ ਚੱਲ ਰਿਹਾ ਹੈ, ਉਹ ਰਸਮ ਦੇ ਰੂਪ ਚ ਉਹ ਇੰਦਰੀਆਂ ਚ ਖੁਸ਼ ਆ, ਪਰ ਇੰਦਰੀਆਂ ਦੇ ਭੋਗਾਂ ਚ ਖੁਸ਼ ਕਰਦੇ ਆ, ਤੇ ਉਹ ਇੱਥੇ ਉਲਝਿਆ ਪਿਆ। ਹੁਣ ਮਨ ਤੇ ਵੇਖ ਲਓ, ਮਨ ਤੁਹਾਡਾ ਕੀ ਕਰ ਰਿਹਾ। ਮਨ ਤੇ ਤੁਹਾਨੂੰ ਖਿੱਚੀ ਫਿਰਦਾ,
ਪਰ ਇਹ ਰਾਤ ਨੂੰ ਤੁਸੀਂ ਆਉਣਾ ਜਦੋਂ, ਉਸ ਤੋਂ 10 ਮਿੰਟ ਅੱਖਾਂ ਬੰਦ ਕਰਕੇ ਅੰਤਰ ਧਿਆਨ ਹੋ ਕੇ ਦੇਖਣਾ ਹੈ ਕਿ ਕਿੱਥੇ ਕਿੱਥੇ ਮਨ ਮੈਨੂੰ ਲੈ ਗਿਆ ਅੱਜ। ਔਰ ਜਿਵੇਂ ਜਿਵੇਂ ਤੁਸੀਂ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਨਾ, ਤੁਹਾਡੀ ਜ਼ਿੰਦਗੀ 'ਚ ਪਰਿਵਰਤਨ ਹੋਣ ਡਿਆ ਪਏਗਾ, ਆਪਣੇ ਆਪ ਹੋਊਗਾ, ਕੋਈ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ। ਪਰ ਪ੍ਰੋਬਲਮ ਤੇ ਇਹ ਆ ਕਿ ਸਾਨੂੰ ਸਾਰੀ ਦੁਨੀਆ ਦਾ ਪਤਾ ਹੈ, ਸਾਨੂੰ ਇਹ ਪਤਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਕਿੰਨੇ ਮੇਅਰ ਨੇ, ਕਿਹੜਾ ਇਸ ਟਾਈਮ ਡਿਪਟੀ ਮੇਅਰ ਆ, ਇੱਥੇ ਮੇਅਰ ਕੌਣ ਆ, ਪੁਲਿਸ ਦੇ ਵਿੱਚ ਕਿੰਨੇ ਮੁਲਾਜ਼ਮ ਨੇ, ਹਰ ਇੱਕ ਦਾ ਪਤਾ, ਆਂਢ ਗੁਆਂਢ ਕੀ ਹੋ ਰਿਹਾ ਵਾ, ਗਲੀ 'ਚ ਕਿੰਨੇ ਘਰ ਨੇ, ਕਿੰਨੇ ਲੋਕ ਕਿੱਥੇ ਕਿੱਥੇ ਰਹਿੰਦੇ ਨੇ। ਪਰ ਬੰਦੇ ਨੂੰ ਲੋਕਾਂ ਦੀਆਂ ਵੀ ਪਤਾ ਕਿ ਲੋਕਾਂ ਦੇ 'ਚ ਫਲਾਣਾ ਫਲਾਣਾ ਉਗਣੇ। ਪਰ ਬੰਦੇ ਦੀ ਇੱਕ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਆ ਕਿ ਬੰਦੇ ਨੂੰ ਆਪਣੇ ਬਾਰੇ ਕੁਝ ਨਹੀਂ ਪਤਾ ਹੁੰਦਾ। ਜਦ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਤੇ ਸਾਨੂੰ ਆਪਣੇ ਬਾਰੇ ਗਿਆਨ ਹੋਣਾ ਚਾਹੀਦਾ। ਬੰਦੇ ਨੂੰ ਆਪਣੇ ਬਾਰੇ ਦੁੱਖੀ ਤੇ ਨਹੀਂ ਪਤਾ ਹੁੰਦਾ। ਬੰਦਾ ਆਪਣੇ ਆਪ ਤੋਂ ਹੁਣ ਬੰਦਾ ਆਪਣੇ ਆਪ ਤੋਂ ਇੱਕਦਮ ਅਣਜਾਣ ਹੁੰਦਾ। ਇਸ ਕਰਕੇ ਇਹ ਜਾਣਨ ਦੀ ਕਿਤੇ ਕੋਸ਼ਿਸ਼ ਨਹੀਂ ਕਰਦਾ ਨਿੱਜਰ ਸਾਹਿਬ। ਤੇ ਉਹ ਵੇਖ ਲਓ ਹੁਣ ਜਿਹੜਾ ਬੰਦੇ ਨੇ ਆਪਣੇ ਆਪ ਨੂੰ ਜਾਣਿਆ ਹੀ ਨਹੀਂ ਹੈ, ਜਿੱਦਾਂ ਮੰਨ ਲਓ ਉਹਨੇ ਕੋਸ਼ਿਸ਼ ਨਹੀਂ ਕੀਤੀ, ਤੇ ਉਹ ਫਿਰ ਦੇਖੋ ਉਹ ਬੰਦੇ ਨੂੰ, ਬੰਦਾ ਕਿੱਥੋਂ ਮੁਕਤ ਹੋਊਗਾ। ਆਪ ਜਿੱਦਾਂ ਦੇਖੋ, ਆਪ ਹੀ ਆਪਾਂ ਚੇਲੇ ਆ, ਆਪ ਹੀ ਆਪਣੇ ਗੁਰੂ ਆ। ਤੇ ਜੇਕਰ ਅਸੀਂ ਆਪਣੇ ਆਪ ਨੂੰ ਮੋਨੀਟਰ ਹੀ ਨਹੀਂ ਕਰ ਰਹੇ, ਅਸੀਂ ਤਾਂ ਬਸ ਹੁਣ ਆ ਮਨ ਜਿੱਦਾਂ ਕਹਿ ਰਿਹਾ ਵਾ, ਜਿੱਦਾਂ ਭੇਡਾਂ ਨੂੰ ਸ਼ੇਰ ਲਈ ਫਿਰਦਾ ਬੱਕਰੀਆਂ ਨੂੰ, ਤੇ ਉਹ ਚਾਰੀ ਜਾਣਦੇ ਆ, ਫਿਰ ਚਾਰੀ ਤੇ ਜਾਣ ਹੀ ਦਿਆ। ਪਰ ਆਪਾਂ ਤੇ ਇਹ ਵੀ ਤੇ ਵੇਖੀਏ ਨਾ, ਕਿਤੇ ਉਹ ਜਿਹੜਾ ਸ਼ੇਰ ਆ ਕਿਤੇ ਗਲਤ ਜਗ੍ਹਾ ਤੇ ਨਹੀਂ ਭੇਡਾਂ ਨੂੰ ਲਈ ਫਿਰਦਾ। ਤੇ ਉਹਦਾ ਪਤਾ ਕਿੱਦਾਂ ਲੱਗੂਗਾ? ਉਹਦਾ ਤੇ ਪਤਾ ਤਾਂ ਲੱਗਣਾ ਕਿ ਜਦੋਂ ਰਾਤੀ ਆਪਾਂ 10-15 ਮਿੰਟ ਆਸਣ ਲਾ ਕੇ ਆਪਣੇ ਅੰਤਰ ਧਿਆਨ ਹੋ ਕੇ ਆਪਣੇ ਸਾਰੇ ਦਿਨ ਦੀ ਕਾਰਵਾਈ ਦੇਖੀ, ਤੇ ਤੁਹਾਨੂੰ ਪਤਾ ਲੱਗ ਜਾਣਾ ਕਿ ਕਿਹੜੇ ਕਿਹੜੇ ਕੰਮ ਜਿਹੜੇ ਮੈਂ ਗਲਤ ਕੀਤੇ ਆ, ਤੇ ਜਿਹੜੇ ਆਪਾਂ ਗਲਤ ਕੀਤੇ ਉਹਨਾਂ ਨੂੰ ਦਰੁਸਤ ਕਰਨਾ। ਥੋੜਾ ਤੋਂ ਦੀ ਮਿਹਨਤ ਕਰਨੀ ਪੈਣੀ ਆ, ਕਿਉਂਕਿ ਇਹ ਦੇਖੋ, ਇਹ ਪਤਾ ਕੀ ਆ, ਆਪਾਂ ਸਾਰੇ ਸ਼ੂਦਰ ਹੀ ਪੈਦਾ ਹੁੰਦੇ ਆ। ਨਿੱਜਰ ਸਾਹਿਬ ਉਹ ਚਾਰ ਬੋਲ ਦੋ, ਕਿਹੜਾ ਸ਼ੂਦਰ? ਬ੍ਰਾਹਮਣ ਬੋਲ ਦੋ। ਹਾਂਜੀ, ਬ੍ਰਾਹਮਣ, ਛਤਰੀ, ਵੈਸ਼ ਤੇ ਸ਼ੂਦਰ। ਤੇ ਵੈਸ਼, ਹਾਂਜੀ, ਬ੍ਰਾਹਮਣ, ਛਤਰੀ, ਵੈਸ਼ ਤੇ ਸ਼ੂਦਰ। ਹਾਂ ਠੀਕ ਹੈ। ਹੁਣ ਆਪਾਂ ਹੈਗੇ ਆ ਸ਼ੂਦਰ। ਬੱਚਾ ਕੋਈ ਵੀ ਪੈਦਾ ਹੁੰਦਾ ਨਾ, ਸ਼ੂਦਰ ਹੀ ਪੈਦਾ ਹੁੰਦਾ। ਅਨਘੜਿਆ ਹੀਰਾ ਵਾ, ਅਨਘੜਿਆ ਮੂਰਤੀ ਹੈ, ਅੰਨ ਤਰਾਸ਼ਿਆ ਇੱਕਦਮ। ਔਰ ਜਿਹੜੀ ਇੱਕ ਮੇਨ ਚੀਜ਼ ਹੁੰਦੀ ਹੈ ਨਾ, ਦੇਖੋ ਪਤਾ ਕੀ ਹੈ, ਇਹਦੇ ਚ ਮੇਨ ਚੀਜ਼ ਹੈਗੀ ਹੈ, ਇਹਨੂੰ ਤਰਾਸ਼ਣਾ ਹੀ ਪੈਣਾ। ਕਬੀਰ ਜੀ ਕਹਿ ਨਹੀਂ ਸਕਦੇ ਕਿ ਉਹ ਹਰਕਤ ਜਿਹੜਾ ਔਰ 10ਵੇਂ ਭਾਗ ਹੈ ਰਾਈ, ਮੁਕਤੀ ਦਾ ਦਵਾਰ ਬਹੁਤ ਬਰੀਕ ਹੈ। ਬਿਲਕੁਲ, ਕਬੀਰ ਮੁਕਤ ਦੁਆਰਾ ਸੰਕੁਰਾ ਰਾਈ 10ਵੇਂ ਪਾਏ, ਮਨ ਤੋਂ ਮੈਗਲ ਹੋਏ ਰਹੋ, ਨਿਕਸਿਓ ਕਿਉਂ ਕਰ ਜਾਏ। ਹਾਂ, ਤੇ ਹੁਣ ਜਿਹੜਾ ਮਨ ਆ, ਮਨ ਤੇ ਇੰਦਰੀਆਂ ਤੇ ਭੋਗਾਂ ਚ ਬੜਾ ਉਲਝਿਆ ਹੋਇਆ ਔਰ ਏਡਾ ਵਿਸ਼ਾਲ ਹੋ ਗਿਆ, ਕਿਉਂਕਿ ਇਹ ਤੇ ਪੱਥਰ ਇਹਨੇ ਹੋਰ ਜੁੜੇ, ਪਹਿਲਾਂ ਹੀ ਪੱਥਰ ਲੱਗੇ ਸੀ, ਹੋਰ ਇਹਨੇ ਹੋਰ ਜੋੜ ਲਿਆ। ਕਿੱਥੋਂ ਲੰਘੂਗਾ ਹੁਣ? ਕੀਤਾ ਕਿਹੜਾ ਪੱਥਰ ਲਾਇਆ? ਕਾਮ ਦਾ ਲਾਇਆ, ਕ੍ਰੋਧ ਦਾ ਲਾਇਆ, ਲੋਭ ਦਾ ਲਾਇਆ, ਮੋਹ ਦਾ ਲਾਇਆ, ਜਾਂ ਹੰਕਾਰ ਦਾ ਲਾਇਆ। ਉੱਥੇ ਜਿਹੜਾ ਬੰਦਾ ਉਹੀ ਲੰਘ ਸਕਦਾ ਹੈ ਜਿਹਨੇ ਆਪਣੇ ਆਪ ਨੂੰ ਤਰਾਸ਼ ਲਿਆ। ਧਿਆਨ ਸਿਮਰਨ ਦਾ ਮਤਲਬ ਹੈ ਆਪਣੇ ਆਪ ਨੂੰ ਤਰਾਸ਼ਣਾ, ਆਪਣੇ ਅੰਦਰੋਂ ਇੱਕ ਮੂਰਤੀ ਤਿਆਰ ਕਰਨੀ ਆ। ਔਰ ਮੂਰਤੀਕਾਰ ਵੀ ਅਸੀਂ ਆ, ਪੱਥਰ ਵੀ ਅਸੀਂ ਆ, ਘੜਨ ਵਾਲੇ ਵੀ ਅਸੀਂ ਆ, ਜਿਹੜਾ ਘੜ ਰਿਹਾ ਉਹ ਵੀ ਅਸੀਂ ਆ, ਜਿਹਨੂੰ ਘੜਨਾ ਉਹ ਵੀ ਅਸੀਂ ਆ। ਤੇ ਟੈਕਨੀਕ ਜਿਹੜੀ ਹੈਗੀ, ਉਹ ਜਿਹੜੀ ਹੈ ਬ੍ਰਹਮ ਗਿਆਨੀਆਂ ਤੋਂ ਟੈਕਨੀਕ ਲੈ ਲੈਣੀ, ਆਪਾਂ ਨੇ ਬ੍ਰਹਮ ਗਿਆਨ ਤੋਂ ਟੈਕਨੀਕ ਲੈਣੀ। ਤੇ ਆ ਸੰਗਤ ਵਿੱਚ ਬਹਿ ਕੇ ਆਪਾਂ ਕੀ ਕਰ ਰਹੇ ਆ, ਆ ਜਿਹੜੇ ਬ੍ਰਹਮ ਗਿਆਨੀ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਉਹ ਦੱਸ ਰਹੇ ਨੇ ਕਿ ਕਿਹੜਾ ਕਿਹੜਾ ਪੱਥਰ ਲਾਉਣਗੇ। ਬਿਲਕੁਲ ਸਹੀ ਗੱਲ। ਓਕੇ, ਹਾਂ, ਉਹਨਾਂ ਪੱਥਰ ਤੁਹਾਡੇ ਸਾਹਮਣੇ ਦੱਸਣ ਦੇ। ਹੁਣ ਆਹ ਦੱਸਣ ਦੇ ਆ, ਪਹਿਲੀ ਗੱਲ ਤੇ ਉਹ ਕਹਿੰਦੇ ਆ ਕਿ ਤੂੰ ਮੰਨਦਾ ਨਹੀਂ ਆ, ਤੂੰ ਤੇ ਮੰਨਦਾ ਹੀ ਨਹੀਂ ਆ ਕਿ ਮੈਂ ਕੋਈ ਜੀਵ ਆ, ਮੈਂ ਧਰਤੀ ਤੇ ਆਇਆ ਵਾਂ, ਮੈਂ ਇੱਥੇ ਰਹਿੰਦਾ ਪਿਆ ਵਾਂ। ਤੂੰ ਸੋਚਦਾ ਹੀ ਨਹੀਂ। ਉਹ ਕੀ ਤੂੰ ਚੰਗੇ ਸਾਇੰਟਿਸਟ ਨਹੀਂ ਸੋਚ ਸਕਦੇ? ਇਹ ਇੱਕ ਮਾਇਆ ਕਿਤੇ ਐਵੇਂ ਕਿਤੇ ਮਾਇਆ ਮੋਹਣੀ ਬਿਨ ਦੱਤਾ ਜੱਗ ਖਾਇਆ। ਮਾਇਆ ਤੇ ਏਡੀ ਮੋਹਣੀ ਆ, ਦੰਦ ਨਹੀਂ ਹੈਗੇ, ਜੱਗ ਨੂੰ ਖਾ ਲੈਂਦੀ ਹੈ। ਬਿਲਕੁਲ। ਔਰ ਕਿਉਂਕਿ ਮਾਇਆ ਤੋਂ ਬਿਨਾਂ ਪ੍ਰਕਿਰਤੀ ਚੱਲ ਨਹੀਂ ਸਕਦੀ। ਪ੍ਰਕਿਰਤੀ ਦਾ ਮਤਲਬ ਕੀ ਆ? ਪ੍ਰਪੰਚ ਸਾਡਾ ਦਿਖਦਾ ਪਿਆ। ਔਰ ਇੰਨਾ ਇਹਦਾ ਪੈਂਤੜੇ ਜਿਹੜੇ ਮਜ਼ਬੂਤ ਆ ਨਾ,
ਆਪ ਜਸਟ ਸੋਚੋ, ਇਹਦਾ ਧਾ ਜਿਹੜਾ ਨਾ ਫੇਲ ਨਹੀਂ ਜਾਂਦਾ। ਇਹਨੇ ਜਿਹੜੀ ਵੀ ਮੋਹਰਾ ਚੱਲਿਆ ਨਾ ਸ਼ਤਰੰਜ ਦਾ, ਉਹਨੂੰ ਚੈਲੰਜ ਕਰਨਾ ਮਜ਼ਾਕ ਨਹੀਂ ਆ, ਕੋਈ ਬੱਚੇ ਦਾ ਖੇਲ ਨਹੀਂ ਆ। ਇਸ ਲਈ ਬਾਰ-ਬਾਰ ਬਾਣੀ ਕਹਿੰਦੀ ਸੰਗਤ ਦੇ ਵਿੱਚ ਰਹਿਣਾ ਹੈ। ਤੂੰ ਕੱਲਾ ਮਾੜਾ ਜਿਹਾ ਗਿਆ, ਨਾਲ ਹੀ ਅਗਨੇ ਤੈਨੂੰ ਚਿੱਤ ਕਰ ਦੇਣਾ ਪਹਿਲਵਾਨ ਨੂੰ। ਇਸ ਕਰਕੇ ਸੰਗਤ ਜਿਹੜੀ ਬੜੀ ਜ਼ਰੂਰੀ ਆ। ਔਰ ਤੈਨੂੰ ਸਾਰਾ ਸ਼ਬਦ ਬ੍ਰਹਮ ਜਿਹੜਾ ਨਾ ਅਪਾਰਾ ਵਿਦਿਆ ਉਹ ਲੈਣੀ ਪਊਗੀ, ਉਸ ਸੰਗਤ ਚ ਬਹਿ ਕੇ ਲੈਣੀ ਪਊਗੀ। ਤੇਰੇ ਅੰਦਰ ਗਿਆਨ ਪੈਦਾ ਹੋਊਗਾ, ਉਸੇ ਗਿਆਨ ਨੇ ਤੇਰੇ ਕੰਮ ਆਉਣਾ ਹੈ। ਔਰ ਕੰਮ ਕਿੱਥੇ ਆਉਣਾ? ਹਰ ਦਿਨ ਆਉਣਾ ਹੈ। ਹੁਣ ਤੂੰ ਸਵੇਰੇ ਉੱਠ ਜਾ, ਉੱਠ ਕੇ ਤੇਰਾ ਦਿਲ ਕੀਤਾ ਝੂਠ ਬੋਲਣ ਨੂੰ, ਤੇ ਜੇ ਤੇਰੇ ਅੰਦਰ ਸੰਗਤ ਦਾ ਗਿਆਨ ਹੈਗਾ, ਤੇਰਾ ਗੁੱਟ ਫੜ ਲੈਣਾ ਅਗਲੇ ਨੇ। ਹੁਣ ਤੁਸੀਂ ਕੋਈ ਬੰਦਾ ਖੂਹ ਚ ਛਾਲ ਮਾਰਨ ਲੱਗੇ, ਆਪਾਂ ਤਾਂ ਗੁੱਟ ਫੜ ਲਈਏ, ਉਹ ਮਾਰੂਗਾ ਛਾਲ? ਨਹੀਂ, ਉਹਨੂੰ ਰੋਕ ਲਾਂਗੇ ਆਪਾਂ। ਹੁਣ ਤੁਸੀਂ ਤੁਹਾਡਾ ਦਿਲ ਕੀਤਾ ਝੂਠ ਮਾਰਨ ਨੂੰ, ਤੇ ਤੁਹਾਡੇ ਅੰਦਰ ਮੰਨ ਲਓ ਕੋਈ ਬਾਣੀ ਦੀ ਜਾਂ ਸੰਗਤ ਦੀ ਇੱਕ ਦੋ ਤੁਕ ਆ ਗਈ ਆ, ਸਮਝ ਲਓ ਤੁਹਾਡੀ ਕਿਸੇ ਬਾਂਹ ਫੜ ਲਈ ਹੈ। ਬਿਲਕੁਲ। ਜੇ ਤੁਸੀਂ ਸੰਗਤ ਹੀ ਨਹੀਂ ਕੀਤੀ, ਤੁਹਾਡੀ ਬਾਂਹ ਕਿਹਨੇ ਫੜਨੀ? ਦੱਸੋ ਮੈਨੂੰ। ਇੱਥੇ ਕੰਮ ਚੱਲਣ ਦਿਆ। ਤੇ ਇਸ ਕਰਕੇ ਇਹ ਸੰਗਤ ਬੜੀ ਇੰਪੋਰਟੈਂਟ ਆ। ਔਰ ਸੰਗਤ ਕੀ ਕਰਦੀ? ਹੁਣ ਦੇਖੋ ਸਾਡੇ ਅੰਦਰ ਪਤਾ ਕੀ ਆ, ਸਾਡੇ ਅੰਦਰ ਅਸੀਂ ਪਾਣੀ ਦੇ ਵਾਂਗੂ ਆ। ਹੁਣ ਬਰਫ਼ ਦੇ ਸਾਂਚੇ 'ਚ ਜਿਹੋ ਜਿਹਾ ਪਾ ਕੇ ਪਾਣੀ ਪਿਘਲਾ ਕੇ ਜਿਹੜੇ ਮਰਜ਼ੀ ਸਾਂਚੇ 'ਚ ਪਾ ਕੇ ਤੁਸੀਂ ਉਹੀ ਰੂਪ ਨੂੰ ਧਾਰਨ ਕਰ ਸਕਦੇ ਜੀ। ਪਰ ਇਹ ਮਰਜ਼ੀ ਸਾਡੀ ਆਪਣੀ ਆ। ਪਰਮਾਤਮਾ ਵੀ ਸਾਡੀ ਉਦੋਂ ਹੀ ਮਦਦ ਕਰ ਸਕਦਾ ਹੈ ਜਦੋਂ ਅਸੀਂ ਹੱਥ ਖੜਾ ਕਰਦੇ ਹਾਂ। ਆਪ ਜਸਟ ਦੇਖੋ, ਆ ਜਿਹੜੇ ਸ਼ੋਅ ਚੱਲਦੇ ਨੇ, ਸ਼ੋਅ ਦੇ ਵਿੱਚ ਉਹ ਕਹਿੰਦੇ ਆ ਕਿ ਆ ਸਟੇਜ ਤੇ ਨੱਚਣ ਵਾਸਤੇ ਸਾਨੂੰ ਬੰਦੇ ਚਾਹੀਦੇ ਆ, ਪਰ ਉੱਥੇ ਬੈਠੇ ਤਾਂ ਹਜ਼ਾਰਾਂ ਹੀ ਹੁੰਦੇ ਆ। ਪਰ ਉਹ ਕਹਿੰਦੇ ਕਿ ਜਿੰਨੇ ਵੀ ਇੱਥੇ ਪਾਰਟਿਸਿਪੇਟ ਕਰਨਾ, ਹੱਥ ਖੜੇ ਕਰੋ। ਜਿਹੜਾ ਹੱਥ ਖੜਾ ਕਰਦਾ ਉਹਨੂੰ ਸੱਦ ਲੈਂਦੇ ਆ, ਜਿਹਨੇ ਹੱਥ ਨਹੀਂ ਖੜਾ ਕੀਤਾ ਨਿਜਰ ਸਾਹਿਬ, ਉਹਨੂੰ ਕੋਈ ਸੱਦਦਾ ਨਾ। ਇਹੋ ਹਿਸਾਬ ਇੱਥੇ ਆ। ਮਾਇਆ ਤੋਂ ਜਿਸ ਮੁਕਤ ਹੋਣਾ ਚਾਹੁੰਦਾ, ਬਸ ਹੱਥ ਖੜਾ ਕਰ ਲਓ। ਬਸ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰੋ। ਸਭ ਤੋਂ ਪਹਿਲੀ ਗੱਲ ਤੇ ਆ, ਬੰਦਾ ਮੰਨਦਾ ਥੋੜੀ ਪਰਮਾਤਮਾ ਹੈਗਾ। ਇਹ ਬੜਾ ਵੱਡਾ ਸਵਾਲ ਆ। ਆ ਜਿਹੜਾ ਧਾਰਮਿਕ ਸਥਾਨਾਂ ਤੇ ਜਾਣਾ, ਇਹ ਇੱਕ ਅਲੱਗ ਕਿਸਮ ਦਾ ਪਰਮਾਤਮਾ ਹੈ। ਉਹ ਨਹੀਂ ਪਰਮਾਤਮਾ, ਉਹ ਪਰਮਾਤਮਾ ਦੇ ਤੁਹਾਡੇ ਅੰਦਰ ਬੈਠਾ। ਉਹਨੂੰ ਮੰਨਣਾ ਕਾਫੀ ਵੱਡੀ ਗੱਲ ਆ। ਉਹ ਫਿਰ ਉਹਨੂੰ ਮੰਨ ਲਿਆ ਤੇ ਫਿਰ ਤੇ ਸਮਝ ਲਓ ਪ੍ਰੋਸੈਸ ਸ਼ੁਰੂ ਹੋ ਗਿਆ, ਬੜਾ ਵੱਡਾ ਕੰਮ ਹੋ ਗਿਆ। ਇਹ ਜਿਹੜਾ ਬਾਹਰਲਾ ਪਰਮਾਤਮਾ ਜਿਹੜਾ ਆਪਾਂ ਲੋਕਾਂ ਨੇ ਧਾਰਮਿਕ ਸਥਾਨਾਂ ਤੇ ਬਣਾਤੇ ਹੈ, ਇਹ ਪਰਮਾਤਮਾ ਜਿਹੜਾ ਹੈ ਬੜਾ ਆਸਾਨ ਹੈ। ਮੱਥਾ ਟੇਕਿਆ, ਪ੍ਰਸ਼ਾਦ ਚੜਾਇਆ, 2-4 ਮਿੰਟ ਉੱਤੇ ਕਰ ਲਈ ਕਾਰਵਾਈ, ਮੁੜ ਕੇ ਘਰੇ ਆ ਕੇ ਸਾਰਾ ਦਿਨ ਦੁਕਾਨ ਤੇ ਠੱਗੀਆਂ ਮਾਰਦੇ ਰਹੇ। ਪਰ ਜਿਹੜਾ ਦੂਜਾ ਪਰਮਾਤਮਾ, ਭਾਈ ਸਾਹਿਬ ਜੀ, ਉਹ ਪਰਮਾਤਮਾ ਦੀ ਹੋਂਦ ਤੁਸੀਂ ਉਹਨੇ ਕੁਝ ਕਿਹਾ ਸੀਗਾ, ਪਰਮਾਤਮਾ ਦੀ ਹੋਂਦ ਤੋਂ ਭਾਵ ਕੀ ਆ? ਪਰਮਾਤਮਾ ਤੇ ਇਹ ਹੋਂਦ ਹੈ ਕਿ ਆਤਮਾ ਹੀ ਆ, ਸਰਵ ਵਿਆਪਕ ਪਰਮਾਤਮਾ ਹੈ। ਇਹ ਨਹੀਂ ਕਿ ਅਸੀਂ ਉਹਨੂੰ ਕਿਸੇ ਧਾਰਮਿਕ ਸਥਾਨ ਦੇ ਨਾਲ ਇਹ ਨਹੀਂ ਬਣ ਸਕਦੇ ਕਿ ਇੱਥੇ ਹੀ ਪਰਮਾਤਮਾ ਹੈ। ਪਰਮਾਤਮਾ ਮਤਲਬ ਤੁਹਾਡਾ ਆਪਾਂ ਹੈ ਜਿਹੜੀ ਆ ਤੁਹਾਨੂੰ ਦਿਖਦਾ ਪਿਆ ਨਾ, ਇਹ ਸਾਰਾ ਪਰਮਾਤਮਾ ਹੀ ਆ। ਇੱਥੇ ਤੁਸੀਂ ਮੈਂ ਜਾਂ ਤੁਸੀਂ ਕੋਈ ਅਲੱਗ ਨਹੀਂ ਹੈਗੇ। ਫਿਰ ਪਰਮਾਤਮਾ ਜੇ ਆਪਾਂ ਮੰਨਦੇ ਆ ਤੇ ਆਪਾਂ ਪਰਮਾਤਮਾ ਦੇ ਵਿੱਚ ਹੀ ਹੈਗੇ ਆ। ਠੀਕ ਹੈ। ਕੋਈ ਉਹਨੂੰ ਆਪਾਂ ਲਿਮਿਟਡ ਨਹੀਂ ਕਰ ਸਕਦੇ। ਲਿਮਿਟ ਦਾ ਮਤਲਬ ਇਹ ਨਹੀਂ ਕਿ ਆਪਾਂ ਉੱਥੇ ਗੁਰਦੁਆਰੇ ਮੰਦਿਰ ਚ ਜਾਂ ਮਸਜਿਦ ਚ ਬਣਾ ਦਈਏ, ਮੁੜ ਕੇ ਇੱਥੇ ਘਰੇ ਆ ਕੇ ਆਪਾਂ ਦੂਜਾ ਕੰਮ ਸ਼ੁਰੂ ਕਰ ਦਈਏ। ਪਰਮਾਤਮਾ ਨੂੰ ਮੰਨਣਾ ਉਹ ਕਾਫੀ ਵੱਡੀ ਗੱਲ ਆ ਕਿ ਉਹਨੂੰ ਤੁਸੀਂ ਕਮਰੇ 'ਚ ਬੈਠੇ, ਤੁਹਾਡੇ ਲਾਗੇ ਕੋਈ ਵੀ ਨਹੀਂ ਹੈਗਾ, ਪਰ ਤੁਹਾਡੇ ਅੰਦਰ ਵਿਚਾਰ ਵੀ ਪੜ ਰਿਹਾ ਹੋ, ਉਸ ਪਰਮਾਤਮਾ ਦੀ ਮੈਂ ਗੱਲ ਕਰਦਾ। ਹਾਂਜੀ ਨਜਰ ਸਾਹਿਬ, ਅੱਗੇ ਇਹੀ ਗੱਲ ਕਬੀਰ ਜੀ ਕਹਿ ਰਹੇ, ਕਹਿੰਦੇ ਪ੍ਰੋਬਲਮ ਤਾਂ ਆਹੀ ਹੈਗੀ ਨਾ ਭਾਈ, ਜਲ ਕੀ ਮਛਲੀ ਤਰਵਰੇ ਵਿਆਈ। ਕਹਿੰਦੇ ਹੁਣ ਦੇਖੋ, ਹੈ ਮੱਛੀ ਪਾਣੀ ਦੀ ਮੱਛੀ ਆ। ਔਰ ਪਾਣੀ ਕੀ ਹੈਗਾ? ਪਾਣੀ ਹੈਗੀ ਸਾਧ ਸੰਗਤ, ਬ੍ਰਹਮ ਗਿਆਨ। ਉਹ ਲੈਣਾ ਨਹੀਂ, ਉਹ ਪਾਣੀ ਚੋਂ ਨਿਕਲ ਜਾਣਾ। ਹੁਣ ਮਛਲੀ ਪਾਣੀ ਚੋਂ ਕੱਢ ਦੋ ਤੁਸੀਂ, ਔਰ ਦਰਖਤ ਦੇ ਉੱਤੇ ਚੜਾ ਦੋ ਮਛਲੀ ਨੂੰ, ਉਹ ਜਿੰਦਾ ਰਹਿ ਜੂਗੀ ਮਛਲੀ। ਕਹਿੰਦੇ ਜਲ ਕੀ ਮਛਲੀ ਤਰਵਰੇ ਵਿਆਈ। ਕਹਿੰਦੇ ਤਰਵਰ ਦੇ ਦਰਖਤ ਦੇ ਉੱਤੇ ਚੜੀ ਹੋਈ ਹੈ। ਔਰ ਆਹ ਦਰਖਤ ਤੋਂ ਇੱਧਰੋਂ ਉੱਧਰ ਬਸ ਜਿਹੜੀਆਂ ਹੈਗੀਆਂ ਇਸ ਤਰੀਕੇ ਦੇ ਨਾਲ ਟਪੂਸੀਆਂ ਮਾਰ ਰਹੀ ਹੈ। ਇਹ ਮਾਇਆ ਦੇ ਪਿੱਛੇ ਜਿਹੜੀ ਹੈ, ਵਾਸਨਾਵਾਂ ਦੇ ਪਿੱਛੇ ਜਿਹੜੀ ਹੈਗੀ ਆ, ਇਹ ਚੋਗੇ ਦੇ ਪਿੱਛੇ। ਜਲ ਕੀ ਮਛਲੀ ਤਰਵਰੇ ਵਿਆਈ, ਦੇਖਤ ਕੁਤਰਾ ਲੈ ਗਈ ਬਿਲਾਈ। ਕਿ ਕਿਉਂ ਹੋ ਗਿਆ? ਕਹਿੰਦੇ ਬਸ ਇਹ ਜਿਹੜੀ ਹੈਗੀ, ਇਹ ਬਿੱਲੀ ਜਿਹੜੀ ਹੈਗੀ, ਇਹਦੇ ਅੰਦਰ ਤ੍ਰਿਸ਼ਨਾ ਦੀ ਬਿੱਲੀ ਹੈਗੀ। ਇਹ ਪਦਾਰਥ ਚੋਗਾ ਜੋ ਖਿਲ ਰਿਹਾ ਹੋਇਆ, ਸਵਾਦ ਜਿਹੜੇ ਅੱਖਾਂ ਦੇ, ਜਿਹੜੇ ਇੰਦਰੀ ਦੇ, ਜੀਵ ਦੇ, ਕੰਨਾਂ ਦੇ, ਸਾਰੇ ਕਿੰਨੇ ਚੋਗੇ, ਤਰ੍ਹਾਂ ਦੇ ਚੋਗੇ ਖਿਲਾਰੇ ਮਾਲਕ ਨੇ। ਆਈ ਤਾਂ ਖੇਡ ਹੈਗੀ ਆ। ਕਹਿੰਦੇ ਬਸ ਉਹਨੂੰ ਦੇਖ ਕੇ ਚੋਗੇ ਨੂੰ ਇੰਨੀ ਤ੍ਰਿਸ਼ਨਾ ਆ ਗਈ ਹੈ, ਤ੍ਰਿਸ਼ਨਾ ਰੂਪ ਬਿੱਲੀ ਲੈ ਗਈ। ਔਰ ਉਹ ਜਿਹੜਾ ਸੰਤੋਖ ਸੀਗਾ ਇਹਦੇ ਅੰਦਰ, ਸੰਤੋਖ ਕਰਨਾ ਸੀਗਾ, ਵਿਚਾਰਨਾ ਸੀ, ਉਹ ਹੈ ਨਹੀਂਗਾ ਹੁਣ
ਸੰਤੋਖ ਨੂੰ ਤਾਂ ਉਹ ਬਿੱਲੀ ਲੈ ਗਈ ਨਾਲ, ਉਹ ਤਾਂ ਵਿਚਾਰਾ ਛੋਟਾ ਜਿਹਾ ਸੀਗਾ, ਬੱਚੂ ਜਿਹਾ, ਉਹਨੇ ਬਿੱਲੀ ਨੇ ਮੂੰਹ 'ਚ ਫੜਿਆ ਔਰ ਉਹ ਲੈ ਗਈ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਇੱਥੇ ਫਿਰ ਬਾਣੀ ਆਪਾਂ ਨੂੰ ਸਮਝਾ ਰਹੀ ਆ ਕਿ ਜਲ ਕੀ ਮਛਲੀ ਤਰਵਲ ਬਿਆਈ। ਹੈ ਮਛਲੀ ਕਹਿੰਦੇ ਜਲ ਦੀ ਹੈ, ਜਲ ਦੀ ਮਤਲਬ ਬ੍ਰਹਮ ਦੀ ਹੈ, ਸਾਧ ਸੰਗਤ ਦੀ। ਹਾਂ, ਤੇ ਹੁਣ ਇਹ ਬੈਠੀ ਹੈ ਮਾਇਆ ਦੇ ਡੇਰੇ 'ਚ। ਹੁਣ ਮਾਇਆ ਦੇ ਡੇਰੇ ਮਤਲਬ ਕਿ ਇਹਨੇ ਐਸੀ ਕਾਰ 'ਚ ਬੈਠੀ ਆ, ਕਿਤੇ ਕਾਮ ਦਾ ਗੇਰ ਪਾ ਲੈਂਦੀ ਆ, ਕਿਤੇ ਕ੍ਰੋਧ ਦਾ ਪਾ ਲੈਂਦੀ, ਕਿਤੇ ਲੋਭ ਦਾ ਪਾ ਲੈਂਦੀ, ਕਿਤੇ ਮੋਹ ਦਾ ਪਾ ਕੇ, ਕਿਤੇ ਹੰਕਾਰ ਦਾ ਪਾ ਕੇ, ਰਾਗ ਪਾ ਲੈਂਦੀ ਆ, ਦਵੈਸ਼ ਪਾ ਲੈਂਦੀ ਹੈ, ਲੋਕਾਂ ਨੇ ਈਰਖਾ ਕਰਦੀ ਹੈ, ਤੇ ਉਹ ਗੇਰ ਪਾ ਕੇ ਬੈਠੀ ਰਹਿੰਦੀ ਆ। ਹੁਣ ਉਹ ਆਪਣੇ ਸਾਰ ਨੂੰ ਤਾਂ ਭੁੱਲਿਆ ਪਈ ਆ ਬੰਦਾ। ਬੰਦੇ ਨੂੰ ਦੱਸੋ ਪਰਮਾਤਮਾ ਕਿੱਥੇ ਯਾਦ ਹੈ? ਬੰਦੇ ਨੂੰ ਆਖਰ ਤੱਕ ਨਹੀਂ ਪਰਮਾਤਮਾ ਚੇਤੇ ਆਉਂਦਾ, ਉਹਨੂੰ ਨਹੀਂ ਯਕੀਨ ਆਉਂਦਾ। ਉਹ ਜਿਹੜਾ ਗੁਰਦੁਆਰੇ ਬੰਦਾ ਜਾਂਦਾ ਹੈ ਨਾ, ਮੰਦਿਰ 'ਚ ਜਾਂਦਾ ਹੈ, ਮਸਜਿਦ ਜਾਂਦਾ ਹੈ, ਇਹ ਪਰਮਾਤਮਾ ਕੇਵਲ ਤਾਮਸਿਕ ਹੈਗਾ, ਇਹਨੂੰ ਸੁੱਖ ਚਾਹੀਦੇ ਨੇ। ਉੱਥੇ ਪਦਾਰਥ ਮੰਗਣ ਜਾਂਦਾ ਹੈ, ਪਰਮਾਤਮਾ ਨੂੰ ਨਹੀਂ ਕੋਈ ਮਿਲਣ ਜਾਂਦਾ। ਉਹ ਮਤਲਬ ਉੱਥੇ ਦੀ ਲਾਲਸਾ ਵਾ। ਇਹਨੂੰ ਪਦਾਰਥ, ਭੌਤਿਕ ਪਦਾਰਥ ਤੁਸੀਂ ਵੇਖ ਲਓ, ਜਿਹੜਾ ਸੁੱਖ ਨਹੀਂ ਹੈਗਾ ਬੰਦਾ ਉੱਥੇ ਜਾ ਕੇ ਮੰਗਦਾ। ਹੋਰ ਕੀ ਪਰਮਾਤਮਾ ਨੂੰ, ਤੇ ਉਹ ਪਰਮਾਤਮਾ ਨੂੰ ਉੱਥੇ ਥੋੜੀ ਮਿਲ ਜਾਂਦਾ ਹੈ ਕਿ ਤੈਨੂੰ ਪਰਮਾਤਮਾ ਨੇ ਅਸੀਂ ਮਿਲਣ ਆਏ ਆ, ਜਦ ਤੂੰ ਵੀ ਕੋਈ ਏਦਾਂ ਦੀ ਸ਼ਕਤੀ ਹੈਗਾ ਵਾ ਜਿਹੜੇ ਪਿੱਛੇ ਸੰਸਾਰ ਚੱਲ ਰਿਹਾ। ਬੰਦਾ ਨਹੀਂ ਮੰਨਦਾ, ਬੰਦਾ ਲਿਮਟਡ ਹੀ ਕਰਕੇ ਬੈਠਾ ਹੈ ਪਰਮਾਤਮਾ, ਕਿਉਂਕਿ ਸਰਵ ਵਿਆਪਕ ਪਰਮਾਤਮਾ ਨੂੰ ਮੰਨਣ ਦਾ ਮਤਲਬ ਆ ਫਿਰ ਤੁਸੀਂ ਫੋਕਸ 'ਚ ਆ ਗਏ ਜੋ, ਉਹਦੇ ਲੇਜ਼ਰ 'ਚ ਆ ਗਏ ਜੋ, ਤੇ ਉਹ ਫਿਰ ਐਂਗਜ਼ਾਇਟੀ ਹੋ ਜੂ, ਘਬਰਾਹਟ ਹੋ ਜੂਗੀ। ਉਹਨੂੰ ਪਤਾ ਲੱਗ ਜਾਣਾ ਕਿ ਬਈ ਪਰਮਾਤਮਾ ਤੇ ਹਰ ਜਗ੍ਹਾ ਬੈਠਾ, ਮੈਂ ਜੋ ਕਰਾਂ ਵਾ ਉਹ ਮੇਰੇ ਵੇਂਦਾ ਪਿਆ, ਮੇਰੇ ਵਿਚਾਰ ਪੜ੍ਹਦਾ। ਉਹ ਥੋੜੀ ਕਹਿੰਦਾ ਕਿ ਮੇਰੇ ਵਿਚਾਰ ਪੜ੍ਹਦਾ ਪਰਮਾਤਮਾ ਨਾ। ਜੇ ਤੈਨੂੰ ਪਤਾ ਲੱਗ ਜਾਏ ਪਰਮਾਤਮਾ ਮੇਰੇ ਵਿਚਾਰ ਪੜ੍ਹਦਾ ਤਾਂ ਫਿਰ ਤੇ ਬੰਦੇ ਦਾ ਪੁੱਤ ਬਣ ਜਾਏ। ਬਿਲਕੁਲ। ਹਾਂ, ਉਹਨੂੰ ਇਹ ਪਤਾ ਕਿ ਪਰਮਾਤਮਾ ਉੱਥੇ ਗੁਰਦੁਆਰੇ ਬੈਠਾ ਹੈ, ਮੰਦਿਰ 'ਚ ਬੈਠਾ ਹੈ, ਕਿਉਂਕਿ ਉੱਥੇ ਦੀ ਜਗ੍ਹਾ ਵਾ। ਇੱਥੇ ਮੇਰੇ ਕੋਲ ਨਹੀਂ ਹੈਗਾ, ਨਾ ਮੇਰੇ ਅੰਦਰ ਹੈਗਾ, ਨਾ ਹੀ ਉਹ ਮੈਨੂੰ ਬੋਲਦੇ ਨੂੰ ਸੁਣਦਾ। ਪਰਮਾਤਮਾ ਨੂੰ ਕੁਝ ਨਹੀਂ ਪਤਾ ਇਹ ਪੈਸੇ ਕਿੱਥੋਂ ਆਏ ਨੇ। ਇਹ ਖਾਸ ਕਰਕੇ ਤੁਸੀਂ ਵੇਖਿਆ ਜਿਹੜੀਆਂ ਕੰਟਰੀਆਂ ਬਹੁਤ ਜ਼ਿਆਦਾ ਗਰੀਬ ਹੋਣਗੀਆਂ, ਉੱਥੇ ਲੋਕ ਬਹੁਤ ਦਾਨ ਕਰਦੇ। ਕਿਉਂ ਕਰਦੇ ਆ? ਕਿਉਂਕਿ ਉਹਨਾਂ ਲੋਕਾਂ ਨੇ ਪੈਸੇ ਚੋਰੀ ਕੀਤੇ ਹੁੰਦੇ ਆ। ਉਹ ਪੈਸੇ ਲੋਕਾਂ ਦੇ ਹੁੰਦੇ ਆ, ਚੋਰੀ ਕੀਤੇ ਹੁੰਦੇ ਆ। ਫਿਰ ਉਹਾਰ ਕੇ ਉਹ ਜਿਹੜੀ ਅੰਦਰੋਂ ਆਵਾਜ਼ ਆਉਂਦੀ ਆ, ਉਹਨੂੰ ਚੁੱਪ ਕਰਾਉਣ ਦੇ ਲਈ ਫਿਰ ਦਾਨ ਕਰਦੇ ਆ ਕਿ ਸ਼ਾਇਦ ਮੈਂ ਮੈਂ ਨਰਕ ਤੋਂ ਬਚ ਜਾ। ਨਰਕ ਤੋਂ ਮਤਲਬ ਕਿ ਦੁਬਾਰਾ ਜੂਨੀ ਤੋਂ ਬਚ ਜਾ। ਉਹ ਮਰਨ ਤੋਂ ਬਾਅਦ ਵੀ ਸਵਰਗ ਭਾਲਦੇ ਆ, ਸੁੱਖ ਭਾਲਦੇ ਆ ਕਿ ਚਲੋ ਕੀਮਤਾਂ ਜੇ ਰੱਬ ਹੋਵੇ ਤੇ ਆਪਾਂ ਸਵਰਗ 'ਚ ਵੀ ਚੱਲ ਜਾਂਗੇ। ਪਰ ਇੱਥੇ ਇਹ ਸੋਚਣ ਦੀ ਲੋੜ ਆ ਕਿ ਉਹ ਜਿਹੜਾ ਪੈਸਾ ਤੇਤੋਂ ਆਇਆ ਕਿੱਥੇ ਆ, ਕਿੱਥੋਂ ਆਇਆ ਪਿਆ? ਕਿਤੇ ਦੇਸ਼ ਦਾ ਪੈਸਾ ਤੇ ਨਹੀਂ ਚੋਰੀ ਕੀਤਾ, ਕਿਤੇ ਲੋਕਾਂ ਦਾ ਪੈਸਾ ਤੇ ਨਹੀਂ ਚੋਰੀ ਕਰ ਲਿਆ। ਹੁਣ ਇਹ ਜਿਹੜਾ ਪੈਸਾ ਇਹਦੀ ਕੀਮਤ ਹੀ ਕੋਈ ਨਹੀਂ ਹੈ ਪਰਮਾਤਮਾ ਦੇ ਦਰ 'ਚ। ਤੁਹਾਡੇ ਅੰਦਰ ਜਿਹੜਾ ਚਿੱਤਰਗੁਪਤ, ਉਹਨੂੰ ਪਤਾ ਵਾ ਤੁਹਾਡਾ ਪੈਸਾ ਕਿੱਥੋਂ ਆ। ਤੁਸੀਂ 2 ਰੁਪਏ ਵੀ ਕਿਸੇ ਨੂੰ ਦਿੱਤੇ ਆ ਤੇ ਚਿੱਤਰਗੁਪਤ ਨੂੰ ਪਤਾ ਹੈ 2 ਰੁਪਏ ਕਿੱਥੋਂ ਆਏ ਆ। ਆਪ ਨਹੀਂ ਕਿਸੇ ਨੂੰ ਧੋਖਾ ਦੇ ਸਕਦੇ, ਪਰ ਬੰਦਾ ਦੇਣ ਦੀ ਕੋਸ਼ਿਸ਼ ਕਰ ਰਿਹਾ ਧੋਖਾ, ਇਸ ਕਰਕੇ ਤੇ ਦਾਨ ਕਰਦਾ। ਹਾਂਜੀ ਰਜਤ ਸਾਹਿਬ ਅੱਗੇ ਦੇਖੋ, ਇਹ ਨਾ ਰੋਜ਼ ਇਸ ਤਰ੍ਹਾਂ ਹੁੰਦਾ, ਕਹਿੰਦੇ ਉਹ ਘੱਟ ਤੁਲੇਂਦੇ ਆ, ਘੱਟ ਨਪੇਂਦੇ ਆ, ਪਰ ਤੈਂਦੇ ਆ, ਘੱਟ ਬੋਲੇਂਦੇ ਆ, ਝੂਠ ਬੋਲੇਂਦੇ ਆ, ਤੈਂਦੇ ਆ। ਬਸ ਜਾ ਕੇ ਮਾਲਕ ਦੇ ਅੱਗੇ ਜਿਹੜਾ ਹੈਗਾ ਮੱਥਾ ਟੇਕ ਲਈਏ ਔਰ ਕਹਿ ਦਈਏ, ਬਸ ਇਹ ਗੱਲ ਰੋਜ਼ ਇਹੀ ਕੰਮ ਹੈਗਾ। ਵਾਪਸ ਆ ਕੇ ਫਿਰ ਉੱਥੇ ਜਿਹੜਾ ਹੈਗਾ ਝੂਠ ਬੋਲਣਾ ਔਰ ਘੱਟ ਤੋਲਣਾ ਔਰ ਘੱਟ ਨਾਪਣਾ, ਬਸ ਫਿਰ ਵਾਪਸ ਜਾ ਕੇ ਫਿਰ ਅਰਦਾਸ ਕਰ ਦੋ ਜਾਂ ਮੱਥਾ ਟੇਕ ਦੋ। ਆਹ ਗੱਲ ਆ ਰੋਜ਼ ਦੀ। ਤੇ ਅੱਗੇ ਹੁਣ ਜਿਹੜੇ ਹੈਗੇ ਕਬੀਰ ਜੀ ਕਹਿੰਦੇ, ਤਲੇ ਰੇ ਬੈਸਾਂ ਉੱਪਰ ਸੂਲਾ। ਬਹੁਤ ਕੀਮਤੀ ਹੈ, ਬਹੁਤ ਜਿਹੜਾ ਡੀਪ ਹੈ। ਕਹਿੰਦੇ ਕਿ ਤਲੇ ਰੇ ਬੈਸਾਂ, ਕਹਿੰਦੇ ਇਨਸਾਨ ਕੀ ਕਰਦਾ ਹੈ? ਕਹਿੰਦੇ ਤਲੀ ਦੇ ਉੱਤੇ ਬੈਠਾ ਹੈ, ਬਿਲਕੁਲ ਤਲੀ ਦੇ। ਦੇਖੋ ਆਪਾਂ ਕਿੱਥੇ ਬੈਠੇ ਆ? ਆਪਾਂ ਮੂਲਾਧਾਰ ਚੱਕਰ ਦੇ ਵਿੱਚ ਬੈਠੇ ਹੋਏ ਹਾਂ। ਸਾਰੀ ਪ੍ਰਾਣ ਸ਼ਕਤੀ ਜਿਹੜੀ ਹੈਗੀ ਇਹ ਭੋਗ ਵਿਲਾਸਾਂ ਦੇ ਵਿੱਚ ਜਾ ਰਹੀ ਹੈ। ਉੱਪਰ ਸੂਲਾ, ਸੂਲਾ ਜਿਹੜਾ ਹੈਗਾ ਇਹ ਅਰਬੀ ਵਰਡ ਹੈ। ਸੂਲ ਦਾ ਮਤਲਬ ਹੁੰਦਾ ਹੈ ਅਸੂਲ, ਜਾਂ ਸੂਲ ਮਤਲਬ ਮੂਲ। ਕਹਿੰਦੇ ਪਰਮਾਤਮਾ ਮੂਲ ਉੱਪਰ ਹੈਗਾ ਤੇ ਬੈਠਕ ਜਿਹੜੀ ਹੈਗੀ ਉਹ ਥੱਲੇ ਹੈਗੀ ਸਾਰੀ ਦੀ ਸਾਰੀ। ਜੀਵਨ ਸਾਰਾ ਜਿਹੜਾ ਹੈਗਾ ਇਹ ਥੱਲੇ ਦੇ ਉਹਦੇ ਤੇ ਹੀ, ਥੱਲੇ ਦੇ ਚੱਕਰ ਦੇ ਉੱਤੇ ਹੀ ਗੁਜ਼ਰ ਜਾਂਦਾ ਹੈ ਪੂਰਾ ਦਾ। ਮੂਲਾਧਾਰ ਤੇ ਹੀ ਸਾਰਾ ਜੀਵਨ ਗੁਜ਼ਾਰ ਦਿੰਦਾ ਇਨਸਾਨ। ਤਲੇ ਰੇ ਬੈਸਾ ਉੱਪਰ ਸੂਲਾ, ਤਿਸਕੇ ਪੇੜ ਲਗੇ ਫਲ ਫੂਲਾ। ਹੁਣ ਇਹੋ ਜਿਹੇ ਦਰਖਤ ਹੋਏ ਤੇ ਉਹਦੇ ਦਰਖਤ ਤੇ ਹੁਣ ਫਲ ਫੂਲ ਕਿਹੜੇ ਲੱਗਣੇ ਆ? ਉਹਦੇ ਉੱਤੇ ਹੁਣ ਵਾਸਨਾਵਾਂ ਦੇ ਹੀ ਫਲ ਫੁੱਲ ਲੱਗਣੇ ਆ।
ਜੋ ਉਹਨੇ ਭੋਗ ਵਿਲਾਸ ਕਰ ਰਿਹਾ, ਜਿੱਥੇ ਜਿੱਥੇ ਜੀਵਨ ਗੁਜ਼ਾਰ ਰਿਹਾ ਆ, ਉਹੇ ਜਿਹੇ ਫਲ ਫੁੱਲ ਲੱਗਦੇ ਆ ਉਸ ਪੇੜ ਦੇ ਉੱਤੇ। ਹਾਂਜੀ ਗੋਰਖੀ ਸਾਹਿਬ। ਹਾਂਜੀ ਕਹਿੰਦੇ ਆ ਕਿ ਨਹੀਂ, ਪਹਿਲੀ ਚੁੱਕ ਫੇਰ ਬੋਲੋ। ਜਿਸਾ ਤਲੇ ਰੇ ਬੈਸਾ ਉੱਪਰ ਸਕੂਲਾ, ਮਤਲਬ ਤਲੇ ਤੇ ਬੈਠ ਗਿਆ, ਤਲੇ ਥੱਲੇ ਬੈਠ ਰਿਹਾ ਇਨਸਾਨ, ਬਿਲਕੁਲ ਲੋਅਰ ਲੈਵਲ ਤੇ ਜਿਹੜਾ ਹੈਗਾ ਤੁਹਾਡਾ, ਜਿਹੜਾ ਹੈਗਾ ਆਪਣੇ ਜਿਹੜਾ ਮੂਲਾਧਾਰ ਚੱਕਰ ਜਿਹੜਾ ਹੈਗਾ, ਉੱਥੇ ਬੈਠ ਗਿਆ ਆਪਣੀ। ਉੱਥੇ ਇਨਸਾਨ ਦੀ ਸੁਰਤ ਤੇ ਬਿਰਤ ਸਾਰਾ ਕੁਝ ਉੱਥੇ ਲੱਗਿਆ ਹੋਇਆ, ਉਹ ਭੋਗ ਵਿਲਾਸ ਦੇ ਵਿੱਚ, ਦੁਨੀਆ ਦੇ ਜਿਹੜੇ ਹੈਗੇ ਭੋਗਾਂ ਦੇ ਵਿੱਚ। ਤੇ ਉੱਪਰ ਜਾਣਾ ਸੀ, ਅਸੂਲ ਜਿਹੜਾ ਪਰਮਾਤਮਾ ਜਿਹੜਾ ਸੀ, ਮੂਲ ਜਿਹੜਾ ਸੀ, ਉਹ ਉੱਪਰ ਹੈਗਾ ਦਸਮ ਦੁਆਰ ਤੇ। ਉੱਥੇ ਕੋਈ ਜਾਂਦਾ ਨਹੀਂ ਹੈ। ਉੱਪਰ ਸੂਲਾ, ਅਸੂਲ ਤਾਂ ਉੱਤੇ ਹੈਗੇ ਆ, ਜਿਹੜੇ ਮਾਲਕ ਪਰਮਾਤਮਾ ਨੇ ਉੱਪਰ ਜਿਹੜਾ ਹੈਗਾ, ਜਿਹੜਾ ਪ੍ਰਾਣ ਸ਼ਕਤੀ ਉੱਪਰ ਲੈ ਕੇ ਜਾਣੀ ਸੀ, ਇਹ ਜਿਹੜਾ ਹੈਗਾ ਥੱਲੇ ਉੱਤੇ ਦੀ ਉੱਤੇ ਵੇਸਟ ਕਰ ਰਿਹਾ ਹੈ। ਥੱਲੇ ਰੇ ਬੈਸਾ ਉੱਪਰ ਸੂਲਾ, ਤਿਸਕੇ ਪੇੜ ਲਗੇ ਫਲ ਫੂਲਾ। ਕਹਿੰਦੇ ਇਹੋ ਜਿਹਾ ਦਰਖਤ ਹੈਗਾ ਭਾਈ, ਇਹਨੂੰ ਹੁਣ ਜੇ ਹੁਣ ਬੀਜ ਜਿਹੜਾ ਕੰਡੇ ਰਿਹਾ ਆ, ਉਹਨੂੰ ਜਿਹੜਾ ਹੈਗਾ ਫੁੱਲ ਲੱਗ ਜਾਣਗੇ, ਉਹਨੂੰ ਕਿੱਥੇ। ਕਹਿੰਦੇ ਕਿੱਕਰ ਲੋੜੇ ਦਾਖ ਬਜੂਰੀਆਂ, ਕਿੱਕਰ ਬੀਜੇ ਜੱਟ। ਕਹਿੰਦੇ ਕਿੱਕ ਬੀਜ ਤਾਂ ਕਿੱਕਰ ਰਿਹਾ ਆ, ਤੇ ਲੋੜਦਾ ਕਿ ਮੈਨੂੰ ਦਾਖ ਮਿਲਣਗੀਆਂ, ਬਿਜਨੌਰ ਦੀਆਂ ਦਾਖਾਂ ਮਿਲਣਗੀਆਂ। ਤੇ ਇਹੋ ਜਿਹੇ ਜਿਹੜੇ ਹੈਗੇ ਵਾਸਨਾਵਾਂ ਦੇ ਵਿੱਚ ਜਿਹੜਾ ਹੈਗਾ ਪੂਰੀ ਪ੍ਰਾਣ ਸ਼ਕਤੀ ਲਗਾ ਰਿਹਾ ਹੈ, ਖੇਤ ਸਰੀਰ ਦੇ ਵਿੱਚ ਆ ਬੀਜ ਰਿਹਾ ਹੈ, ਚਾਹੁੰਦਾ ਹੈ ਮੈਨੂੰ ਜਿਹੜਾ ਹੈਗਾ ਜਿਹੜਾ ਹੈਗਾ ਉਹ ਅੰਮ੍ਰਿਤ ਮਿਲ ਜਾਏ। ਉਹ ਕਿਸ ਤਰ੍ਹਾਂ ਮਿਲ ਸਕਦਾ ਭਾਈ? ਉਹੇ ਜਿਹੇ ਦਰਖਤ ਨੂੰ ਉਹੇ ਜਿਹੇ ਫੁੱਲ ਲੱਗਣੇ, ਫਲ ਲੱਗਣੇ ਆ ਜੋ ਆਪਾਂ ਬੀਜ ਰਹੇ ਹਾਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਉਹ ਕਹਿ ਰਹੇ ਨੇ ਕਿ ਜਿਹੜੀ ਬੰਦੇ ਦੀ ਚੇਤਨਾ ਇੱਕਦਮ ਥੱਲੇ ਆ ਕੇ ਬੈਠੀ। ਹਾਂ, ਆਪ ਜਸਟ ਦੇਖੋ, ਆਪਣੇ ਆਪ ਨਜ਼ਰ ਮਾਰੋ ਅੰਦਰ, ਤੁਹਾਡੀ ਸਾਰਾ ਦਿਨ ਸੁਰਤੀ ਰਹਿੰਦੀ ਕਿੱਥੇ? ਬਿਲਕੁਲ ਸਹੀ ਗੱਲ ਹੈ। ਔਰ ਉਹਨੂੰ ਵੇਖਣ ਦੇ ਲਈ ਤੁਹਾਡੇ ਵਿਚਾਰ ਵੇਖ ਲਓ, ਤੁਹਾਡਾ ਵਿਚਾਰ ਕਿੱਦਾਂ ਦਾ, ਆਪ ਦੇ ਅੰਦਰ ਵਿਚਾਰ ਕਿੱਦਾਂ ਦੇ ਆ। ਆਪ ਦੀ ਸੁਰਤੀ ਉੱਥੇ ਆ। ਆਪ ਜਿੱਥੇ ਬੈਠੇ, ਜੋ ਮੰਦਿਰ ਬੈਠੇ, ਗੁਰਦੁਆਰੇ ਬੈਠੇ, ਉਹ ਮੈਟਰ ਨਹੀਂ ਕਰਦਾ। ਹਾਂ ਬਿਲਕੁਲ ਸਹੀ ਗੱਲ ਹੈ। ਮੈਟਰ ਕਰਦਾ ਤੁਹਾਡਾ ਮਨ ਕਿੱਥੇ ਬੈਠਾ। ਬਸ ਜਿੱਥੇ ਮਨ ਬੈਠਾ ਉਹ ਤੁਸੀਂ ਜੋ। ਉਹੀ ਆਪਾਂ ਆ, ਉਹ ਆਪਾਂ ਅਸਲੀ ਆਪਣਾ ਰੂਪ ਉਹ ਹੈ। ਉਹ ਆਪਾਂ ਇਦਾਂ ਦੂਸਰਾ ਕੋਈ ਦੂਸਰਾ ਜਿਹੜਾ ਹੈਗਾ ਨਹੀਂ ਜਾਣ ਸਕਦਾ, ਉਹਨੂੰ ਆਪਾਂ ਹੀ ਜਾਣ ਸਕਦੇ ਹਾਂ। ਆਪ ਤੇ ਥਾਪੀਆਂ ਵੀ ਤੇ ਆਪਾਂ ਨੂੰ ਵੱਜਣੀਆਂ। ਜਾਣਦਾ ਆਪ। ਜਸਟ ਦੇਖੋ ਇੱਕ ਛੋਟੀ ਜੀ ਗੱਲ, ਆਪ ਦੇਖੋ ਕਿ ਆਪ ਦਾ ਜੀਵਨ ਪਰਮਾਤਮਾ ਵੱਲ ਜਾ ਰਿਹਾ ਹੈ ਕਿ ਪਰਮਾਤਮਾ ਤੋਂ ਦੂਰ ਜਾ ਰਹੇ ਹੋ। ਬਾਕੀ ਪ੍ਰਕਿਰਤੀ ਹੈ। ਦੇਖੋ ਤੁਹਾਡੇ ਜੀਵਨ ਚ ਕੋਈ ਪਰਮਾਤਮਾ ਨਾਮ ਦਾ ਸ਼ਬਦ ਹੈਗਾ, ਕੋਈ ਏਦਾਂ ਦਾ ਕੋਈ ਬੰਦਾ ਹੈਗਾ ਜਿਹੜਾ ਪਰਮਾਤਮਾ ਜਿਹਨੂੰ ਕਹਿੰਦੇ ਆ ਗ੍ਰੰਥਾਂ ਚ ਲਿਖਿਆ ਕੋਈ ਪਰਮਾਤਮਾ ਹੈਗਾ, ਅਗਿਆਤ ਸ਼ਕਤੀ, ਜਿਹਨੂੰ ਕਿਸੇ ਨੇ ਦੇਖਿਆ ਨਹੀਂ, ਜਿਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਏਦਾਂ ਦਾ ਪਰਮਾਤਮਾ ਹੈਗਾ ਤੁਹਾਡੇ ਜੀਵਨ ਚ? ਕਿ ਮੰਦਿਰਾਂ ਚ ਜਿਹੜੇ ਫੋਟੋਆਂ ਬਣਾਈਆਂ, ਮੂਰਤੀਆਂ ਬਣਾਈਆਂ, ਜਾਂ ਉਦਾਂ ਦਾ ਪਰਮਾਤਮਾ ਬਣਾ ਕੇ ਬੈਠੇ, ਜਾਂ ਕਿਸੇ ਬੰਦੇ ਦੀ ਫੋਟੋ ਤੁਹਾਡੇ ਮਨ, ਕੋਈ ਬਾਬਾ, ਕੋਈ ਦੇਵੀ ਦੇਵਤਾ, ਜਾਂ ਉਹ ਪਰਮਾਤਮਾ ਜਿਹੜਾ ਰੂਪ ਨਾ ਰੰਗ ਰੇਖ ਤੋਂ ਪਰੇ, ਏਦਾਂ ਦਾ ਪਰਮਾਤਮਾ ਦੇ ਬਾਰੇ ਸੋਚਦੇ ਆਪ ਕਿਤੇ? ਜੇ ਤੇ ਆਪ ਇੱਥੇ ਪਦਾਰਥਵਾਦ ਚ ਬੈਠੇ ਜੋ, ਬੇਸ਼ੱਕ ਇਹ ਪਦਾਰਥ ਹੈਗਾ ਪਰ ਇਹ ਜੜ ਆ ਸਾਰਾ, ਕਿਉਂਕਿ ਇਹ ਤੇ ਸੰਸਾਰ ਦਾ, ਇੱਥੇ ਧਰਤੀ ਚ ਰਹਿ ਜਾਣਾ। ਔਰ ਅਗਲੀ ਯਾਤਰਾ ਦੀ ਦੂਜੀ ਹੈ, ਉਹ ਤੇ ਸੂਖਮ ਯਾਤਰਾ। ਉਸ ਪਰਮਾਤਮਾ ਨੂੰ ਜਾਣਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਉਹਦੇ ਰੂਪ ਦਾ ਪਤਾ ਹੋਣਾ ਚਾਹੀਦਾ। ਉਹ ਕਿੱਦਾਂ ਦਾ ਵਾ, ਕਿੱਦਾਂ ਦਾ ਦਿਖਦਾ। ਉਹ ਸਮੇਂ ਚ ਨਹੀਂ ਹੈਗਾ, ਉਹ ਬ੍ਰਹਮ ਆ। ਬ੍ਰਹਮ ਮਤਲਬ ਇਹ ਜਿਹੜੀ ਧਰਤੀ ਆ ਨਾ, ਇਹ ਕਹਿੰਦੇ ਆ ਇਹ ਜਿਹੜਾ ਆਪਣਾ ਧਰਤੀ ਇੱਕ ਰੇਤਾ ਦੇ ਕਣ ਤੋਂ ਛੋਟੀ ਹੈ ਬ੍ਰਹਮੰਡ ਦੇ ਅੰਦਰ। ਉਹ ਹਿਸਾਬ ਲਾ ਲਓ ਪਰਮਾਤਮਾ ਕਿੱਡਾ ਕੁ ਵੱਡਾ, ਜਿਹਦੇ ਅੰਦਰ ਪਤਾ ਹੀ ਨਹੀਂ ਕੀ ਕੁਝ ਹੈ। ਤੇ ਇਸ ਕਰਕੇ ਆਪ ਇਸ ਚੀਜ਼ ਨੂੰ ਦੇਖੋ। ਤੇ ਹਾਂਜੀ ਨੇ ਜੋ ਅੱਗੇ ਚੱਲੋ। ਗੋਰਖੀ ਸਾਹਿਬ, ਜੇ ਧਰਤੀ ਜਿਹੜੀ ਰੇਤਾ ਦੇ ਕਣ ਜਿੰਨੀ ਹੈਗੀ, ਤੇ ਆਪਾਂ ਕਿੱਥੇ ਕਹਿ ਗਏ ਆ ਫਿਰ? ਹੈਲੋ। ਹਾਂਜੀ ਨਿੱਜਰ ਸਾਹਿਬ। ਹਾਂਜੀ ਨਿੱਜਰ ਸਾਹਿਬ ਦੁਬਾਰਾ ਬੋਲੋ। ਮੈਂ ਕਿਹਾ ਵੀ ਜੇ ਧਰਤੀ ਰੇਤਾ ਦੇ ਕਣ ਜਿੰਨੀ ਆ, ਤੇ ਆਪਾਂ ਕਿੱਥੇ ਕਹਿ ਗਏ ਆ? ਆਪਾਂ ਤੇ ਨਿੱਜਰ ਸਾਹਿਬ, ਆਪਾਂ ਤੇ ਬੈਕਟੀਰੀਅਮ ਨਹੀਂ ਹੈਗੇ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਆਪਣੀ ਹੋਂਦ ਜਿਹੜੀ ਆ, ਆਪ ਜਸਟ ਸੁਰਤ ਚੋਂ ਨਾ ਸਾਧ ਸੰਗਤ ਜੀ, ਆਪਾਂ ਕੀ ਆ? ਉਹ ਬੰਦਾ ਦੋ ਕੁ ਮਕਾਨ ਚ ਪਾ ਕੇ ਇੱਕ ਬਿਲਡਿੰਗਾਂ ਖੜੀਆਂ ਕਰਕੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝੀ ਜਾਂਦਾ। ਇਹ ਸੰਸਾਰ ਜਿਹੜਾ ਵਾ, ਇਹ ਇੱਥੇ ਆਪਣੀ ਜਿਹੜੀ ਹੋਂਦ ਆ ਬਹੁਤ ਮਜ਼ਬੂਤ ਨਹੀਂ ਹੈਗੀ, ਬਹੁਤ
ਆ ਪਾਣੀ ਦਾ ਬੁਲਬੁਲਾ ਕਿਹਾ ਵੈਸੇ ਗ੍ਰੰਥਾਂ ਦੇ ਵਿੱਚ ਸਾਨੂੰ, ਉਹਦੀ ਜਿੱਦਾਂ ਕੋਈ ਹੋਂਦ ਨਹੀਂ ਆ। ਇਸੇ ਤਰ੍ਹਾਂ ਤੁਸੀਂ ਚੱਲ ਜਾਓਗੇ ਧਰਤੀ ਤੋਂ, ਕੀ ਧਰਤੀ ਰੁਕ ਜੂਗੀ? ਨਾ, ਕੋਈ ਨਹੀਂ ਫਰਕ ਪੈਣਾ। ਪਰ ਬੰਦਾ ਏਦਾਂ ਸੋਚ ਕੇ ਬੈਠਾ ਵਾ ਕਿ ਮੈਂ ਚੱਲ ਜਾਵਾਂਗਾ ਧਰਤੀ ਬੰਦ ਹੋ ਜਾਏਗੀ, ਪਰ ਏਦਾਂ ਦਾ ਕੁਛ ਵੀ ਨਹੀਂ ਹੋਣਾ। ਹਾਂਜੀ ਨਿੱਜਰ ਸਾਹਿਬ, ਨਾ ਤੇ ਸਾਡੇ ਆਉਣ ਦੇ ਨਾਲ ਧਰਤੀ ਖਿੜ ਚੱਲੀ ਹੈ ਤੇ ਨਾ ਸਾਡੇ ਜਾਣ ਨਾਲ ਧਰਤੀ ਇੱਥੋਂ ਤੋਂ ਬੁੱਝ ਚੱਲੀ ਹੈ, ਕਿਉਂਕਿ ਬਹੁਤ ਵੱਡਾ ਪ੍ਰੋਜੈਕਟ ਆ। ਇੱਥੇ ਲੱਖਾਂ ਬੰਦੇ, ਕਰੋੜਾਂ ਬੰਦੇ ਰੋਜ਼ ਤੁਰੇ ਜਾਂਦੇ ਆ ਕਿ ਧਰਤੀ ਠੰਡੀ ਪੈ ਚੱਲੀ ਕਿਤੇ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ। ਜਾਂ ਸਾਡੇ ਬਿਨਾਂ ਸਾਡੇ ਜਾਣ ਤੋਂ ਬਾਅਦ ਧਰਤੀ ਘੁੰਮਣੋਂ ਹਟ ਜੂਗੀ। ਇਹ ਕੋਈ ਨਹੀਂ ਫਰਕ ਪੈਣਾ। ਇਹ ਪ੍ਰਕਿਰਤੀ ਏਦਾਂ ਚੱਲਣੀ ਹੈ। ਸਾਡੇ ਤੋਂ ਬਾਅਦ ਹੋਰ ਜੀਵ ਤੁਰੇ ਆਉਣੇ ਆ ਔਰ ਅਸੀਂ ਵੀ ਇਸੇ ਤਰ੍ਹਾਂ ਹੀ ਇਸ ਸਿਲਸਿਲੇ 'ਚ ਤੁਰੇ ਜਾਣਾ। ਪਰ ਜਦੋਂ ਸਾਨੂੰ ਗਿਆਨ ਹੋ ਜਾਂਦਾ ਹੈ ਕਿ ਮੈਂ ਜ਼ਿਆਦਾ ਵੱਡੀ ਹੋਂਦ ਨਹੀਂ ਹੈਗੀ ਮੇਰੀ, ਪਰ ਸਾਡੀ ਪ੍ਰੋਬਲਮ ਹੈ ਕਿ ਸਾਡੀ ਹਉਮੈ ਜਿਹੜੀ ਆ ਸਾਡੀ ਬੜੀ ਵੱਡੀ ਹੋਂਦ ਬਣਾ ਕੇ ਬੈਠੀ ਹੈ ਕਿ ਮੈਂ ਨਹੀਂ ਕਰਦਾ ਤੇ ਇਹ ਕੰਮ ਨਹੀਂ ਹੋਣਾ, ਇਹ ਮੈਂ ਹੀ ਕੀਤਾ। ਤੇ ਮੈਂ ਤੁਹਾਨੂੰ ਪਤਾ ਕਿੰਨੀ ਮਾੜੀ ਹੈ, ਮੈਂ ਬੰਦੇ ਨੂੰ ਹੰਕਾਰ ਪੈਦਾ ਕਰਦੀ। ਹਾਂਜੀ ਨਿੱਜਰ ਸਾਹਿਬ। ਘੋੜਾ ਚਰ ਬੈਸ ਭੈਂਸ ਚਰਾਵਨ ਜਾਈ। ਦੇਖ ਲਓ ਹੁਣ ਜਿਹੜਾ ਹੈਗਾ ਜੀਵ ਆਤਮਾ ਕੀ ਕਰ ਰਿਹਾ? ਜੀਵ ਆਤਮਾ ਨੂੰ ਮਨ ਨੇ ਕੰਟਰੋਲ ਕਰ ਲਿਆ ਹੈ। ਮਨ ਜਿਹੜਾ ਹੈਗਾ ਜੀਵ ਆਤਮਾ ਨੂੰ ਜਿਹੜਾ ਹੈਗਾ ਐਸੇ ਸਵਾਦਾਂ ਦੇ ਭੋਗਾਂ ਦੇ ਵਿੱਚ ਜਿਹੜਾ ਹੈਗਾ ਭਜਾ ਰਿਹਾ ਹੈ ਤੇ ਸਵਾਦ ਚ ਖਾ ਰਿਹਾ, ਤੇ ਜੀਵ ਆਤਮਾ ਕੁਛ ਕਰ ਨਹੀਂ ਪਾ ਰਿਹਾ। ਉਹਦੀ ਆਵਾਜ਼ ਹੀ ਨਹੀਂ ਕੋਈ ਸੁਣਦਾ। ਉਹ ਜੀਵ ਆਤਮਾ ਬੋਲਦੀ ਵੀ ਹੈ ਤੇ ਉਹਦੀ ਕੋਈ ਸੁਣਦਾ ਹੀ ਨਹੀਂ ਹੈ। ਘੋੜੇ ਚਰ ਭੈਂਸ ਚਰਾਵਨ ਜਾਈ। ਘੋੜੇ ਦੇ ਉੱਤੇ ਜਿਹੜਾ ਹੈਗਾ ਜਿਹੜੀ ਹੈ ਭੈਂਸ ਜਿਹੜੀ ਹੈਗੀ, ਹੁਣ ਮੱਝ ਆ, ਮੱਝ ਜਿਹੜੀ ਹੈ ਘੋੜੇ ਤੇ ਚੜੀ ਹੋਈ ਆ। ਮਨ ਰੂਪੀ ਘੋੜੇ ਦੇ ਉੱਤੇ ਵਾਸਨਾਵਾਂ ਦੀ ਮੱਝ ਜਿਹੜੀ ਚੜੀ ਹੋਈ ਆ, ਜਾ ਕੇ ਚੱਲ ਰਹੀ ਹੈ, ਜਿਹੜੇ ਭੋਗ ਵਿਲਾਸ ਕਰ ਰਹੀ ਹੈ, ਦੁਨੀਆ ਦੇ ਭੋਗ ਵਿਲਾਸ। ਘੋੜੇ ਚਰ ਭੈਂਸ ਚਰਾਵਨ ਜਾਈ। ਭੈਂਸ ਜਾ ਰਹੀ ਹੈ ਚਰਾਉਣ ਵਾਸਤੇ, ਮਨ ਨੂੰ ਚਰਾ ਰਹੀ ਹੈ, ਤਰ੍ਹਾਂ ਤਰ੍ਹਾਂ ਦੇ ਸਵਾਦ ਚਖਾ ਰਹੀ ਹੈ ਮਨ ਨੂੰ। ਬਸ ਉਹ ਆਤਮਾ ਚੁੱਪਿਆ। ਬਾਹਰ ਬੈਲ ਗੋਨ ਕਰ ਆਈ। ਕਹਿੰਦੇ ਜਿਹੜਾ ਬੈਲ ਸੀਗਾ ਉਹ ਕਿ ਕਬੀਰ ਜੀ ਨਹੀਂ ਕਹਿੰਦੇ ਸੀਗੇ ਬਈ ਬੈਲ ਜਿਹੜੇ ਹੈਗੇ ਪੁੰਨ ਪਾਪ ਦੋਏ ਬੈਲ ਵਿਸਾਹੇ, ਤੇ ਫਿਰ ਕਹਿੰਦੇ ਸੀ ਇੱਕ ਬੈਲ ਥੱਕ ਗਿਆ ਮੇਰਾ। ਉਹ ਬੈਲ ਨੇ ਜਿਹੜਾ ਹੈ ਲੈ ਕੇ ਜਾਣਾ ਸੀ, ਘਾਟੀ ਚੜ੍ਹਨੀ ਸੀਗੀ। ਔਗਟ ਘਾਟੀ ਰਾਮ ਕੀ ਤੈਂ ਚੜ੍ਹ ਰਹੇ ਹੋ ਕਬੀਰ। ਉਹ ਔਗਟ ਘਾਟੀ ਤੇ ਚੜ੍ਹਨਾ ਸੀਗਾ। ਉਹ ਬੈਲ ਜਿਹੜਾ ਹੈਗਾ ਬਿਲਕੁਲ ਹੀ ਕਮਜ਼ੋਰ ਹੋਇਆ ਪਿਆ ਹੈ। ਉਹ ਬੈਲ ਜਿਹੜਾ ਹੈਗਾ ਜਿਹਨੇ ਲੈ ਕੇ ਜਾਣਾ ਸੀਗਾ, ਧੀਰਜ ਰੂਪੀ ਬੈਲ ਸੀਗਾ ਜਿਹਨੇ, ਉਹ ਜਿਹੜਾ ਹੈ ਧੀਰਜ ਹੈ ਹੀ ਨਹੀਂ ਇਨਸਾਨ ਦੇ ਅੰਦਰ, ਠਹਿਰਾਓ ਹੈ ਹੀ ਨਹੀਂ, ਇਹਨਾਂ ਤੋਂ ਜਿਹੜਾ ਛੁਟਕਾਰਾ ਹੀ ਨਹੀਂ ਹੁੰਦਾ। ਤੇ ਉਹ ਯਾਤਰਾ ਜਿਹੜੀ ਹੈਗੀ ਹੋ ਹੀ ਨਹੀਂ ਪਾ ਰਹੀ। ਸਪਿਰਚੁਅਲ ਜਿਹੜੀ ਹੈਗੀ ਜਿਹੜੀ ਦਸਮ ਦੁਆਰ ਵੱਲ ਆਤਮਿਕ ਯਾਤਰਾ ਬਿਲਕੁਲ ਨਹੀਂ ਹੋ ਪਾ ਰਹੀ। ਬੈਲ ਹੀ ਬਾਹਰ ਨਿਕਲ ਗਿਆ। ਕਹਿੰਦੇ ਬਾਹਰ ਬੈਲ ਗੋਨ ਕਰ ਆਈ। ਤ੍ਰਿਸ਼ਨਾਵਾਂ ਦੀ ਜਿਹੜੀ ਹੈਗੀ ਬੋਰੀ ਜਿਹੜੀ ਹੈਗੀ ਉਹ ਜਿਹੜੀ ਹੈਗੀ ਬਸ ਉਹ ਘਰ ਦੇ ਵਿੱਚ ਪਈ ਹੋਈ ਆ। ਉਹ ਤ੍ਰਿਸ਼ਨਾਵਾਂ ਦੀ ਬੋਰੀ ਜਿਹੜੀ ਆ ਵੀ ਲੈ ਲਓ, ਆ ਵੀ ਖਾ ਲਓ, ਆ ਵੀ ਪੀ ਲਓ, ਬਸ ਆਹੀ ਕੁਛ ਹੋ ਰਿਹਾ ਹੈ। ਹਾਂਜੀ ਗੁਰਕੀ ਸਾਹਿਬ। ਹਾਂਜੀ, ਇਹ ਕਹਿੰਦੇ ਨੇ ਕਿ ਬਾਹਰ ਬੈਲ ਹੈ। ਹੁਣ ਬੈਲ ਦਾ ਮਤਲਬ ਇੱਥੇ ਵਿਵੇਕ ਹੈਗਾ। ਜਿਹੜਾ ਸਾਡਾ ਵਿਵੇਕ ਆ, ਜਿਹੜਾ ਸਾਡੀ ਚੰਗੀ ਬੁੱਧੀ ਆ, ਜਿਹੜੀ ਸਾਨੂੰ ਗਿਆਨ ਕਰਾਉਂਦੀ ਆ, ਉਹਨੂੰ ਤੇ ਸਾਈਡ ਤੇ ਲਾਇਆ ਹੋਇਆ। ਅਸਕਾ ਚ ਨਿੱਜਰ ਸਾਹਿਬ, ਜਦ ਤੱਕ ਵਿਵੇਕ ਦੇ ਵਿੱਚੋਂ ਆਪਾਂ ਕਿਸੇ ਚੀਜ਼ ਨੂੰ ਕੱਢਦੇ ਨਹੀਂ ਆ ਨਾ, ਤਾਂ ਉਹਨਾਂ ਚਿਰ ਤੱਕ ਸਾਨੂੰ ਜੀਉਣ ਦਾ ਕੁਝ ਵੀ ਨਹੀਂ ਪਤਾ ਲੱਗਦਾ। ਕਿਉਂਕਿ ਵਿਵੇਕ ਨਹੀਂ ਤੇ ਸਾਨੂੰ ਦੱਸਣਾ ਸਹੀ ਕੀ ਹੈ, ਗਲਤ ਕੀ ਹੈ। ਬਿਲਕੁਲ। ਹੁਣ ਜਦੋਂ ਵਿਵੇਕ ਹੀ ਨਹੀਂ ਹੈਗਾ ਤੇ ਆਪਾਂ ਗਲਤ ਨੂੰ ਸਹੀ ਸਮਝਣਾ ਵਾ ਤੇ ਸਹੀ ਨੂੰ ਗਲਤ ਸਮਝਣਾ। ਹਾਂ, ਵਿਵੇਕ ਵਾਸਤੇ ਧੀਰਜ ਚਾਹੀਦਾ ਹੈ। ਧੀਰਜ ਹੈ ਨਹੀਂਗਾ ਇਨਸਾਨ ਦੇ ਅੰਦਰ। ਧੀਰਜ ਕਿਤੇ ਨਿੱਜਰ ਸਾਹਿਬ, ਬੰਦੇ ਨੇ ਤਾਂ ਇੰਜ ਲੱਗਦਾ ਪੈਟਰੋਲ ਲਾ ਕੇ ਛੱਡਿਆ, ਬੰਦਾ ਉੱਡਿਆ ਜਾਂਦਾ। ਆਪ ਜਸਟ ਦੇਖੋ ਬੰਦੇ ਨੂੰ ਟਿਕਾ ਕਿੱਥੇ ਹੈਗਾ ਔਰ ਜਾਣਾ ਕਿੱਥੇ ਹੈ? ਘਰੇ ਜਾਣਾ। ਬੰਦਾ ਇਹ ਸੋਚਦਾ ਮੈਂ ਉੱਡ ਕੇ ਚੱਲ ਜਾ, ਹੁਣ ਪਤਾ ਨਹੀਂ ਇੱਕ ਵਾਰੀ ਜਾਣਾ, ਮੁੜ ਕੇ ਮੈਂ ਵਾਪਸ ਨਹੀਂ ਆਉਣਾ। ਜਦ ਕਿ ਉਹਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਰੋਜ਼ ਨਹੀਂ ਜਾਣਾ। ਨੰਗ ਜਾਂ ਕੀ ਹੋ ਚੱਲਿਆ, ਪਰ ਬੰਦਿਆਂ ਚ ਸਬਰ ਘਟ ਗਿਆ। ਬਿਲਕੁਲ। ਔਰ ਜਿੰਨਾ ਤੁਹਾਡੇ ਚ ਬਰਦਾਸ਼ਤ ਕਰਨ ਦੀ ਸ਼ਕਤੀ ਘਟ ਗਈ ਆ, ਉਹਨਾਂ ਹੀ ਤੁਹਾਡਾ ਜੀਵਨ ਬਹੁਤ ਹਲਕੀ ਕਿਸਮ ਦਾ ਹੋ ਜਾਏਗਾ ਤੇ ਦੁਖੀ ਹੋ ਜਾਏਗਾ। ਤੁਸੀਂ ਇੰਨੇ ਜ਼ਿਆਦਾ ਦੁਖੀ ਹੋਗੇ ਨਾ, ਬਾਈ ਗੋਡ, ਤੁਹਾਡੇ ਦੁੱਖਾਂ ਦਾ ਅੰਤ ਹੀ ਨਹੀਂ ਹੋਣਾ। ਧੀਰਜ ਬਹੁਤ ਜ਼ਰੂਰੀ ਆ। ਧੀਰਜ ਤੋਂ ਬਿਨਾਂ ਤੇ ਕੁਛ ਵੀ ਨਹੀਂ ਫਾਇਦਾ। ਧੀਰਜ ਦਾ ਮਤਲਬ ਤੇ ਇਹ ਹੋਇਆ ਕਿ ਬਰਦਾਸ਼ਤ ਕਰਨ ਦੀ ਸ਼ਕਤੀ। ਕਹਿੰਦੇ ਤਵਾ ਹੋਵੇ ਭਾਰਾ ਤੇ ਰੋਟੀ ਸੜੇ ਕਿਉਂ, ਪੁੱਤਰ ਹੋਵੇ ਚੰਗਾ ਤੇ 9 ਸੱਸ ਲੜੇ। ਹੁਣ ਤਵਾ ਭਾਰਾ ਹੋਵੇ
ਉਹਦੇ ਰੋਟੀ ਰੱਖੋ, ਰੋਟੀ ਸੜਨੀ ਨਹੀਂ। ਕਿਉਂਕਿ ਤਵੇ 'ਚ ਕਪੈਸਿਟੀ ਬਹੁਤ ਹੈ, ਤਵਾ ਸਖਤ ਹੈ। ਹੁਣ ਪੱਤਰੀ 'ਚ ਤਵਾ ਹੋਵੇ, ਤੁਸੀਂ ਰੋਟੀ ਰੱਖੋ 1 ਮਿੰਟ 'ਚ ਸੜੀ ਜਾਣੀ ਹੈ ਉੱਤੇ। ਬਿਲਕੁਲ ਉਹਦੇ ਕਪੈਸਿਟੀ ਨਹੀਂ ਹੈਗੀ ਵਿਚਾਰੇ 'ਚ। ਉਹ ਤੇ ਆ ਪੱਤਰੀ ਕੀ ਹੈਗੀ, ਮਾੜਾ ਜਿਹਾ ਸੇਕ ਲੱਗੇ ਉਹਨੇ ਲਾਲ ਹੋ ਜਾਣਾ, ਜਦੋਂ ਤੁਸੀਂ ਰੋਟੀ ਪਾਈ ਨਾਲੇ ਸੜਨੀ ਸ਼ੁਰੂ ਹੋ ਜਾਣੀ। ਤੋ ਇੱਥੇ ਵੀ ਇੱਕ ਕਹਾਵਤ ਹੈ ਜਿਹੜੀ ਮੈਂ ਤੁਹਾਨੂੰ ਸੁਣਾਈ ਆ, ਧੀਰਜ ਜਿਹੜਾ ਬੰਦਾ ਧੀਰਜਵਾਨ ਹੈ ਨਾ ਬੰਦਾ, ਉਹ ਬੰਦਾ ਬਹੁਤ ਵਧੀਆ ਜੀਵਨ ਬਤੀਤ ਕਰੇਗਾ। ਕਿਉਂਕਿ ਧੀਰਜ ਬੰਦੇ 'ਚ, ਧੀਰਜ ਜਿਹੜਾ ਪੈਦਾ ਹੋਣਾ ਤੁਹਾਡੇ ਵਿਵੇਕ ਨੇ ਪੈਦਾ ਕਰਨਾ। ਤੁਸੀਂ ਮਾੜੀ ਜਿਹੀ ਕਿਸੇ ਨੇ ਗਾਲ ਕੱਢੀ, ਜੇ ਤੁਹਾਡੇ 'ਚ ਧੀਰਜ ਨਹੀਂ ਹੈਗਾ, ਤੁਸੀਂ ਉਹਨੂੰ ਗਾਲਾਂ ਕੱਢੀਆਂ ਸ਼ੁਰੂ ਕਰ ਦਿਓ। ਉਹਨੇ ਇੱਕ ਕੱਢੀਆਂ, ਤੁਸੀਂ 5 ਕੀ, ਤੁਸੀਂ ਫਿਰ ਲੋਕਾਂ ਨੂੰ ਕਹਿਣਾ ਕਿ ਬਕਵਾਸ ਬਹੁਤ ਕਰਦਾ ਸੀ, ਮੈਂ ਵੇਖਿਆ ਇਹਨੂੰ ਚੁੱਪ ਕਰਾਤਾ ਨਾ। ਉਹਨੇ 10 ਕੱਢੀਆਂ, ਮੈਂ 50 ਸੁਣਾਈਆਂ। ਇਹ ਧੀਰਜ ਦਾ ਕੰਮ ਤੇ ਨਹੀਂ ਨਾ ਹੈਗਾ। ਨਹੀਂ, ਬਿਲਕੁਲ ਨਹੀਂ। ਔਰ ਨਾਲੇ ਫਿਰ ਜਿਹੜਾ ਹੈਗਾ, ਫਿਰ ਸਿੰਘ ਵੀ ਟੁੱਟ ਜਾਣੇ ਆ ਇੱਕ ਦੂਸਰੇ ਦੇ, ਗਾਲਾਂ ਤੋਂ ਉੱਪਰ ਹੋ ਜਾਣਾ, ਅੱਗੇ ਹੋ ਜਾਣਾ ਕੰਮ। ਹਾਂ, ਮੇਜਰ ਸਾਹਿਬ 10 ਮਿੰਟ ਬੰਦਾ ਬੋਲ ਕੇ ਕਹਿੰਦਾ ਤੇ ਹੈ ਮੈਂ ਜਿੱਤ ਗਿਆ, ਪਰ ਅਸਲ 'ਚ ਬੰਦਾ ਹਾਰ ਗਿਆ। ਉਹ ਤੁਹਾਡਾ ਧੀਰਜ ਹਾਰ ਗਿਆ। ਔਰ ਧੀਰਜ ਜਿਹੜਾ ਵਾ, ਜਦੋਂ ਧੀਰਜ ਕਮਜ਼ੋਰ ਹੋ ਗਿਆ ਤੇ ਵਿਵੇਕ ਕਿੱਥੇ ਹੋਣਾ? ਵਿਵੇਕ ਨੂੰ ਕੰਮ ਕਰਨ ਦੇ ਲਈ ਟਾਈਮ ਚਾਹੀਦਾ ਹੈ। ਬਿਲਕੁਲ। ਹੁਣ ਕੋਈ ਵੀ ਕੰਮ ਕਰਦੇ ਜੋ, 3 ਚੀਜ਼ਾਂ ਹੁੰਦੀਆਂ ਨੇ। ਇੱਕ ਹੁੰਦੇ ਸਾਡੀਆਂ ਭਾਵਨਾਵਾਂ, ਜਜ਼ਬਾਤ, ਜਿਹਨੂੰ ਇਮੋਸ਼ਨ ਕਹਿ ਲਓ। ਦੂਜੀ ਹੁੰਦੀ ਬੁੱਧੀ। ਹੁਣ ਇਹ ਦੋਨੋਂ ਹੀ ਤੇ ਕੰਮ ਦੀਆਂ ਚੀਜ਼ਾਂ ਨੇ। ਇਮੋਸ਼ਨ ਜਿਹੜੇ ਹੁੰਦੇ ਆ, ਇਮੋਸ਼ਨ ਕੁਛ ਵੀ ਨਹੀਂ ਹੁੰਦੇ, ਮਾਂ ਦਾ ਸਿਰ ਹੁੰਦੇ ਆ। ਉਹ ਕਹਿੰਦੇ ਆ ਕਿ ਅਗਲਾ ਹਾਂ ਨਾ ਜਾਂ ਗੱਲ ਕਹਿ ਕੇ ਜਾਵੇ ਕਿਉਂ। ਤੁਸੀਂ ਕੋਈ ਵੀ ਕੰਮ ਕਰਨਾ ਹੈ, ਤੁਸੀਂ ਕਿ ਵਿਆਹ ਤੇ ਗਏ, ਤੁਹਾਨੂੰ ਕਿਸੇ ਨੇ ਪੁੱਛਿਆ ਨਹੀਂ ਤੇ ਤੁਹਾਡੇ ਇਮੋਸ਼ਨਾਂ ਨੂੰ ਦੁੱਖ ਪਹੁੰਚਣਾ, ਸੱਟ ਲੱਗ ਜਾਣੀ ਹੈ, ਤੁਸੀਂ ਜ਼ਖਮੀ ਹੋ ਕੇ ਆਉਣਾ ਉੱਥੋਂ। ਗਏ, ਹਾਂ ਯਾਰ ਮਜ਼ਾ ਨਹੀਂ ਆਇਆ, ਖਵਾਇਆ ਨਹੀਂ ਅਗਲੇ ਨੇ। ਹੁਣ ਅਗਲਾ 700-800 ਬੰਦਾ ਤੁਹਾਨੂੰ ਕਿੱਥੇ ਖਵਾਵੇ ਨਿਜਰ ਸਾਹਿਬ? ਬਿਲਕੁਲ ਬਿਲਕੁਲ ਸਹੀ ਗੱਲ ਹੈ। ਉੱਥੇ ਰੋਟੀ ਵੀ ਨਹੀਂ ਤੁਹਾਨੂੰ ਚੰਗੀ ਲੱਗਣੀ, ਉੱਥੇ ਸਟੇਜ ਤੇ ਭੰਗੜਾ ਪਾਉਂਦੇ ਉਹ ਵੀ ਨਹੀਂ ਚੰਗੇ ਲੱਗਣੇ ਤੁਹਾਨੂੰ। ਉਹ ਸਾਰੀਆਂ ਬੁਰਾਈਆਂ ਚ ਲੱਗਣੀਆਂ ਕਿ ਹਾਂ ਮੈਨੂੰ ਖਵਾਇਆ ਹੀ ਨਹੀਂ ਅਗਲੇ ਨੇ। ਬਿਲਕੁਲ। ਤੇ ਜੇ ਉਹ ਤੁਹਾਡੇ ਗੱਲ 'ਚ ਇੱਕ ਹੰਕਾਰ ਦਾ ਥੋੜਾ ਜਿਹਾ ਹਾਰ ਪਾ ਦੇ ਕਿ ਤੁਸੀਂ ਸਾਡੇ ਘਰ ਆਏ ਜੋ ਬੜੀ ਮਿਹਰਬਾਨੀ ਹੈ, ਜੇ ਤੁਸੀਂ ਨਾ ਆਉਂਦੇ ਤੁਹਾਡਾ ਵਿਆਹ ਹੀ ਨਹੀਂ ਹੋਣਾ ਹੈ। ਫਿਰ ਨਿਜਰ ਸਾਹਿਬ ਬਹੁਤ ਵਧੀਆ। ਫਿਰ ਕਹਿਣਾ ਜੀ ਇਹਦੇ ਵਰਗਾ ਬੰਦਾ ਨਹੀਂ ਕੋਈ। ਫਿਰ ਮਾੜੀ ਮੋਟੀ ਰੋਟੀ ਵੀ ਹੈਗੀ, ਤੁਸੀਂ ਉਹ ਵੀ ਛਕ ਜਾਣੀ ਕਿਉਂਕਿ ਤੁਹਾਨੂੰ ਗੋਲੀ ਚਕਾਤੀ ਅਗਲੇ ਨੇ। ਸੋ ਕਹਿਣ ਤੋਂ ਭਾਵ ਆ ਕਿ ਜਿਹੜਾ ਜਜ਼ਬਾਤ ਹੁੰਦੇ ਨੇ, ਜਜ਼ਬਾਤ ਵਿਵੇਕ ਨੂੰ ਕਮਜ਼ੋਰ ਕਰਦੇ ਨੇ। ਰਿਐਕਸ਼ਨ ਜਿਹੜਾ ਜੇ ਜਜ਼ਬਾਤ ਕਰਦੇ ਆ ਨਾ, ਧੀਰਜ ਨਹੀਂ ਹੈਗਾ ਤੇ ਆਪਾਂ ਗਲਤ ਜੀ, 101% ਗਲਤ। ਭਾਵਨਾ ਹੈਗੀ, ਫਿਰ ਧੀਰਜ ਨਹੀਂ ਹੈਗਾ ਤੇ ਭਾਵਨਾ ਹੈਗੀ, ਬੁੱਧੀ ਨਹੀਂ ਆਏਗੀ। ਹਾਂ, ਜਿੱਥੇ ਉਹ ਚ ਬੁੱਧੀ ਨਹੀਂ ਨਾ ਹੈਗੀ। ਆਪ ਜਸਟ ਚੀਜ਼ ਨੂੰ ਆਪ ਕਹਿ ਰਹੇ ਹੋ। ਹੁਣ ਕਣਕ, ਹੁਣ ਤੁਸੀਂ ਇੱਕ ਰੇਤਾ ਲੈਣ ਦੀ, ਰੇਤਾ ਚ ਕਹੋ ਤੇਲ ਨਹੀਂ ਨਿਕਲਦਾ, ਕਿੱਥੋਂ ਕੱਢ ਲੋਗੇ? ਉਹ ਤੇ ਰੇਤਾ ਵਾ। ਜਜ਼ਬਾਤ ਕੀ ਹੈ ਨਿਜਰ ਸਾਹਿਬ? ਉਹ ਚ ਬੁੱਧੀ ਥੋੜੀ ਹੁੰਦੀ ਹੈ। ਬਿਲਕੁਲ। ਉਹ ਤੁਹਾਡੀਆਂ ਫੀਲਿੰਗਸ ਆ। ਹੁਣ ਜਿੱਦਾਂ ਦੀ ਸਾਡੀ ਫੀਲਿੰਗਸ ਆਈ, ਉਸੇ ਤਰ੍ਹਾਂ ਦਾ ਹੀ ਉਹ ਚੀਜ਼ ਨੂੰ ਦੇਖਣਾ ਹੈ। ਔਰ ਜਦੋਂ ਸਾਡੇ ਅੰਦਰ ਵਿਵੇਕ ਆ ਗਿਆ ਫਿਰ ਤੈਨੂੰ ਗਿਆਨ ਹੋ ਜਾਂਦਾ। ਪਰ ਵਿਵੇਕ ਨੂੰ ਕੰਮ ਕਰਨ ਦੇ ਲਈ ਮੂੰਹ ਬੰਦ ਕਰਨਾ ਪੈਂਦਾ। ਹਾਂ, ਚੌਥਾ ਪਦ ਸੀਗਾ ਇਹ, ਕੋਰੇ ਚਾਰ ਭੈਂਸ ਚਰਾਵਨ ਜਾਈ, ਬਾਹਰ ਬੈਲ ਗੋਨ ਘਰ ਆਈ। ਤੇ ਬੈਲ ਜਿਹੜਾ ਹੈਗਾ ਉਹ ਬਾਹਰ ਹੋ ਗਿਆ, ਜਿਹਨੇ ਕਿ ਸਪਿਰਚੁਅਲ ਜਰਨੀ ਕਰਨੀ ਸੀਗੀ, ਜਿਹਨੇ ਜਿਹੜਾ ਹੈਗਾ ਧਿਆਨ ਸਿਮਰਨ ਦੇ ਦੁਆਰਾ ਜਿਹੜਾ ਹੈਗਾ ਇਹ ਪ੍ਰਾਣ ਸ਼ਕਤੀ ਜਿਹੜੀ ਹੈ 10ਵੇਂ ਦੁਆਰ ਵੱਲ ਲੈ ਕੇ ਜਾਣੀ ਸੀਗੀ। ਤੇ ਗੌਨ ਕਹਿੰਦੇ ਤ੍ਰਿਸ਼ਨਾ ਦੀ ਜਿਹੜੀ ਬੋਰੀ ਹੈਗੀ ਉਹ ਜਿਹੜੀ ਹੈਗੀ ਘਰ ਦੇ ਵਿੱਚ ਜੀਵ ਦੇ, ਇਨਸਾਨ ਦੇ ਜਿਹੜੀ ਹੈਗੀ ਹਮੇਸ਼ਾ ਵਾਸਤੇ ਜਿਹੜੀ ਹੈਗੀ ਉਹ ਪੈਦਾ ਹੋਣ ਤੋਂ ਅਖੀਰ ਤੱਕ ਉਹ ਤ੍ਰਿਸ਼ਨਾ ਵਾਲੀ ਗੌਨ ਉਹਦੇ ਘਰ 'ਚ ਹੀ ਰਹਿੰਦੀ ਹੈ। ਹੁਣ ਇਹ ਕਬੀਰ ਸਾਹਿਬ ਨੇ ਜਿਹੜਾ ਹੈਗਾ ਇਹ ਸ਼ਬਦ ਦਿੱਤਾ, ਇਹਦੇ 4 ਬੰਦ ਹੋ ਗਏ। 5ਵਾਂ ਬੰਦ ਆਪਾਂ ਬਾਅਦ ਵਿੱਚ ਲੈਂਦੇ ਹਾਂ। ਪਹਿਲਾਂ ਇਹ ਚਾਰੋਂ ਬੰਦ ਜਿਹੜੇ ਹੈਗੇ ਦੁਬਾਰਾ ਫਿਰ ਇੱਕ ਵਾਰੀ ਸਿਰਫ ਪੜ੍ਹਦੇ ਹਾਂ ਆਪਾਂ। ਆਸਾ ਪਹਿਲਾਂ ਪੂਤ ਪਿਛੈਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਹੁਣ ਡਾਇਰੈਕਟ ਜਿਹੜੇ ਇਹਦੇ ਜੋ ਲਿਖਿਆ ਹੋਇਆ ਉਹਨੂੰ ਆਪਾਂ ਉਸ ਤਰ੍ਹਾਂ ਹੀ ਇਹਦੀ ਗੱਲ ਕਰਾਂਗੇ। ਇਹਦੇ ਜਿਹੜੇ ਭਾਵਾਰਥ ਜਿਹੜੇ ਹੈਗੇ ਆ ਉਹਨੂੰ ਆਪਾਂ ਨਹੀਂ ਲੈ ਰਹੇ। ਸਿਰਫ ਜਿਹੜਾ ਜੋ ਅਰਥ ਹੋ ਰਿਹਾ ਇਹਦੇ ਗ੍ਰਾਮੈਟੀਕਲ ਜਿਹੜੇ ਹੈਗੇ ਅਰਥ ਜਿਹੜੇ ਹੈਗੇ ਉਹ ਆਪਾਂ ਲੈ ਰਹੇ ਹਾਂ। ਪਹਿਲਾਂ ਪੂਤ ਪਿਛੈਰੀ ਮਾਈ,
ਗੁਰ ਲਾਗੋ ਚੇਲੇ ਕੀ ਪਾਈ। ਕਹਿੰਦੇ ਪਹਿਲਾਂ ਪੁੱਤਰ ਸੀ, ਫਿਰ ਮਾਂ ਬਾਅਦ ਵਿੱਚ ਆ, ਤੇ ਗੁਰੂ ਜਿਹੜਾ ਹੈਗਾ ਚੇਲੇ ਦੀ ਪੈਰ ਫੜ ਰਿਹਾ ਆ। ਇੱਕ ਅਚੰਭੋ ਸੁਨੋ ਤੁਮ ਪਾਈ, ਦੇਖਤ ਸਿੰਘ ਚਰਾਵਤ ਗਾਈ। ਇੱਕ ਅਚੰਭਾ ਦੇਖ ਲਓ ਬਈ, ਸ਼ੇਰ ਦਿਖਣ ਨੂੰ ਲੱਗਦਾ ਹੈ, ਗਾਈਆਂ ਚਰਾ ਰਿਹਾ ਆ। ਜਲ ਕੀ ਮਛਲੀ ਤਰਵਰੇ ਬਿਆਈ, ਤੇ ਮਛਲੀ ਜਲਦੀ ਆ ਤੇ ਦਰਖਤ ਤੇ ਜਾ ਕੇ ਸੂ ਗਈ ਆ। ਦੇਖਤ ਕੁੱਤਰਾ ਲੈ ਗਈ ਬਿਲਾਈ, ਕਹਿੰਦੇ ਦੇਖਦੇ ਦੇਖਦੇ ਜਿਹੜਾ ਬਿੱਲੀ ਕੁੱਤੇ ਨੂੰ ਲੈ ਗਈ ਆ। ਤਲੇ ਰੇ ਬੈਸਾਂ ਉੱਪਰ ਸੂਲਾ, ਤਲੇ ਤੇ ਬੈਠ ਗਿਆ, ਉੱਪਰ ਸੂਲ ਹੈਗੇ, ਅਸੂਲ ਹੈਗੇ। ਤਿਸਕੇ ਪੇੜ ਲਗੇ ਫਲ ਫੂਲਾ, ਉਸ ਪੇੜ ਦੇ ਫਲ ਫੁੱਲ ਲੱਗੇ ਹੋਏ ਆ। ਕੋਰੇ ਚਰ ਭੈਂਸ ਚਰਾਵਨ ਜਾਈ, ਘੋੜੇ ਤੇ ਚੜ ਕੇ ਮੱਝ ਚਰਾਉਣ ਜਾਂਦੀ ਆ। ਬਾਹਰ ਬੈਲ ਗੋਨ ਕਰ ਆਈ, ਬੈਲ ਬਾਹਰ ਆ ਤੇ ਬੋਰੀ ਘਰ ਦੇ ਵਿੱਚ ਹੈਗੀ ਆ, ਤੇ ਗੋਨ ਬੋਰੀ। ਹੁਣ ਆਹ ਚੀਜ਼ ਜਿਹੜੀ ਹੈ, ਇਹ ਅਰਥ ਹੋ ਗਏ ਇਹਦੇ ਜਿਹੜੇ ਹੈਗੇ ਗ੍ਰਾਮਰ ਦੇ ਹਿਸਾਬ ਦੇ ਨਾਲ, ਸ਼ਬਦਾਂ ਦੇ ਹਿਸਾਬ ਦੇ ਨਾਲ ਸ਼ਬਦ ਅਰਥ ਹੋ ਗਏ। ਹੁਣ ਇਹਦੇ ਚੋਂ ਕੀ ਪਤਾ ਲੱਗਿਆ ਆਪਾਂ ਨੂੰ, ਜਿਹਨੂੰ ਇਹ ਭਾਵ ਅਰਥ ਜਿਹੜੇ ਨਹੀਂ ਲਏ ਕਿਸੇ ਨੇ। ਹੁਣ ਕਬੀਰ ਜੀ ਕਹਿੰਦੇ ਆ, ਕਹਿਤ ਕਬੀਰ ਜੋ ਇਸ ਪਦ ਬੂਝੈ, ਕਹਿੰਦੇ ਇਹਦੇ ਵਿੱਚ ਜਿਹੜਾ ਹੈਗਾ ਇਹ ਮੈਂ ਕੁੱਤਰਾ ਤੇ ਬਿੱਲੀ ਤੇ ਮੱਝ ਤੇ ਅਸੂਲ ਜਿਹੜੇ ਹੈਗੇ, ਇਹ ਜਿਹੜੇ ਹੈ ਪੇੜ ਤੇ ਫੁੱਲ, ਇਹ ਜਿਹੜੇ ਹੈਗੇ ਘੋੜਾ ਤੇ ਮੱਝ, ਇਹ ਜੋ ਕੁਛ ਵੀ ਮੈਂ ਕਹਿ ਰਿਹਾ ਆ, ਇਹਦੇ ਵਿੱਚ ਜਿਹੜਾ ਹੈਗਾ ਇਹ ਇਸ ਤੇ ਅਰਥ ਭਾਵਾਰਥ ਜਿਹੜਾ ਬੁੱਝੂਗਾ। ਇਹ ਬਾਣੀ ਜਿਹੜੀ ਹੈਗੀ ਭਾਈ ਗ੍ਰਾਮਰ ਨਹੀਂ ਹੈਗੀ, ਇਹ ਸ਼ਬਦ ਨਹੀਂ ਹੈ। ਸ਼ਬਦ ਅਰਥ ਜਿਹੜਾ ਇਹ ਵਿਆਕਰਣ ਦੇ ਹਿਸਾਬ ਦੇ ਨਾਲ ਇਹਦੇ ਸ਼ਬਦ ਅਰਥ ਕਰ ਲੈ ਵੀ, ਇਸ ਚੋਂ ਜਿਹੜਾ ਹੈਗਾ ਸ਼ਬਦ ਅਰਥ ਕਰ ਲੈ ਜੀ, ਵਿਆਖਿਆ ਹੋ ਗਈ ਇਹਦੀ। ਕਹਿਤ ਕਬੀਰ ਜੋ ਇਸ ਪਦ ਬੂਝੈ, ਇਹਨੂੰ ਬੁੱਝਣਾ ਹੈ ਭਾਈ, ਇਹ ਪਹੇਲੀ ਹੈਗੀ ਆ। ਜਿਵੇਂ ਬੁਝਾਰਤ ਕਹਿੰਦੇ ਆ, ਇਹ ਮੁੰਦਾਵਣੀ ਸਤਿਗੁਰੂ ਪਾਈ, ਗੁਰਸਿੱਖਾਂ ਲੱਦੀ ਪਾੜ। ਇਹਨੂੰ ਮੁੰਦਾਵਣੀ ਨੂੰ ਬੁੱਝਣਾ ਆ। ਜਿਵੇਂ ਕਹਿੰਦੇ ਬੱਚੇ ਜਿਹੜੇ ਬੁਝਾਰਤ ਪਾਉਂਦੇ ਆ ਕਿ ਜਿਹੜੇ ਨੀਲੀ ਟੱਲੀ ਚੌਲ ਬੱਧੇ, ਦਿਨੇ ਗਵਾਚੇ ਰਾਤੀ ਲੱਭੇ, ਤੇ ਬੁੱਝਣ ਵਾਲਾ ਕਹਿ ਦਿੰਦੇ ਤਾਰੇ। ਹੁਣ ਨੀਲੀ ਟੱਲੀ ਤੇ ਚੌਲ ਤੇ ਦਿਨੇ ਤੇ ਗਵਾਚ ਗਏ ਤੇ ਰਾਤ ਨੂੰ ਲੱਭ ਗਏ, ਬੁਝਾਰਤ ਹੈਗੀ ਆ। ਉਵੇਂ ਦੀ ਇਹ ਬਾਣੀ ਜਿਹੜੀ ਹੈ ਬੁਝਾਰਤ ਹੈਗੀ ਭਾਈ, ਇਹਨੂੰ ਬੁੱਝਣਾ ਪੈਣਾ ਹੈ, ਇਹਨੂੰ ਅਰਥਾਉਣਾ ਪੈਣਾ ਹੈ। ਕਹਿਤ ਕਬੀਰ ਜੋ ਇਸ ਪਦ ਬੂਝੈ, ਕਹਿੰਦੇ ਆ ਜੋ ਗਿਆਨ ਦਿੱਤਾ ਹੈ, ਪਦ ਦਿੱਤੇ ਹੈ, ਇਹਨਾਂ ਨੂੰ ਜਿਹੜਾ ਬੁੱਝ ਜਾਏਗਾ, ਇਹਨਾਂ ਤੋਂ ਜਿਹੜਾ ਹੈਗਾ ਇਹਦੇ ਭਾਵਾਰਥ ਸਮਝ ਜਾਏਗਾ ਮੈਂ ਕੀ ਕਹਿਣਾ ਚਾਹੁੰਦਾ ਆ। ਰਾਮ ਰਮਤ ਤੇ ਸਭ ਕੁਝ ਸੂਝੈ, ਕਹਿੰਦੇ ਪਰਮੇਸ਼ਰ ਦੇ ਨਾਲ ਰਮ ਜਾਏਗਾ, ਉਹਨੂੰ ਸਾਰਾ ਕੁਝ ਸੋਝੂਗਾ। ਉਸੇ ਵੇਲੇ ਯੂ ਟਰਨ ਹੋ ਜਾਏਗਾ, ਉਸੇ ਵੇਲੇ ਜਿਹੜਾ ਹੈਗਾ ਉਹ ਧਿਆਨ ਸਿਮਰਨ ਵੱਲ, ਭਗਤੀ ਵੱਲ, ਰੱਬ ਵਾਲੇ ਪਾਸੇ, ਮਾਇਆ ਵਾਲੀ ਯਾਤਰਾ ਛੱਡ ਕੇ ਥੱਲੇ ਜਿਹੜੀ ਹੈ ਬੈਠਕ ਜਿਹੜੀ ਹੈਗੀ, ਉਹ ਆਪਣੀ ਜਿਹੜੇ ਹੈਗੇ ਉੱਪਰ ਨੂੰ ਜਿਹੜਾ ਹੈਗਾ ਉਹਦੀ ਪ੍ਰਾਣ ਸ਼ਕਤੀ ਜਾਣ ਲੱਗ ਜਾਏਗੀ। ਭਾਵੇਂ ਮੂਲਾਧਾਰ ਚੱਕਰ ਤੋਂ ਉੱਪਰ ਨੂੰ ਪ੍ਰਾਣ ਸ਼ਕਤੀ ਲੈ ਜਾਏਗਾ। ਉਹ ਭੋਗ ਵਿਲਾਸ ਜਿਹੜੇ ਹੈਗੇ ਸਾਰੇ ਜਿਹੜੇ ਹੈਗੇ ਉਹਦੇ ਵਿੱਚ ਪ੍ਰਾਣ ਸ਼ਕਤੀ ਮਿਨੀਮਾਈਜ਼ ਕਰਕੇ ਔਰ ਉੱਪਰ ਨੂੰ ਪ੍ਰਾਣ ਸ਼ਕਤੀ ਲੈ ਕੇ ਜਾਏਗਾ। ਹਾਂਜੀ ਗੋਰਖੀ ਸਾਹਿਬ। ਹਾਂਜੀ ਸਾਧ ਸੰਗਤ ਜੀ ਦੇਖ ਲਓ, ਕਬੀਰ ਜੀ ਖੁਦ ਕਹਿ ਰਹੇ ਹੋ, ਅਸੀਂ ਨਹੀਂ ਕਹਿ ਰਹੇ। ਉਹ ਕਹਿੰਦੇ ਕਿ ਇਹ ਗੱਲ ਨੂੰ ਕਿਹੜਾ ਬੁੱਝੋ, ਲੱਭੋ ਇਹਨੂੰ। ਇਹ ਲੱਭ ਲਿਆ ਤਾਂ ਉਹਨੂੰ ਗਿਆਨ ਹੋ ਜਾਣਾ। ਗਿਆਨ ਤੇ ਤੁਹਾਨੂੰ ਪਤਾ ਹੀ ਹੋ, ਅੰਦਰ ਦੀ ਕਥਾ ਵਾ ਸਾਰੀ, ਅੰਦਰ ਦੀ ਸਾਧਨਾ। ਇਹ ਜਿਹੜੀ ਕਥਾ ਆਪਾਂ ਕਰਨੀ ਹੈ ਨਾ, ਇਹ ਆਮ ਬੰਦੇ ਵਾਸਤੇ ਤੇ ਬਿਲਕੁਲ ਹੀ ਇਹ ਕਥਾ ਨਹੀਂ ਜੇ। ਇਹ ਬਿਲਕੁਲ ਹੀ ਇਹ ਆਮ ਬੰਦੇ ਵਾਸਤੇ ਕਥਾ ਨਹੀਂ ਆ, ਨਾ ਉਹਨੂੰ ਸਮਝ ਪੈਣਾ ਹੀ ਕੀ ਕਹਿ ਰਹੇ ਆ। ਇਹ ਕੇਵਲ ਉਹਨਾਂ ਬੰਦਿਆਂ ਵਾਸਤੇ ਕਥਾ ਹੈ ਜਿਹੜੇ ਸਾਧਨਾ ਕਰ ਰਹੇ, ਜਿਹੜੇ ਬੰਦਗੀ ਕਰ ਰਹੇ, ਜਿਹੜੇ ਭਗਤੀ ਕਰ ਰਹੇ। ਠੀਕ ਹੈ ਜੀ ਸਾਹਿਬ, ਬਹੁਤ ਵਧੀਆ ਗੋਲਕੀ ਸਾਹਿਬ, ਬਿਲਕੁਲ ਸਹੀ ਗੱਲ। ਮੈਂ ਕਹਾਂ ਕਿ ਆਮ ਬੰਦੇ ਨੂੰ ਬੜੀ ਚੰਗੀ ਲੱਗੂਗੀ, ਉਹਨੇ ਸੁਣੀ ਆ ਕਥਾ, ਇੱਕ ਦੋ ਦਿਨ ਉਹਨੇ ਭੱਜ ਜਾਣਾ। ਹਾਂ, ਉਹਨੇ ਕਹਿਣਾ ਇੱਕ ਕਥਾ ਨਾਸਤਕਾਂ ਦੀ ਕਥਾ ਹੈ ਤੇ ਫਨ ਤੋੜੀ ਜਾਂਦੇ ਆ, ਮੰਦਿਰ ਚ ਕਹਿੰਦੇ ਨਾ ਜਾਓ, ਕਿੱਥੇ ਜਾਈਏ ਫਿਰ। ਕੁਛ ਤਾਂ ਗੋਰਖੀ ਸਾਹਿਬ, ਕੁਛ ਨੇ ਤਾਂ ਕਹਿਣਾ ਕਿ ਗੋਰਖੀ ਸਾਹਿਬ ਦੇਖੋ ਬਾਣੀ ਨੂੰ ਜਿਹੜਾ ਹੈਗਾ ਉਹਦੇ ਉਚਾਰਨ ਜਿਹੜੇ ਕਿਤੇ ਕੁਛ ਕਰ ਦਿੰਦੇ, ਕਿਤੇ ਕੁਛ ਕਰ, ਉਹਨਾਂ ਨੇ ਉੱਥੇ ਹੀ ਅੜ ਜਾਣਾ ਹੈ। ਇਹ ਕਥਾ ਹੀ ਏਦਾਂ ਦੀ ਹੈ, ਬ੍ਰਹਮ ਵਿਚਾਰ ਆ। ਇਹ ਬ੍ਰਹਮ ਵਿਚਾਰ ਸੂਈ ਘੁੰਮ ਕੇ ਸਾਡੇ ਤੇ ਆ ਜਾਣੀ ਆ। ਅਸੀਂ ਕਿੱਥੇ ਵੀ ਨਹੀਂ ਜਾਣਾ, ਇਹ ਤੁਸੀਂ ਜਿੱਥੇ ਮਰਜ਼ੀ ਭੱਜ ਲਓ, ਇਹ ਸੂਈ ਘੁੰਮ ਕੇ ਫਿਰ ਕਬੀਰ ਜੀ ਨੇ ਸਾਡੇ ਦੇ ਸਿਰ ਤੇ ਰੱਖ ਦੇਣੀ ਆ। ਘੁਮਾਉਣਗੇ ਇੱਧਰ ਉੱਧਰ, ਖੰਡਗੇ ਫਿਰ ਸੂਈ ਕਰਨਜੀ ਦੇ ਉੱਤੇ, ਨਿੱਜਰ ਸਾਹਿਬ ਦੇ ਉੱਤੇ, ਫਿਰ ਤੁਹਾਡੇ ਉੱਤੇ, ਸੂਈ ਸਾਡੇ ਤੇ ਘੁੰਮੀ ਜਾਣੀ ਹੈ। ਪਰ ਇਹ ਜਿਹੜੀ ਕਥਾ ਹੈ, ਇਹੋ ਹੀ ਕਥਾ ਹੈ, ਇਹੀ ਕਥਾ ਹੈ, ਹੋਰ ਕੋਈ ਕਥਾ ਨਹੀਂ। ਕਬੀਰ ਜੀ ਨੇ ਕੁਛ ਨਹੀਂ ਕਿਹਾ ਕਿਤੇ ਸਤਿਗੁਰ ਲੈ ਜਾਊਗਾ ਤੁਹਾਨੂੰ, ਪਤਾ ਨਹੀਂ ਕਿੱਥੇ ਲੈ ਜਾਊਗਾ, ਕਿੱਥੇ ਨਹੀਂ ਕਿਹਾ ਕਬੀਰ ਜੀ ਨੇ। ਕਬੀਰ ਜੀ ਕਹਿੰਦੇ ਬੰਦਗੀ ਕਰੋ, ਭਗਤੀ ਕਰੋ। ਇਹ ਮਾਇਆ ਤੇ ਬੱਚੇ ਦਾ ਭੇਦ ਹੈ ਜਿਹੜਾ ਉਹਨੂੰ ਸਾਫ਼ ਕਰੇ, ਇਹਨੂੰ ਕਲੀਅਰ ਕਰਨਾ ਜ਼ਰੂਰੀ ਆ। ਔਰ ਖਾਸ ਕਰਕੇ ਜਿਹੜਾ ਕੰਮ ਤੂੰ ਮਨ ਤੋਂ ਕਰਵਾਉਂਦੇ ਆ ਨਾ, ਉਹ ਕੰਮ ਬੁੱਧੀ ਤੋਂ ਕਰਾ ਲਾ। ਬਸ ਇੰਨਾ ਕੰਮ ਹੈ,
ਨਿੱਜਰ ਸਾਹਿਬ ਸਹੀ ਆ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ ਗੋਗੀ ਸਾਹਿਬ। ਬਸ ਕਹਿੰਦੇ ਕਿ ਜਿਹੜਾ ਡਰਾਈਵਰ ਤੇਰਾ ਗੱਡੀ ਤੇ ਗਲਤ ਪਾਇਆ ਤੂੰ, ਉਹਨੂੰ ਕਨੈਕਟਰ ਨੂੰ ਤੂੰ ਡਰਾਈਵਰ ਬਣਾ, ਜਿਹਨੂੰ ਤੂੰ ਕਨੈਕਟਰ ਬਣਾ ਕੇ ਬੈਠਾ ਵਾ, ਤੇਰੀ ਬੁੱਧੀ ਤੇ ਡਰਾਈਵਰ ਆ। ਜਿਹੜਾ ਕਨੈਕਟਰ ਆ ਉਹਨੂੰ ਤੂੰ ਡਰਾਈਵਰ ਬਣਾਇਆ ਵਾ, ਉਹ ਮਤਲਬ ਜਿਹੜਾ ਉਹਨੂੰ ਥੱਲੇ ਲਿਆ ਜਿਹੜਾ। ਬਿਲਕੁਲ ਸਹੀ ਹੈ ਗੋਰਕੀ ਸਾਹਿਬ, ਟਾਂਗਾ ਜਿਹੜਾ ਹੈ ਨਾ ਉਹਦੇ ਘੋੜੇ ਨੂੰ ਪਿਛਾੜੀ ਬੰਨਿਆ ਹੋਇਆ ਹੈ। ਆਹੋ, ਤੇ ਨੰਬਰ 2 ਕਹਿੰਦੇ ਆ ਕਿ ਏਦਾਂ ਕਰ ਕਿ ਜੇ ਤੂੰ ਚਾਹੁੰਦਾ ਨਾ ਕਿ ਤੇਰਾ ਟਾਂਗਾ ਵਧੀਆ ਤਰ੍ਹਾਂ ਚੱਲੇ, ਫਿਰ ਉੱਥੋਂ ਖੋਤੇ ਨੂੰ ਲਾ ਦੇ ਤੇ ਤੂੰ ਘੋੜੇ ਨੂੰ ਰੱਖ ਜਿਹਨੂੰ ਗਿਆਨ ਹੈਗਾ। ਤੇ ਘੋੜਾ ਤੇ ਉਹੀ ਆ ਸਾਡੀ ਬੁੱਧੀ। ਬੁੱਧੀ ਸਾਡਾ ਨੁਕਸਾਨ ਥੋੜੀ ਚਾਹੁੰਦੀ ਆ। ਤੁਸੀਂ ਵੇਖੋ ਬੁੱਧੀ ਚ ਕੋਈ ਵੀ ਤੁਸੀਂ ਕੰਮ ਕਰਦੇ ਜੋ, ਤੁਸੀਂ ਬਾਜ਼ਾਰ ਕੋਈ ਚੀਜ਼ ਲੈਣ ਜਾਂਦੇ ਜੋ, ਉਹ ਕਹਿੰਦੀ ਆ ਰੁਪਈਆ 500 ਬੋਚਿਆ, 3 ਦਿਨ ਘਰ ਵੀ ਚਲਾਉਣਾ ਵਾ, ਇੱਥੇ ਤੂੰ ਆ ਨਾ ਕੰਮ ਕਰ। ਪਰ ਮਨ ਕਹਿੰਦਾ ਨਹੀਂ ਓਏ 500 ਆ ਨਾ, ਲਿਆ ਸ਼ਰਾਬ ਦੀ ਬੋਤਲ ਲਿਆਓ ਪੀਏ, ਆਟਾ ਆ ਜਾਊਗਾ। ਬੁੱਧੀ ਕਹਿੰਦੀ ਕਿੱਥੋਂ ਆ ਜਾਊਗਾ, ਤੇਰੇ ਪਿਓ ਦੀ ਫੈਕਟਰੀ ਚੱਲਦੀ ਉੱਥੇ ਹੈ, ਚੱਕੀ ਜਿਸ ਤਰ੍ਹਾਂ ਪਿਓ ਲੱਗਾ ਉੱਥੇ ਜਿਹਨੇ ਆਟਾ ਲਿਆਉਣਾ। ਤੋਂ ਕਹਿਣ ਤੋਂ ਭਾਵ ਹੈ ਕਿ ਬੁੱਧੀ ਸਾਨੂੰ ਬਚਾਉਣਾ ਚਾਹੁੰਦੀ ਆ, ਸਾਨੂੰ ਗਿਆਨ ਕਰਾਉਂਦੀ ਆ, ਉਸ ਯਥਾਰਥ ਸੱਚ ਦਿਖਾਉਂਦੀ ਆ। ਜੇ ਆਪਾਂ ਕਿਸੇ ਨੂੰ ਗਾਲ ਵੀ ਕੱਢਣ ਲੱਗਦੇ ਆ, ਲੜ ਜਾਂਦੇ ਆ, ਦਫ਼ਤਰ ਚ ਆਪਾਂ ਲੜਦੇ ਆ ਨਾ, ਉਹ ਕਹਿੰਦੀ ਨਾ ਵੀ ਤੇਰਾ ਬੌਸ ਹੈਗਾ ਤੇ ਚੁੱਪ ਕਰਕੇ ਬੈਠਾ ਰਹਿ, ਐਵੇਂ ਨੌਕਰੀ ਨਾ ਗਵਾ ਲਈ। ਜੇ ਤੇਰੀ ਨੌਕਰੀ ਗਈ, ਬੱਚੇ ਦੀ ਫੀਸਾਂ ਕਿੱਥੋਂ ਆਉਣੀਆਂ? ਤੇਰਾ ਕਿਰਾਇਆ ਵਾ, ਮਕਾਨ ਤੇਰਾ ਕਿਰਾਏਦਾਰ ਆ। ਮਨ ਕਹਿੰਦਾ ਨਹੀਂ ਨਹੀਂ ਮੈਨੂੰ ਹੋਰ ਨੌਕਰੀ ਮਿਲ ਜੂਗੀ, ਕੀ ਫਰਕ ਪੈਂਦਾ? ਪਰ ਬੁੱਧੀ ਕਹਿੰਦੀ ਪਿਛਲੀ ਵਾਰੀ 7-8 ਮਹੀਨੇ ਘਰੇ ਬੈਠਾ ਬਿਨਾਂ ਨੌਕਰੀ ਦੇ, ਉਦੋਂ ਤੈਨੂੰ ਕਿਉਂ ਨਹੀਂ ਨੌਕਰੀ ਮਿਲੀ? ਇਹ ਤੁਹਾਡੀ ਬੁੱਧੀ ਤੈਨੂੰ ਗਿਆਨ ਕਰਾਉਣਾ ਚਾਹੁੰਦੀ, ਬੁੱਧੀ ਸਾਨੂੰ ਬਚਾਉਣਾ ਚਾਹੁੰਦੀ ਆ। ਬੁੱਧੀ ਸੇਫਟੀ ਆ ਸਾਡਾ। ਤੁਹਾਨੂੰ ਕੋਈ ਝੂਠ ਵੀ ਬੋਲੇ, ਤੁਹਾਡੇ ਨਾਲ ਠੱਗੀ ਮਾਰੇ, ਤੁਹਾਨੂੰ ਕਹਿੰਦੀ ਆ ਝੂਠ ਹੈਗਾ ਹੀ। ਮਨ ਕਹਿੰਦਾ ਨਹੀਂ ਨਹੀਂ ਤੂੰ ਵਿਸ਼ਵਾਸ ਕਰਨਾ, ਇਹ ਕੰਮ ਆਪਣਾ ਕਰੂਗਾ। ਹੁਣ ਤੁਹਾਨੂੰ ਕੋਈ ਬੰਦਾ ਕਹਿੰਦਾ ਕੈਨੇਡਾ ਭੇਜ ਦਿੰਦਾ ਮੈਂ, ਬੁੱਧੀ ਕਹਿੰਦੀ ਹੈ ਇਹਦਾ ਕੋਈ ਦਫ਼ਤਰ ਨਹੀਂ ਹੈ, ਨਾ ਇਹਨੇ ਕੋਈ ਬੰਦਾ ਭੇਜਿਆ, ਇਹਨੂੰ ਕਿਹਾ ਕਿੰਨੇ ਬੰਦੇ ਭੇਜੇ ਲੈ, ਇਹਨੂੰ ਫੋਨ ਕਰੀਏ। ਸਹੀ ਹੈ ਨਿੱਜਰ ਸਾਹਿਬ? ਬਿਲਕੁਲ। ਤੇ ਮਨ ਕਹਿੰਦਾ ਨਹੀਂ ਨਹੀਂ ਐਨਕਾਂ ਲੱਗੀਆਂ ਵਾ, ਮੈਂ ਤੇ ਕੈਨੇਡਾ ਜਾਣਾ ਵਾ, ਆਵੇ ਸਾਰਾ ਕੁਝ ਮੈਨੂੰ ਆਵੇ, ਕਿੰਨੀਆਂ ਪੋਸਟਰ ਪਾਸਟਰ ਲਾਏ ਆ, ਇਹ ਜਿਹੜੀਆਂ ਗੱਪਾਂ ਮਾਰਦੇ ਬਿਲਕੁਲ ਸਹੀ ਹੈਗੀਆਂ। ਬੁੱਧੀ ਕਹਿੰਦੀ ਇਹ ਝੂਠ ਵੀ ਹੋ ਸਕਦੀਆਂ, ਤੂੰ ਚੈੱਕ ਕੋਈ ਨਹੀਂ ਕਰਦਾ। ਤੇ ਇਹੋ ਜਿਹੀ ਚੀਜ਼ ਹੈ, ਬੁੱਧੀ ਤੋਂ ਆਪਾਂ ਕੰਮ ਨਹੀਂ ਲੈਂਦੇ। ਪਰ ਜਦ ਕਿ ਜੀਵਨ ਬੁੱਧੀ ਤੋਂ ਬਿਨਾਂ ਨਹੀਂ ਬਤੀਤ ਕਰਨਾ ਚਾਹੀਦਾ। ਸਾਰਾ ਪਵਾੜਾ ਮਨ ਦਾ। ਮਨ ਕੁਛ ਨਹੀਂ ਹੈਗਾ, ਤੁਹਾਡੀਆਂ ਭਾਵਨਾ ਹੈਗੀਆਂ। ਤੇ ਭਾਵਨਾ ਦੇ ਵਿੱਚ ਜਦੋਂ ਕੋਈ ਚੀਜ਼ ਲੈ ਜਾਓਗੇ ਨਾ, ਫਿਰ ਤੁਸੀਂ ਯਥਾਰਥ ਸੱਚ ਨਹੀਂ ਦੇਖ ਸਕਦੇ, ਫਿਰ ਕਨ੍ਹਈਆ ਵਾਲਾ ਕੰਮ ਨਹੀਂ ਬਣਨਾ। ਫਿਰ ਤੇ ਤੁਹਾਨੂੰ ਮੁਸਲਮਾਨ ਹੀ ਦਿਖਣਾ। ਤੇ ਜਦੋਂ ਆਪਾਂ ਬੁੱਧੀ ਤੋਂ ਕੰਮ ਲਿਆ ਤੇ ਗਿਆਨ ਹੋ ਜਾਣਾ, ਸਾਡਾ ਵਿਵੇਕ ਪ੍ਰਗਟ ਹੋ ਜਾਣਾ। ਵਿਵੇਕ ਦੇ ਅੰਦਰ ਸਾਰਾ ਕੁਛ ਹੈਗਾ। ਫਿਰ ਤੁਹਾਨੂੰ ਕਿੱਥੇ ਕੋਈ ਜਾਣ ਦੀ ਲੋੜ ਨਹੀਂ। ਇਹ ਜਿਹੜੀ ਸੰਗਤ ਹੈ, ਇਹਦੇ ਅੰਦਰ ਕੀ ਬੋਲਿਆ ਜਾ ਰਿਹਾ, ਕੀ ਸੁਣਾਇਆ ਜਾ ਰਿਹਾ, ਇਸ ਨੂੰ ਤੁਸੀਂ ਮਨ ਦੇ ਆਧਾਰ ਤੇ ਨਾ ਕਦੇ ਲੈ ਕੇ ਬਹਿ ਜਿਓ। ਮਨ ਨੇ ਕਹਿਣਾ ਇਹ ਤੇ ਨਾਸਤਿਕ ਲੋਕ ਹੈਗੇ ਨੇ। ਉਹਨੇ ਕਹਿਣਾ ਵੇਖੋ ਰੱਬ ਦੀ ਗੱਲ ਕਰਦੇ, ਕਿਹੜੇ ਰੱਬ ਦੀ ਗੱਲ ਕਰਦੇ? ਜਿਹੜਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ। ਤੇ ਆਹ ਦੇ ਰੱਬ ਇੱਥੇ ਸਾਡੇ ਮਹੱਲੇ 'ਚ ਮੰਦਿਰ ਬਣਾਏ ਨੇ, ਇਹਨੇ ਧਾਰਮਿਕ ਸਥਾਨ ਬਣਾਏ, ਇਹ ਰੱਬ ਕਿੱਥੇ ਹੈ? ਫਿਰ ਇਹਦੇ ਅੰਦਰ ਕਿੱਥੇ ਰੱਬ ਹੈ? ਉਹ ਕਹਿਣਾ ਕਿ ਇੱਥੇ ਨਹੀਂ ਹੈਗਾ, ਫਿਰ ਰੱਬ ਕਿੱਥੇ ਆ? ਅੱਜ ਇੰਨੀ ਦੁਨੀਆ ਤੁਰੀ ਫਿਰਦੀ ਆ, ਫਿਰ ਉੱਥੇ ਤੇ ਪੰਗਾ ਤੇ ਆ ਨਾ ਕਿ ਜਾਣਾ ਉੱਥੇ ਆਪਾਂ ਹੈ ਵਾ, ਕੰਮ ਆਪਾਂ ਸਾਰਾ ਕਰਨਾ, ਪਰ ਉਹਦੇ ਪਿੱਛੇ ਜਿਹੜੀ ਬਾਣੀ ਕਹਿੰਦੀ, ਉਹਦੇ ਮੰਦਿਰਾਂ ਦੇ ਵਿੱਚ, ਗ੍ਰੰਥਾਂ ਦੇ ਵਿੱਚ ਕੀ ਪੜਾਇਆ ਹੈ ਗੁਰੂ ਉਹ ਸਾਡਿਆਂ ਨੇ, ਸਾਡੇ ਜਿਹੜੇ ਬਜ਼ੁਰਗ ਚਲ ਗਏ ਨੇ, ਉਹਨਾਂ ਨੇ ਸਾਨੂੰ ਮੈਸੇਜ ਦਿੱਤੇ ਨੇ, ਪਰ ਆਪਾਂ ਮੱਥਾ ਟੇਕ ਕੇ ਘਰ ਆ ਜਾਂਦੇ ਉਹਨੂੰ। ਜੇ ਪੜ੍ਹਦੇ ਵੀ ਆ ਤੇ ਆਪਾਂ ਉਹ ਇੰਨਾ ਫਾਸਟ ਪੜ੍ਹਦੇ ਆ, ਸਾਨੂੰ ਪਤਾ ਨਹੀਂ ਵਿੱਚ ਕੀ ਲਿਖਿਆ ਹੋਣਾ। ਨਿੱਜਰ ਸਾਹਿਬ ਨੇ ਦੁੱਖ ਸੁਣਾਈ ਆ, ਏਦਾਂ ਪੜ੍ਹ ਕੇ ਦੱਸਿਆ ਕਿ ਇਹਨੂੰ ਪਤਾ ਲੱਗਣਾ ਕੀ ਲਿਖਿਆ। ਕਿਤੇ ਬਲਦ ਦੀ ਗੱਲ ਕਰਦੇ ਆ, ਕਿਤੇ ਮੱਛੀ ਦੀ ਗੱਲ ਕਰਦੇ, ਰੁੱਖ ਤੇ ਬੈਠੀ ਹੈ। ਨਿੱਜਰ ਸਾਹਿਬ? ਹਾਂ ਬਿਲਕੁਲ। ਮੈਂ ਨਾ ਪਹਿਲਾਂ ਇਹ ਸੋਚਿਆ ਸੀਗਾ ਇਹ ਸ਼ਬਦ ਮੈਂ ਵੈਸੇ ਹੀ ਪਹਿਲਾਂ ਪੜ੍ਹ ਜਾਵਾਂ ਤੇ ਫਿਰ ਇਹਨੂੰ ਜਿਹੜਾ ਹੈਗਾ, ਫਿਰ ਉਸ ਤੋਂ ਬਾਅਦ ਇਹਦੀ ਵਿਚਾਰ ਕਰੀਏ, ਪਰ ਉਹ ਮੈਂ ਛੱਡ ਦਿੱਤੇ। ਮੈਂ ਕਿਹਾ ਚਲੋ ਚਲਾ ਚੰਗਾ ਕੀਤਾ ਤੁਸੀਂ। ਚਲੋ ਨਿੱਜਰ ਸਾਹਿਬ ਅੱਜ ਦੀ ਵਿਚਾਰ ਫਿਰ ਇੱਥੇ ਸਮਾਪਤ ਕਰ ਦਈਏ। ਹਾਂਜੀ ਬਿਲਕੁਲ, ਵਧੀਆ ਜੀ। ਕਹਿੰਦੇ ਰਾਮ ਰਮਤ ਤੇ ਸਭ ਕੁਛ ਸੂਝੈ। ਤੇ ਜਿਹੜਾ ਬੰਦਾ ਰਾਮ ਨੂੰ ਰਮਤੇਗਾ, ਰਾਮ ਨੂੰ ਜਾਣੇਗਾ, ਉਹਨੂੰ ਸਿਮਰੇਗਾ, ਉਹਨੂੰ ਰਮਣ ਦਾ ਮਤਲਬ ਉਹਨੂੰ ਯਾਦ ਕਰਨਾ, ਉਹਨੂੰ ਪਿਆਰ ਕਰਨਾ, ਉਹਨੂੰ ਭਗਤੀ ਕਰਨੀ। ਤੇ ਜਦੋਂ ਉਹਦੀ ਭਗਤੀ ਕੀਤੀ ਤੇ ਮਾਇਆ ਦਾ ਬੁਖਾਰ ਆਪੇ ਉਤਰ ਜਾਣਾ, ਉਹਦੇ ਕੁਛ ਕਰਨ ਦੀ ਲੋੜ ਹੀ ਨਹੀਂ। ਬਿਲਕੁਲ। ਆਪ ਦਵਾਈ ਖਾਣ ਤੋਂ ਬਾਅਦ ਇਹ ਥੋੜੀ ਕਹਿੰਦੇ ਕਿ ਬੁਖਾਰ ਆ ਭੱਜ ਸਾਡੇ ਘਰੋਂ, ਉਹ ਦਵਾਈ ਖਾਣ ਦੇ ਨਾਲ ਹੀ ਬੁਖਾਰ ਉਤਰ ਜਾਣਾ। ਪਰ ਹਾਂ ਇੱਕ ਗੱਲ ਹੈਗੀ ਜੋ ਬਾਣੀ ਚ ਕਿਹਾ, ਪਰਮੇਸ਼ਰ ਦੇ ਭੁੱਲਿਆ ਤੇ ਆਪਣਾ ਸਭੇ ਰੋਗ। ਬਿਲਕੁਲ। ਤੁਹਾਡੀ ਜ਼ਿੰਦਗੀ 'ਚ ਰੋਗ ਜਿਹੜੇ ਆਉਣੇ ਉਹ ਪ੍ਰਮਾਤਮਾ ਨੂੰ, ਜਿਹੜਾ ਬੰਦਾ ਨਹੀਂ, ਸਾਡੀ ਜ਼ਿੰਦਗੀ 'ਚ ਪ੍ਰਮਾਤਮਾ ਨਹੀਂ ਹੈਗਾ ਤੇ ਫਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਰੋਗ ਆਈ ਜਾਣੇ ਸਾਡੀ ਜ਼ਿੰਦਗੀ। ਫਿਰ ਭਟਕੀ ਜਾਵਾਂਗੇ, ਪਰੇਸ਼ਾਨ ਹੋਵਾਂਗੇ, ਦੁੱਖ ਨਹੀਂ ਮਿਲਣਾ, ਪਰੇਸ਼ਾਨ ਹੋ ਜਾ।
ਠੀਕ ਹੈ ਨਜਰ ਸਾਹਿਬ, ਅੱਜ ਦੇ ਵਿਚਾਰ ਇੱਥੇ ਹੀ ਸਮਾਪਤ ਕਰਦੇ ਹਾਂ। ਹਾਂਜੀ, ਬਹੁਤ ਵਧੀਆ ਓਕੇ ਸਾਹਿਬ।